ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਜੀ। ਕੀ ਫਤਿਹ। ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਸਾਡਾ ਵੌਇਸ ਆਫ ਮਾਨਵਤਾ ਦਾ, ਜਿਹਦੇ ਵਿੱਚ ਅਸੀਂ ਭਾਈ ਵੀਰ ਸਿੰਘ ਹੁਣਾਂ ਦੇ ਬਾਰੇ, ਉਹਨਾਂ ਦੀ 150 ਸਾਲਾ ਜਿਹੜੀ ਸ਼ਤਾਬਦੀ ਹੈ ਉਹਦੀ ਕੰਟੀਨਿਊਸ਼ਨ ਹੈ ਪਿਛਲੇ ਹਫਤੇ ਤੋਂ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਤੁਸੀਂ ਅੱਜ ਜਿਹੜੇ ਸਾਰੇ ਸੱਜਣ ਜੁੜੇ ਹੋਏ ਹੋ, ਸਾਰਿਆਂ ਨੂੰ ਵੈਲਕਮ ਟੂ ਦਾ ਪ੍ਰੋਗਰਾਮ। ਤੇ ਇਹਦੇ ਵਿੱਚ ਜਿਹੜੇ ਵਿਚਾਰ ਆ ਤੁਹਾਡੇ ਅਸੀਂ ਸੁਣਨੇ ਚਾਹੁੰਦੇ ਆ, ਤਾਂ ਕਿ ਜਿੱਥੇ ਜਿੱਥੇ ਵੀ ਲੋਕੀ ਵਸਦੇ ਨੇ, ਬੈਠੇ ਨੇ, ਉਹਨਾਂ ਦੇ ਮਨਾਂ ਦੇ ਵਿੱਚ ਉਹਨਾਂ ਦੀ ਲਾਈਫ, ਉਹਨਾਂ ਦੀ ਲੈਗੇਸੀ ਤੇ ਉਹਨਾਂ ਦੀਆਂ ਸਪੈਸ਼ਲੀ ਜਿਹੜੀਆਂ ਕੰਟਰੀਬਿਊਸ਼ਨਸ ਹੈ ਉਹਨਾਂ ਦਾ ਅਸੀਂ ਅੱਜ ਜ਼ਿਕਰ ਕਰਨਾ ਹੈ, ਤਾਂ ਕਿ ਸਾਡੇ ਲਈ ਇਹ ਇੱਕ ਤਰ੍ਹਾਂ ਦਾ, ਜਿੱਥੇ ਉਹ ਰੋਲ ਮਾਡਲ ਸੀ, ਉਹ ਸ਼ਖਸੀਅਤ ਇਦਾਂ ਦੀ ਸੀ, ਤਾਂ ਕਿ ਅਸੀਂ ਉਹਨਾਂ ਦੇ ਜੀਵਨ ਤੋਂ ਕੀ ਸਿੱਖ ਕੇ ਕੀ ਕੁਝ ਕੀਤਾ ਜਾ ਸਕਦਾ ਹੈ। ਭਾਈ ਵੀਰ ਸਿੰਘ ਉਹਨਾਂ ਵਾਲੇ 2 ਮਿੰਟ ਲੈ ਕੇ ਮੈਂ ਆਲ ਜਿਹੜੀ ਪਿਛਲੀ ਤਾਰ ਜੋੜ ਦਾਂਗਾ ਲੜੀ ਦੀ, ਕਿ ਉਹ ਜਦੋਂ ਬ੍ਰਿਟਿਸ਼ਰਸ ਭਾਰਤ ਵਿੱਚ ਆਏ, ਉਹਨਾਂ ਨੇ ਆਪਦਾ ਰਾਜ ਪਾਗ ਧਰਮ ਜ਼ਮਾਨ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਤਾਂ ਭਾਈ ਵੀਰ ਸਿੰਘ ਹੁਣੀ ਇੱਕ ਵਿਅਕਤੀ ਇੰਡੀਵਿਜੂਅਲ ਤੋਂ ਉੱਠ ਕੇ ਇੱਕ ਸੰਸਥਾ ਦੇ ਰੂਪ ਦੇ ਵਿੱਚ ਉਹਨਾਂ ਨੇ ਇੰਨਾ ਕੰਮ ਕੀਤਾ ਤਾਂ ਕਿ ਆਪਣੇ ਵਿਰਸੇ ਨੂੰ, ਜ਼ਬਾਨ ਨੂੰ ਬਚਾਇਆ ਜਾ ਸਕੇ। ਤੇ ਉਹਦੀ ਜਿਹੜੀ ਪੰਜਾਬੀ ਪ੍ਰਤੀ ਮਾਣ, ਸਤਿਕਾਰ, ਪਿਆਰ ਤੇ ਅਮੀਰੀ ਦੇ ਉੱਤੇ ਉਹਨਾਂ ਨੇ ਬੜਾ ਜ਼ੋਰ ਦਿੱਤਾ। ਕਹਿੰਦੇ 20-25 ਹਜ਼ਾਰ ਦੇ ਕਰੀਬ ਉਹਨਾਂ ਨੇ ਜਿਹੜੇ ਸੀਗੇ ਪੰਜਾਬੀ ਦੇ ਲੇਖ ਲਿਖੇ, ਪੰਨੇ ਲਿਖੇ, ਤੇ ਜਿਹਦੇ ਵਿੱਚ ਜਿਹੜੇ ਹੋਰ ਵੀ ਜਿਹੜੇ ਕਵੀਕਾਰ, ਨਾਟਕਕਾਰ, ਲੇਖਕਾਰ ਸੀਗੇ, ਉਹਨਾਂ ਨੂੰ ਵੀ ਪ੍ਰੇਰਨਾ ਦਿੱਤੀ। ਸੋ ਉਹਨਾਂ ਦਾ ਜਿਹੜਾ ਸਿਦਕ ਹੈ, ਸਿਰੜ ਹੈ, ਉਹ ਬੜੀ ਸ਼ਲਾਘਾਯੋਗ ਹੈ। ਤੇ ਈਵਨ ਵਿਮਨ ਇੰਪਾਵਰਮੈਂਟ ਦੇ ਪੁਆਇੰਟ ਆਫ ਵਿਊ ਤੋਂ ਵੀ ਉਹਨਾਂ ਜ਼ਮਾਨਿਆਂ ਦੇ ਵਿੱਚ ਪਹਿਲਾਂ ਉਹਨਾਂ ਦਾ ਲੇਖ ਆਇਆ ਸੀ, ਪਹਿਲਾਂ ਉਹਨਾਂ ਦਾ ਇੱਕ ਬੁੱਕ ਆਈ ਸੀਗੀ ਸੁੰਦਰੀ 1900 ਦੇ ਕਰੀਬ, ਹਾਂਜੀ, ਸੁੰਦਰੀ, ਵਿਜੈ ਸਿੰਘ, ਸਤਵੰਤ ਕੌਰ, ਇਸ ਤਰ੍ਹਾਂ ਦੇ ਉਹਨਾਂ ਨੇ ਉਹ ਜਿਹੜੇ ਨਾਵਲ ਲਿਖੇ। ਨਾਵਲਾਂ ਦੇ ਵਿੱਚ ਜਿਹੜਾ ਸਿੱਖ ਕਰੈਕਟਰ ਸੀ, ਜਿਹੜਾ ਸਿੱਖ ਵਿਰਸਾ ਸੀ, ਜਿਹੜੀਆਂ ਸਿੱਖ ਵੈਲਿਊ ਸੀਗੀਆਂ, ਉਹਨਾਂ ਨੂੰ ਉਹਨਾਂ ਨੇ ਉਭਾਰ ਕੇ ਰੱਖਿਆ। ਤੇ ਨਾਲ ਦੀ ਨਾਲ ਹੀ ਇੱਕ ਧਰਮ ਨੂੰ ਜੀਵਨ ਦਾ ਇੱਕ ਇੰਪੋਰਟੈਂਟ ਹਿੱਸਾ ਬਣਾਉਣ ਦੇ ਲਈ ਵੀ ਉਹ ਇਹ ਵੀ ਸੀ ਕਿ ਅਸਲੀ ਜੀਵਨ ਜੁਗਤ ਦਾ ਜਿਹੜਾ ਰਸਤਾ ਹੈ, ਉਹ ਧਰਮ ਨੂੰ ਅਸਲੀ ਲਫ਼ਜ਼ਾਂ ਦੇ ਵਿੱਚ ਜੀਵਨ ਦੇ ਵਿੱਚ ਲੈ ਕੇ ਆਉਣਾ, ਤੇ ਰੱਬ ਦੇ ਪ੍ਰਤੀ ਵਿਸ਼ਵਾਸ, ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਨਾ, ਤੇ ਵਾਹਿਗੁਰੂ ਜੀ ਦੀ ਪ੍ਰਾਪਤੀ ਲਈ ਮੰਜ਼ਿਲਾਂ ਪ੍ਰਾਪਤ ਕਰਨੀਆਂ। ਇਦਾਂ ਦੇ ਉਹਨਾਂ ਨੇ ਬੜਾ ਕੁਝ ਉਹਨਾਂ ਨੇ ਕੀਤਾ। ਆਪ ਇੱਕ ਹਿਊਮਨ ਮਾਨਵਵਾਦੀ ਵੀ ਸੀ, ਹਾਂਜੀ, ਉਹਨਾਂ ਦੇ ਸਾਹਿਤਕ ਜੀਵਨ ਦੇ ਵਿੱਚ ਵੀ, ਆਪਦੇ ਪਰਸਨਲ ਜੀਵਨ ਦੇ ਵਿੱਚ ਵੀ, ਤੇ ਸਮਾਜ ਸੁਧਾਰ ਲਈ ਇੰਨਾ ਉਹਨਾਂ ਨੇ ਕੰਮ ਕੀਤਾ, ਤੁਸੀਂ ਬੰਦਾ ਹੈਰਾਨ ਰਹਿ ਜਾਂਦਾ ਵੀ ਉਹ ਕਦੋਂ ਸੌਂਦੇ ਹੋਣੇ, ਕਦੋਂ ਕੰਮ ਕਰਦੇ ਹੋਣੇ। ਇੰਨਾ ਕੁਝ ਲਿਖਣ ਦੇ ਬਾਵਜੂਦ ਵੀ ਫਿਰ ਉਹਨਾਂ ਨੇ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਹੋਣੀ, ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਹੋਣਾ, ਸਿੰਘ ਸਭਾ ਲਹਿਰ ਦੇ ਵਿੱਚ ਹੋਣਾ, ਹਾਂਜੀ, ਫਿਰ ਉਹ ਖਾਲਸਾ ਜਿਹੜਾ ਸੀ ਸਮਾਚਾਰ ਜਿਹੜਾ ਸਪਤਾਹਕ ਸੀ ਉਹਦੇ ਵਿੱਚ, ਫਿਰ ਉਹ ਸਿੱਖ ਐਜੂਕੇਸ਼ਨਲ ਕਾਨਫਰੰਸਿਸ ਦੇ ਵਿੱਚ, ਪੰਜਾਬ ਐਂਡ ਸਿੰਧ ਬੈਂਕ, ਤੇ ਫਿਰ ਉਹਨਾਂ ਨੇ ਕੋਈ ਬੀਬੀਆਂ ਲਈ ਕਿਤੇ ਯਤੀਮ ਘਰ ਆ, ਕਿਤੇ ਵਿਧਵਾ ਘਰ ਆ, ਕਿਤੇ ਬਜ਼ੁਰਗਾਂ ਦੇ ਲਈ ਬਿਰਧ ਘਰ ਆ। ਏਦਾਂ ਦੇ ਉਹਨਾਂ ਨੇ ਕੰਮ ਕੀਤੇ ਹਸਪੀਟਲ 'ਚ। ਇਟਸ ਜਸਟ ਅਮੇਜ਼ਿੰਗ ਵੀ ਉਹ ਕਿਵੇਂ ਬੰਦਾ, ਉਹ ਕਿਸ ਤਰ੍ਹਾਂ ਉਹ ਰੱਬੀ ਰੂਹ ਨੇ ਕਿਸ ਤਰ੍ਹਾਂ ਯੋਗਦਾਨ ਪਾਇਆ ਤੇ ਕਿਸ ਤਰ੍ਹਾਂ ਦੀ ਸਿੱਖਿਆ ਦਿੱਤੀ। ਤੇ ਉਹ ਤੁਸੀਂ ਦੇਖੋ 18ਵੀਂ ਸਦੀ ਦੇ ਵਿੱਚ ਉਹ ਸਿੰਘ ਸਭਾ ਲਹਿਰ ਦਾ ਕੀਤਾ ਹੋਇਆ ਕੰਮ, ਤੇ ਦੂਜੇ ਪਾਸੇ ਖਾਲਸਾ ਕਾਲਜ ਅੰਮ੍ਰਿਤਸਰ ਵਰਗੇ ਜਿੱਥੇ ਉਹਦਾ ਸਟਰਕਚਰ ਹੈ, ਰਾਜੇ ਮਹਾਰਾਜਿਆਂ ਤੋਂ ਕੰਟਰੀਬਿਊਸ਼ਨ ਲੈ ਕੇ ਉਹ ਜਿਹੜੀ ਦੇਣ ਦੇ ਕੇ ਜੋ ਉਹਨਾਂ ਨੇ ਚੀਜ਼ ਪੇਸ਼ ਕੀਤੀ, ਇੱਕ ਜਿਹੜਾ ਵਿਦਿਆ ਦਾ ਮਨਾਰ ਨੂੰ ਉੱਚਾ ਚੱਕਣ ਦੀ ਉਹਨਾਂ ਦੀ ਅਮੇਜ਼ਿੰਗ ਕੰਟਰੀਬਿਊਸ਼ਨ ਆ, ਉਹਨਾਂ ਉੱਤੇ ਹੀ ਅਸੀਂ ਫੋਕਸ ਕਰਨਾ ਅੱਜ, ਤਾਂ ਕਿ ਉਹ ਜਿਹੜੀਆਂ ਕੰਟਰੀਬਿਊਸ਼ਨਸ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੀ ਰੈਲੇਵੈਂਸ ਤੋਂ ਅਸੀਂ ਕੀ ਸਿੱਖਿਆ ਸਿੱਖ ਕੇ ਅੱਜ ਦੇ ਜੀਵਨ ਦੇ ਵਿੱਚ ਬਣਾ ਸਕਦੇ ਹਾਂ ਆਪਣੇ ਆਪ ਦੇ ਦੁਆਲੇ ਨੂੰ, ਤਾਂ ਕਿ ਉਹਨੂੰ ਵੀ ਅਸੀਂ ਉਸੇ ਤਰ੍ਹਾਂ ਹੀ ਅਮੀਰ, ਸੁਨਹਿਰਾ ਤੇ ਜਿਹੜਾ ਭਲੇ ਕੰਮਾਂ ਲਈ, ਭਲੇ ਉਦਮ ਲਈ, ਭਲੇ ਯੋਗਦਾਨ ਅਸੀਂ ਪਾ ਸਕੀਏ, ਤੇ ਸਿੱਖੀ ਦਾ ਮਿਆਰ ਉੱਚਾ ਚੱਕ ਸਕੀਏ, ਤੇ ਆਪ ਦਾ ਜੀਵਨ ਵੀ ਵਧਾ ਚੜਾ ਸਕੀਏ। ਇਹਦੇ ਨਾਲ ਹੀ ਅਸੀਂ ਸ਼ੁਰੂ ਕਰਦੇ ਹਾਂ ਜੀ। ਸਾਰਿਆਂ ਨੂੰ ਇੱਕ ਵਾਰ ਫੇਰ ਜੀ ਆਇਆਂ ਭਾਈ ਵੀਰ ਸਿੰਘ ਹੁਣਾਂ ਦੀ ਦਾ ਜਿਹੜੀ ਕੰਟੀਨਿਊਸ਼ਨ ਹੈ ਉਹਨਾਂ ਦੀ 150 ਸਾਲਾ ਜਿਹੜੀ 150 ਸਾਲਾ ਜਿਹੜੀ ਜਨਮ ਸ਼ਤਾਬਦੀ ਨੂੰ ਮਨਾਉਣ ਦੇ ਵਿੱਚ। ਹਾਂਜੀ ਭੈਣ ਜੀ ਦਲਜੀਤ ਕੌਰ, ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ, ਬਿਕਾਜ਼ ਯੂ ਹੈਵ ਟੂ ਲੀਵ। ਸੋ ਸਾਰਿਆਂ ਨੂੰ ਅਸੀਂ ਪਹਿਲਾਂ 5-5 7-7 ਮਿੰਟ ਦੇ ਰਹੇ ਹਾਂ, ਤੇ ਦੁਬਾਰਾ ਤੇ ਵੀ ਵਿਲ ਕਮ ਵਿਦ ਦ ਸੈਕੰਡ ਸੈਸ਼ਨ ਅਗੇਨ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਵੀਰ ਸਿੰਘ ਜੀ ਦੀ ਜੀਵਨੀ ਤੇ ਪਿਛਲੀ ਵਾਰੀ ਵੀ ਚਾਨਣਾ ਪਾਇਆ ਸੀ ਸਭ ਨੇ, ਤੇ ਤੁਸੀਂ ਹੁਣ ਵੀ ਦੱਸ ਕੇ ਹਟੇ ਹੋ ਕਿ ਉਹ ਇੱਕ ਬਹੁਤ ਵੱਡੇ ਸਾਹਿਤਕਾਰ, ਰੂਹਾਨੀਅਤ ਤੇ ਦੁਨਿਆਵੀ, ਉਹਨਾਂ ਨੇ ਨੋਵਲ ਲਿਖੇ, ਐਸੇਜ਼ ਲਿਖੇ ਹੋਏ ਨੇ, ਡਰਾਮਾਜ਼ ਲਿਖੇ ਹੋਏ ਨੇ, ਤੇ ਕਵਿਤਾ ਦੀ ਸ਼ੈਲੀ ਬਹੁਤ ਕੁਝ ਉਹਨਾਂ ਨੇ ਲਿਖਿਆ ਹੋਇਆ।
ਤੇ ਮੈਂ ਐਵੇਂ ਹੀ ਸੋਚ ਰਹੀ ਸੀ ਬੈਠੀ, ਮੈਂ 2-4 ਮਿੰਟ ਤੁਹਾਡੇ ਲੈਣੇ ਨੇ, ਤੇ ਮੈਨੂੰ ਉਹਨਾਂ ਦੀ ਇੱਕ ਕਵਿਤਾ ਹੁੰਦੀ ਸੀ ਕਿੱਕਰ। ਹਾਂਜੀ, ਹਾਂ। ਉਹ ਮੈਨੂੰ ਲੱਭੀ ਤਾਂ ਹੈ ਨਹੀਂ ਕਿਤੇ, ਪਰ ਮੈਨੂੰ ਉਹਦੀਆਂ 3 ਲਾਈਨਾਂ ਯਾਦ ਨੇ, ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੁੰਦੀ ਹਾਂ। ਠੀਕ ਹੈ, ਹਾਂਜੀ ਕਰੋ ਜੀ। ਕੱਢ ਸਿਰੀ ਉੱਪਰ ਨੂੰ ਤੁਰਿਆ, ਵੱਲ ਆਕਾਸ਼ਾਂ ਜਾਵਾਂ। ਜਾਵਾਂ, ਹਾਂ। ਕੱਢ ਸਿਰੀ ਉੱਪਰ ਨੂੰ ਟੁਰਿਆ, ਵੱਲ ਆਕਾਸ਼ਾਂ ਜਾਵਾਂ। ਗਿੱਠ ਥਾਂ ਧਰਤੀ ਤੋਂ ਲੀਤੀ, ਝਾਤ ਨਾ ਹੋਰ ਛਪਾਵਾਂ। ਉੱਲੀ ਗੁੱਲੀ ਜੁੱਲੀ ਦੁਨੀਆ, ਬਿਨ ਮੰਗੇ ਮਰ ਜਾਵਾਂ। That's all I remember, 3 lines। ਪਰ ਇਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਆਪਾਂ ਵਾਇਸਸ ਨੇ ਕਿੰਨੀਆਂ ਨੇ, ਜੇ ਡੂੰਘਾਈ ਨਾਲ ਇਹਦੇ ਅਰਥ ਦੇਖੀਏ ਕਿ ਉਹਨਾਂ ਸਾਰਿਆਂ ਤੋਂ ਬਚ ਕੇ ਕਿਵੇਂ ਰਹਿਣਾ, ਕਿ ਮੈਂ ਹੋਰ ਇੱਧਰ ਉਧਰ ਨਹੀਂ ਦੇਖਦਾ, ਸਿਰਫ ਉਨੀ ਕੁ ਜਗ੍ਹਾ ਲਈ ਆ, ਤੇ ਕਿੰਨਾ ਉਸ ਤੋਂ ਬਾਅਦ ਕਿੰਨਾ ਫਲਰਿਸ਼ ਹੋਇਆ। ਫਲਰਿਸ਼ ਹੀ ਹੁੰਦਾ ਨਾ, ਕਿੰਨੇ ਉਹਨੂੰ ਬੂਟੇ ਫੁੱਲ ਫਲ ਲੱਗਦੇ ਨੇ, ਤੇ ਕਿੱਥੇ ਦੀ ਕਿੱਥੇ ਪਹੁੰਚ ਜਾਂਦਾ। ਸੋ ਇੱਕ ਮੈਨੂੰ ਇਹ ਯਾਦ ਸੀ, ਤੇ ਇੱਕ ਮੈਂ ਵਿਧਾਤਾ ਸਿੰਘ ਤੀਰ ਉਹਨਾਂ ਨੇ ਭਾਈ ਵੀਰ ਸਿੰਘ ਜੀ ਨੂੰ ਸ਼ਰਧਾਂਜਲੀ ਦੀਆਂ 2 ਲਾਈਨਾਂ ਲਿਖੀਆਂ ਸੀ, ਤੇ ਉਹ ਕਹਿ ਕੇ ਮੈਂ ਸਮਾਪਤ ਕਰੂੰਗੀ, ਤੇ ਬਾਕੀ ਹੋਰਾਂ ਨੂੰ ਟਾਈਮ ਦਈਏ। ਬਹੁਤ ਖੁਸ਼ੀ ਦੀ ਗੱਲ ਆ ਕਿ ਨਵੇਂ ਸੱਜਣ 2 ਭੈਣ ਜੀ ਆਂਟੀ ਜੀ ਜੁੜੇ ਨੇ ਸਾਡੇ ਨਾਲ। ਹਾਂਜੀ, ਉਹ ਵਿਧਾਤਾ ਸਿੰਘ ਤੀਰ ਉਹਨਾਂ ਨੇ ਕਿਹਾ ਸੀਗਾ, ਹੇ ਕਲਾ ਨਿਪੁੰਨ, ਹੇ ਕਲਾਕਾਰ, ਹੇ ਕੁਦਰਤ ਬੇਸ਼ਾਕਾਰ। ਹੇ ਕਲਾ ਨਿਪੁੰਨ, ਹੇ ਕਲਾਕਾਰ, ਹੇ ਕੁਦਰਤ ਦੇ ਸ਼ਾਕਾਰ। ਕਲਮ ਤੇਰੀ ਨੇ ਜਾਦੂ ਦਿੱਤੇ, ਅੱਖੀਆਂ ਵਿੱਚ ਖਿਲਾਰ। ਅੱਜ ਸਾਹਿਤ ਨੂੰ ਛੋ ਤੇਰੀ ਦਾ, ਭੁੱਲਦਾ ਨਹੀਂ ਸ਼ੁਕਰਾਨਾ। ਹੱਥਾਂ ਵਿੱਚ ਤੇਰੀਆਂ ਦਾਤਾਂ, ਅੱਖਾਂ ਵਿੱਚ ਸਤਿਕਾਰ। ਵਾਹ ਜੀ। ਅੱਜ ਸਾਹਿਤ ਨੂੰ ਛੋ ਤੇਰੀ ਦਾ, ਭੁੱਲਦਾ ਨਹੀਂ ਸ਼ੁਕਰਾਨਾ। ਹੱਥਾਂ ਵਿੱਚ ਤੇਰੀਆਂ ਦਾਤਾਂ, ਅੱਖਾਂ ਵਿੱਚ ਸਤਿਕਾਰ। ਬਸ ਮੇਰੀ ਇਹ ਸ਼ਰਧਾਂਜਲੀ ਆ ਉਹਨਾਂ ਨੂੰ, ਤੇ ਮੈਂ ਥੋੜੀ ਜਿਹੀ ਦੇਰ ਸੁਣਦੀ ਹਾਂ ਬਾਕੀ ਸਭ ਦਾ ਵੀ, ਤੇ 5-10 ਮਿੰਟ ਫਿਰ ਮੈਂ ਠੀਕ ਹੈ। ਬਿਊਟੀਫੁਲੀ ਸੈਡ, ਥੈਂਕ ਯੂ ਸੋ ਮਚ। ਇਹ ਜੇ ਸਾਡੇ ਲਈ ਕਨਸਟੈਂਟ ਰਿਮਾਈਂਡਰ ਨੇ ਜਿਹੜੀਆਂ ਚੀਜ਼ਾਂ, ਉਹਨਾਂ ਦੀ ਜਿਹੜੀ ਲੇਖਣੀ ਹੈ, ਜਿਹੜੀ ਇੰਸਪੀਰੇਸ਼ਨ ਉਹਨਾਂ ਤੋਂ ਸਾਨੂੰ ਮਿਲਦੀ ਹੈ ਜੀਵਨੇ। ਹਾਂਜੀ ਰਮਨਦੀਪ ਕੌਰ ਜੀ, ਨਾਓ ਇਟਸ ਯੋਰ ਟਰਨ। ਆਈ ਨੋ ਤੁਸੀਂ ਪਹਿਲੀ ਵਾਰ ਆਏ ਹੋ, ਬਟ ਆਈ ਨੋ ਤੁਸੀਂ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਵਿੱਚ ਵੀ ਭਾਈ ਵੀਰ ਸਿੰਘ ਉਹਨਾਂ ਦੇ ਉੱਤੇ ਬੋਲੇ ਹੋ, ਸੋ ਤੁਸੀਂ ਆਪਦੇ ਵਿਚਾਰ ਸਾਰਿਆਂ ਨਾਲ ਸਾਂਝੇ ਕਰੋ ਜੀ ਭਾਈ ਵੀਰ ਸਿੰਘ ਦੇ ਉੱਤੇ। ਰਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਭਾਈ ਵੀਰ ਸਿੰਘ 20ਵੀਂ ਸਦੀ ਦੇ ਯੁੱਗ ਪੁਰਸ਼ਾਂ ਵਿੱਚੋਂ ਇੱਕ ਹੋਏ ਨੇ। ਸੋ ਉਹਨਾਂ ਦਾ ਜਿਹੜਾ ਜਨਮ ਹੈ ਉਹ ਉਸ ਟਾਈਮ ਦਾ ਹੈ ਜਦੋਂ ਬ੍ਰਿਟਿਸ਼ ਜਿਹੜੇ ਸੀਗੇ ਉਹ ਆਲਮੋਸਟ ਸਾਰੇ ਇੰਡੀਆ ਦੇ ਉੱਤੇ ਕਾਬਜ਼ ਹੋ ਚੁੱਕੇ ਸੀਗੇ, ਤੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਹ ਜਾ ਚੁੱਕਾ ਸੀਗਾ, ਤੇ ਆਲਮੋਸਟ 23 ਸਾਲ ਹੋ ਚੁੱਕੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਨੂੰ ਖਤਮ ਹੋਇਆ। ਸੋ ਉਸ ਟਾਈਮ ਦੇ ਵਿੱਚ ਜਿਹੜੀ ਅੰਗਰੇਜ਼ਾਂ ਦੀ ਇੱਕ ਨੀਤੀ ਇਹ ਰਹੀ ਕਿ ਪੰਜਾਬੀਆਂ ਨੂੰ ਜਿਹੜਾ ਸਭ ਤੋਂ ਵੱਡਾ ਖਤਰਾ ਮੰਨਦੇ ਸੀਗੇ ਕਿ ਪੰਜਾਬੀਆਂ ਨੂੰ ਕਿਵੇਂ ਅਸੀਂ ਮਾਨਸਿਕ ਤੌਰ ਤੇ ਆਪਣੇ ਅਧੀਨ ਕਰੀਏ, ਤੇ ਉਹਨਾਂ ਦਾ ਇੱਕ ਹਥਿਆਰ ਸੀਗਾ ਕਿ ਜਿਹੜਾ ਇਹਨਾਂ ਨੂੰ ਸਪਿਰਿਚੁਅਲ ਪਾਵਰ ਮਿਲਦੀ ਹੈ ਜਾਂ ਫਿਰ ਇਹਨਾਂ ਦੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਜਿਹੜੇ ਰਹਿੰਦੇ ਨੇ, ਉਹਦਾ ਸੋਰਸ ਹੈਗਾ ਇਹਨਾਂ ਦਾ ਜਿਹੜਾ ਗੁਰਬਾਣੀ ਦੇ ਨਾਲ ਲਗਾਵ, ਔਰ ਜਿਹੜੀ ਇਹਨਾਂ ਦੀਆਂ ਸੰਸਥਾਵਾਂ ਨੇ ਜਿੱਦਾਂ ਗੁਰੂ ਘਰ ਨੇ। ਸੋ ਉਹਨਾਂ ਨੇ ਇਹ ਸੋਚਿਆ ਕਿ ਜੇ ਅਸੀਂ ਇਹਨਾਂ ਦੇ ਜਿਹੜਾ ਇਹਨਾਂ ਨੂੰ ਜੋੜਦਾ ਹੈ ਰੂਹਾਨੀਅਤ ਨਾਲ, ਉਹ ਲਿੰਕ ਤੋੜੀਏ। ਸੋ ਉਹਨਾਂ ਨੇ ਇਹ ਕੰਮ ਸ਼ੁਰੂ ਕਰਨ ਵਾਸਤੇ ਉਹਨਾਂ ਨੇ ਪੰਜਾਬੀ ਦੇ ਉੱਪਰ ਅਟੈਕ ਕਰਨਾ ਸਟਾਰਟ ਕਰਤਾ। ਸੋ ਇਹ ਕਨਸਪੀਰੇਸੀ ਸੀਗੀ। ਉਹਦਾ ਇੱਕ ਐਗਜ਼ਾਮਪਲ ਹੈ ਕਿ ਜਦੋਂ ਜਿਹੜੀਆਂ ਸਿੱਖ ਫੌਜਾਂ ਨੇ ਉਹ ਖਤਮ ਹੁੰਦੀਆਂ ਨੇ, ਤੇ ਜਿਹੜੇ ਹਥਿਆਰ ਉਹ ਸਰੈਂਡਰ ਕਰਦੇ ਸੀਗੇ ਜਿਹੜੇ ਸਿੱਖ ਫੌਜੀ, ਉਹਦੇ ਉਹਨਾਂ ਨੂੰ 3 ਆਨੇ ਦਿੰਦੀ ਸੀਗੀ ਅੰਗਰੇਜ਼ ਸਰਕਾਰ। ਬਟ ਜਦੋਂ ਉਹ ਆਪਣੇ ਪੰਜਾਬੀ ਦਾ ਕੋਈ ਕਾਇਦਾ ਦਿੰਦਾ ਸੀਗਾ, ਸਰੈਂਡਰ ਕਰਦਾ ਸੀ ਜਾਂ ਦੇ ਕੇ ਉਹਨਾਂ ਨੂੰ ਆਪਣੇ ਆਪ ਆਪਣੇ ਘਰ ਦੇ ਵਿੱਚ ਜਾਂ ਆਪਣੇ ਗੁਰੂ ਘਰ ਦੇ ਵਿੱਚੋਂ ਲਿਆ ਕੇ ਦਿੰਦਾ ਸੀ, ਤਾਂ 6 ਆਨੇ ਦਿੰਦੇ ਸੀਗੇ। ਸੋ ਇਸ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਕੀ ਲੌਂਗ ਟਰਮ ਕਨਸਪੀਰੇਸੀ ਸੀਗੀ ਕਿ ਜੇ ਸਿੱਖਾਂ ਨੂੰ ਖਤਮ ਕਰਨਾ ਹੈ ਤਾਂ ਇਹਨਾਂ ਨੂੰ ਉੱਥੇ ਅਟੈਕ ਕਰੋ ਜਿੱਥੇ ਇਹਨਾਂ ਦਾ ਸਭ ਤੋਂ ਜ਼ਿਆਦਾ ਸਟਰੋਂਗ ਲਿੰਕ ਹੈ। ਉਹ ਸੀਗਾ ਇਹਨਾਂ ਜਿਹੜਾ ਗੁਰਬਾਣੀ ਨਾਲ ਜਾਂ ਜਿਹੜਾ ਆਪਣੀ ਜਿਹੜੀ ਆਪਣੇ ਕਲਚਰ ਨਾਲ ਜਾਂ ਆਪਣੇ ਪੁਰਾਣੇ ਜਿਹੜੇ ਸਿੱਖ ਇਤਿਹਾਸ ਨਾਲ। ਸੋ ਜਿਹੜਾ ਉਸ ਚੀਜ਼ ਨੂੰ ਮੋੜਾ ਪਾਉਣ ਦੇ ਵਿੱਚ ਭਾਈ ਵੀਰ ਸਿੰਘ ਦਾ ਕੰਟਰੀਬਿਊਸ਼ਨ ਹੈ ਉਹ ਬਹੁਤ ਹੀ ਜ਼ਿਆਦਾ ਵੱਡਾ ਹੈ। ਬਟ ਕਈ ਵਾਰੀ ਸਾਡੀ ਵਰਗੀ ਜਿਹੜੀ ਜਨਰੇਸ਼ਨ ਹੈ ਉਹਦੇ ਮਨ ਵਿੱਚ ਇਹ ਆਉਂਦਾ ਹੈ ਕਿ ਉਸ ਟਾਈਮ ਤਾਂ ਇਹ ਗੱਲਾਂ ਮਾਇਨੇ ਰੱਖਦੀਆਂ ਸੀਗੀਆਂ
ਕਿ ਉਹਨਾਂ ਦਾ ਕੰਮ ਹੈ, ਉਹਨਾਂ ਦਾ ਵਰਕ ਹੈ, ਜਾਂ ਉਹਨਾਂ ਨੇ ਜਿਹੜੀ ਕੰਟਰੀਬਿਊਸ਼ਨਸ ਕੀਤੀਆਂ ਨੇ ਉਹ ਅੱਜ ਰੈਲੇਵੈਂਟ ਹੈ ਕਿ ਨਹੀਂ। ਸੋ ਇਸ ਟੌਪਿਕ ਦੇ ਉੱਤੇ ਮੈਂ ਥੋੜਾ ਜਿਹਾ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੀ ਕਿ ਇਜ਼ ਭਾਈ ਵੀਰ ਸਿੰਘ relevant even today, and if he is relevant, how he is relevant even today। ਸੋ ਜਿਹੜੇ ਮੈਨੂੰ ਆਪਣੇ ਸਮਝ ਆਏ ਮੈਂ ਉਹ ਤੁਹਾਡੇ ਨਾਲ ਕੁਝ ਪੁਆਇੰਟ ਸ਼ੇਅਰ ਕਰਨਾ ਚਾਹੁੰਦੀ ਹਾਂ। ਸੋ ਪਹਿਲਾਂ ਮੈਨੂੰ ਲੱਗਦਾ ਹੈ ਕਿ ਜਦੋਂ ਭਾਈ ਵੀਰ ਸਿੰਘ ਉਸ ਟਾਈਮ ਤੇ ਆਪਣੇ ਏਰੀਆ ਦੇ ਵਿੱਚ ਕੰਮ ਕਰ ਰਹੇ ਸੀਗੇ, ਹੀ ਵਾਸ ਰਾਈਟਿੰਗ ਕਵਿਤਾ, ਹੀ ਵਾਸ ਰਾਈਟਿੰਗ ਪੋਇਟਰੀ, ਹੀ ਵਾਸ ਰਾਈਟਿੰਗ ਨੋਵਲਸ। ਉਹਨਾਂ ਦਾ ਏਮ ਇਹ ਸੀਗਾ ਕਿ ਜਾਗਰਤੀ ਲਿਆਣੀ। ਉਹਨਾਂ ਨੇ ਇਹ ਮੀਡੀਅਮ ਕਿਉਂ ਚੁਣਿਆ? ਬਿਕੋਜ਼ ਉਹਨਾਂ ਨੂੰ ਲੱਗਾ ਕਿ he understood the need of the hour, ਕਿ ਇਸ ਟਾਈਮ ਕੀ ਲੋੜ ਹੈ, ਕਿਸ ਤਰ੍ਹਾਂ ਦੇ ਮੈਨੂੰ ਰਸਤੇ ਚੂਜ਼ ਕਰਨੇ ਪੈਣਗੇ ਆਪਣੀ ਮੈਸੇਜ ਜਿਹੜਾ ਹੈ ਸਿੱਖੀ ਨੂੰ ਫੈਲਾਉਣ ਦਾ। ਸੋ ਫਰਸਟ ਟਾਈਮ ਇਸ ਤਰ੍ਹਾਂ ਹੋਇਆ ਕਿ ਉਹਨਾਂ ਨੇ ਪੰਜਾਬੀ ਵਿੱਚ ਨੋਵਲ ਲਿਖੇ, ਪੰਜਾਬੀ ਵਿੱਚ ਕਵਿਤਾ ਲਿਖੀ, ਬਟ ਉਹ ਸਾਰਾ ਕੁਝ ਜਿਹੜਾ ਧੁਰਾ ਉਹਨਾਂ ਦਾ ਜੁੜਿਆ ਹੋਇਆ ਸੀ ਸਿੱਖੀ ਨਾਲ। ਸੋ ਹਰ ਇੱਕ ਉਹਨਾਂ ਦੇ ਲੇਖਣੀ ਦੇ ਵਿੱਚ ਸਮਹਾਉ ਜਿਹੜੀ ਸੀਗੀ ਸਿੱਖੀ ਦੀ ਜਾਂ ਗੁਰਬਾਣੀ ਦੀ ਹੀ ਜਿਹੜੀ ਰਿਫਲੈਕਸ਼ਨ ਸੀਗੀ। ਸੋ ਉਹਨਾਂ ਨੇ ਮੀਡੀਅਮ ਜਿਹੜਾ ਚੂਜ਼ ਕੀਤਾ, ਦੈਟ ਵਾਸ ਦ ਨੀਡ ਆਫ ਦ ਆਰਟ, ਜਿਹੜਾ ਯੰਗ ਜਨਰੇਸ਼ਨ ਨੂੰ ਅਪੀਲ ਕਰਦਾ ਜਾਂ ਜਿਹੜਾ ਆਮ ਲੋਕਾਂ ਨੂੰ ਅਪੀਲ ਕਰਦਾ ਜਾਂ ਜਿਹੜਾ ਇਹਨਾਂ ਨੂੰ ਇੰਟਰਸਟਿੰਗ ਲੱਗਦਾ। ਸੋ ਉਹਨਾਂ ਨੇ ਉਹ ਮੀਡੀਅਮ ਚੁਣਿਆ। ਸੋ ਹਾਊ ਇਜ਼ ਹੀ ਰੈਲੇਵੈਂਟ ਟੁਡੇ? ਅੱਜ ਜਿਹੜਾ ਹੈ ਸਭ ਤੋਂ ਜ਼ਿਆਦਾ ਰੈਲੇਵੈਂਟ ਮੀਡੀਅਮ ਜਿਹੜਾ ਸਾਡੀ ਵਰਗੀ ਜਨਰੇਸ਼ਨ ਜਾਂ ਆਮ ਲੋਕਾਂ ਦੇ ਵਿੱਚ ਪ੍ਰਚਲਿਤ ਹੈ ਉਹ ਸੋਸ਼ਲ ਮੀਡੀਆ। ਸੋ ਜਿਵੇਂ ਭਾਈ ਵੀਰ ਸਿੰਘ ਨੇ ਉਸ ਟਾਈਮ ਨੀਡ ਆਫ ਦਾ ਆਰਟ ਸਮਝਦੇ ਹੋਏ ਆਪਣਾ ਮੀਡੀਅਮ ਡਿਸਾਈਡ ਕੀਤਾ ਲਿਖਣਾ, ਸੋ ਮੇ ਬੀ ਸਾਨੂੰ ਅੱਜ ਪ੍ਰਚਾਰ ਕਰਨ ਵਾਸਤੇ ਆਪਣਾ ਮੀਡੀਅਮ ਜਿਹੜਾ ਹੈ, ਬਿਕੋਜ਼ ਹੀ ਵਾਸ ਸੋ ਹੀ ਅੰਡਰਸਟੂਡ ਕਿ ਵੀ ਲੋਕਾਂ ਨੂੰ ਕੀ ਨੀਡ ਹੈ, ਸਾਨੂੰ ਮੇ ਬੀ ਆਪਣੇ ਪ੍ਰਚਾਰ ਦੇ ਤਰੀਕੇ ਵਿੱਚ ਥੋੜਾ ਜਿਹਾ। ਮੇਰਾ ਮੋਬਾਈਲ ਓਵਰਹੀਟ ਹੋ ਰਿਹਾ, ਸੌਰੀ ਤਾਂ ਆਪ ਜੀ ਨੂੰ ਡਿਸਟਰਬ ਕਰ ਰਹੀ ਹਾਂ, ਮੇਰਾ ਮੋਬਾਈਲ ਓਵਰਹੀਟ ਹੋ ਕੇ ਬੰਦ ਹੋ ਰਿਹਾ ਆਟੋਮੈਟਿਕ, ਸੌਰੀ ਜੀ। ਕੋਈ ਨਹੀਂ ਵੀ ਅੰਡਰਸਟੈਂਡ, ਥੈਂਕ ਯੂ ਜੀ। ਕੋਈ ਨਹੀਂ, ਤੁਸੀਂ ਆਫ ਲੈ ਲਓ ਥੋੜਾ ਜਿਹਾ। ਹਾਂਜੀ ਸੌਰੀ ਜੀ, ਗੋ ਹੈਡ ਰਮਨਦੀਪ। ਹਾਂਜੀ, ਤੇ ਸੈਕਿੰਡ ਮੈਨੂੰ ਰੈਲੇਵੈਂਟ ਉਹਨਾਂ ਦਾ ਇਸ ਕਰਕੇ ਲੱਗਦਾ ਹੈ ਕੰਮ ਕਿ ਉਹਨਾਂ ਨੇ ਹੀ ਬਿਕੇਮ ਅ ਲਿੰਕ ਬਿਟਵੀਨ ਦ 올ਡ ਐਂਡ ਦ ਨਿਊ। ਜਿਵੇਂ ਜਿਹੜਾ ਭਾਈ ਵੀਰ ਸਿੰਘ ਤੋਂ ਪਹਿਲਾਂ ਪ੍ਰਚਾਰ ਦਾ ਮਾਧਿਅਮ ਸੀਗਾ ਉਹ ਜ਼ਿਆਦਾਤਰ ਸੀਗਾ ਕਿ ਕਥਾਵਾਚਕ ਜਾਂ ਗ੍ਰੰਥੀ ਜਿਹੜੇ ਸੀਗੇ ਉਹ ਪ੍ਰਚਾਰ ਕਰ ਰਹੇ ਸੀਗੇ, ਬਟ ਉਹਨਾਂ ਨੇ ਪੁਰਾਣੇ ਤਰੀਕੇ ਨੂੰ ਤੇ ਨਵੇਂ ਤਰੀਕੇ ਨੂੰ ਜੋੜ ਕੇ ਇੱਕ ਨਵਾਂ ਤਰੀਕਾ ਜਿਹੜਾ ਹੈ ਉਹ ਬਣਾ ਦਿੱਤਾ ਪ੍ਰਚਾਰ ਕਰਨ ਦਾ। ਤੇ ਇਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਇੱਕ ਹੋਰ ਮੀਡੀਅਮ ਯੂਜ਼ ਕੀਤਾ ਉਹ ਸੀਗਾ ਕਿ ਉਹਨਾਂ ਨੇ ਹੀ ਵਾਸ ਜਸਟ 22 ਜਦੋਂ ਉਹਨਾਂ ਨੇ ਇੱਕ ਪ੍ਰੈਸ ਲਗਾਈ, ਪ੍ਰਿੰਟਿੰਗ ਪ੍ਰੈਸ ਲਗਾਈ। ਉਹਨਾਂ ਨੇ ਵੇਖਿਆ ਕਿ ਜਿਹੜੇ ਮਿਸ਼ਨਰੀ ਨੇ ਉਹ ਆਪਣੇ ਪ੍ਰਚਾਰ ਵਾਸਤੇ ਜਿਹੜਾ ਹੈ ਇਹ ਤਰੀਕਾ ਯੂਜ਼ ਕਰਨ, ਦੇ ਆਰ ਡਿਸਟ੍ਰੀਬਿਊਟਿੰਗ ਦੇਅਰ ਪੈਂਫਲੇਟਸ, ਦੇ ਆਰ ਡਿਸਟ੍ਰੀਬਿਊਟਿੰਗ ਦ ਲਿਟਰੇਚਰ। ਸੋ ਉਹਨੂੰ ਕਾਊਂਟਰ ਕਰਨ ਲਈ ਭਾਈ ਵੀਰ ਸਿੰਘ ਨੇ ਜਿਹੜਾ ਇਹ ਮੈਥਡ ਯੂਜ਼ ਕੀਤਾ, ਉਹਨਾਂ ਨੇ ਟਰੈਕਸ ਕੱਢੇ, ਉਹਨਾਂ ਨੇ ਆਪਣੀ ਖਾਲਸਾ ਅਖਬਾਰ ਸ਼ੁਰੂ ਕੀਤੀ। ਸੋ ਉਹਨਾਂ ਨੇ ਜਿਹੜਾ ਸੀਗਾ ਪੁਰਾਣਾ ਵੇ ਆਫ ਪ੍ਰਚਾਰ ਤੇ ਨਵਾਂ ਵੇ ਆਫ ਪ੍ਰਚਾਰ ਦੇ ਵਿੱਚ ਇੱਕ ਲਿੰਕ ਬਣੇ। ਸੋ ਮੇ ਬੀ ਸਾਨੂੰ ਵੀ ਹੁਣ ਇਸ ਟਾਈਮ ਜੇ ਅਸੀਂ ਸੋਚੀਏ ਕਿ ਸੇਮ ਹਾਲਾਤ ਨੇ ਪੰਜਾਬ ਦੇ ਵਿੱਚ, ਦੇਅਰ ਆਰ ਸੋ ਮੈਨੀ ਮਾਸ ਕਨਵਰਜਨਸ ਗੋਇੰਗ ਔਨ। ਸੋ ਜੇ ਅਸੀਂ ਆਪਣੇ ਪ੍ਰਚਾਰ ਦੇ ਮੀਡੀਅਮ ਦੇ ਉੱਪਰ ਜੇ ਸਪੋਜ਼ ਅਸੀਂ ਆਪਣਾ ਜਦੋਂ ਛੋਟੇ ਛੋਟੇ ਟਰੈਕਸ ਬਣਾ ਕੇ ਅਸੀਂ ਸਟਾਰਟ ਕਰ ਦਈਏ ਡਿਸਟ੍ਰੀਬਿਊਟ ਕਰਨੇ, ਜਾਂ ਹੋਰ ਛੋਟੀਆਂ ਜਿਹੜੀਆਂ ਪੈਂਫਲੇਟਸ ਬਣਾ ਕੇ ਡਿਸਟ੍ਰੀਬਿਊਟ ਕਰੀਏ, ਜਾਂ ਲੋਕਾਂ ਦੇ ਵਿੱਚ ਜਾਗਰਤੀ ਲਿਆਉਣ ਦੀ ਟਰਾਈ ਕਰੀਏ, ਤਾਂ ਮੇ ਬੀ ਅਸੀਂ ਉਹ ਜਿਹੜੀ ਮਾਸ ਕਨਵਰਜਨਸ ਹੋ ਰਹੀਆਂ ਨੇ ਉਹਨਾਂ ਨੂੰ ਅਸੀਂ ਠੱਲ ਪਾ ਸਕਦੇ ਹਾਂ। ਥਰਡ ਮੈਨੂੰ ਲੱਗਦਾ ਕਿ ਹੀ ਵਾਸ ਰੈਲੇਵੈਂਟ ਬਿਕੋਜ਼ ਉਹਨਾਂ ਨੇ ਉਸ ਟਾਈਮ ਦੇ ਵਿੱਚ ਫੈਮਿਨਿਸਟ ਜਿਹੜੀ ਸੀਗੀ ਐਪਰੀਸੀਏਸ਼ਨ ਉਹਦੇ ਉੱਪਰ ਬਹੁਤ ਵਰਕ ਕੀਤਾ। ਸੋ ਅੱਜ ਵੀ ਜਿਹੜਾ ਹੈ ਦੇਖਿਆ ਜਾਵੇ ਤਾਂ ਸਿੱਖੀ ਦੇ ਵਿੱਚ ਵੂਮਨ ਐਪਰੀਸੀਏਸ਼ਨ, ਜਾਂ ਫਿਰ ਕਹਿ ਲਓ ਕਿ ਬਈ ਜਿਹੜੇ ਡਾਊਨ ਟਰੋਡਨ ਨੇ ਸਾਡੀ ਸੋਸਾਇਟੀ ਵਿੱਚ, ਭਾਵੇਂ ਉਹ ਦਲਿਤ ਨੇ, ਭਾਵੇਂ ਉਹ ਪਾਵਰਟੀ ਸਟ੍ਰਿਕਨ ਲੋਕ ਨੇ, ਉਹਨਾਂ ਦੀ ਆਵਾਜ਼ ਬਣਨ ਦੀ ਲੋੜ ਹੈ। ਸੋ ਵੀ ਕੈਨ ਲਾਈਕ ਟੇਕ ਇਨਸਪੀਰੇਸ਼ਨ ਫਰੋਮ ਭਾਈ ਵੀਰ ਸਿੰਘ, ਹੀ ਇਜ਼ ਸਟਿਲ ਰੈਲੇਵੈਂਟ। ਉਹਨਾਂ ਨੇ ਉਸ ਟਾਈਮ ਤੇ ਉੱਪਰ ਆਪਣੀ ਹਰ ਇੱਕ ਨੋਵਲ ਦੇ ਵਿੱਚ ਵੂਮਨ ਜਿਹੜੇ ਸੀਗੇ ਉਹਨਾਂ ਨੂੰ ਮੇਨ ਕੈਰੈਕਟਰਸ ਬਣਾਇਆ। ਸੋ ਆਈ ਥਿੰਕ ਦੈਟ ਵਾਸ ਅ ਬਿਗ ਕੰਟਰੀਬਿਊਸ਼ਨ। ਐਂਡ ਅਨਦਰ ਕੰਟਰੀਬਿਊਸ਼ਨ ਆਈ ਵੁੱਡ ਸੇ ਇਜ਼ ਕਿ ਉਹਨਾਂ ਨੇ ਸਿੱਖ ਐਜੂਕੇਸ਼ਨ ਇੰਸਟੀਟਿਊਟਸ ਦੇ ਉੱਪਰ ਬਹੁਤ ਸਟ੍ਰੈਸ ਦਿੱਤਾ, ਜਿਹੜਾ ਕਿ ਅੱਜ ਕਹਿ ਲਓ ਕਿ ਸਮੇਂ ਦੀ ਬਹੁਤ ਵੱਡੀ ਲੋੜ ਹੈ ਕਿ ਜੇ ਅਸੀਂ ਅੱਜ ਇਨਵੈਸਟ ਕਰੀਏ ਸਿੱਖ ਇੰਸਟੀਟਿਊਸ਼ਨਸ ਦੇ ਵਿੱਚ ਜਾਂ ਸਿੱਖ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਵਿੱਚ, ਤਾਂ ਉਹ ਸਾਡਾ ਜਿਹੜਾ ਹੈ ਸਾਡੀ ਕਮਿਊਨਿਟੀ ਨੂੰ ਇੰਨਾ ਸਟਰੋਂਗ ਕਰੇਗਾ ਤੇ ਸਾਡੇ ਜਿਹੜੇ ਬੱਚੇ ਨੇ ਦੇ ਵਿਲ ਬੀ ਐਟ ਪਾਰ ਵਿਦ ਐਨੀਬਡੀ। ਬਿਕੋਜ਼ ਅੱਜ ਜਿਹੜੀ ਕਨਵਰਜਨਸ ਹੁੰਦੀਆਂ ਨੇ ਉਹਦੇ ਵਿੱਚ ਇਹ ਇੱਕ ਬੜਾ ਵੱਡਾ ਫੈਕਟਰ ਹੈ। ਜਿਹੜੇ ਸਿੱਖ ਮਿਸ਼ਨਰੀਜ਼ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਫ੍ਰੀ ਐਜੂਕੇਸ਼ਨ ਦੇਵਾਂਗੇ, ਵਰਲਡ ਕਲਾਸ ਐਜੂਕੇਸ਼ਨ ਦੇਵਾਂਗੇ। ਲੋਕਾਂ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਕੇ ਕਨਵਰਟ ਕਰ ਰਹੇ ਨੇ। ਜੇ ਅਸੀਂ ਜਿਹੜੇ ਆਪਣੇ ਸਿੱਖ ਇੰਸਟੀਟਿਊਸ਼ਨਸ ਦੀ ਇੰਨੇ ਸਟਰੋਂਗ ਕਰ ਲਈਏ ਤਾਂ ਵੀ ਕੈਨ ਕੱਟ ਥਰੂ ਦੈਟ ਪ੍ਰੋਪੇਗੈਂਡਾ। ਤੇ ਲਾਸਟ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਰੈਲੇਵੈਂਸ ਇਜ਼ ਇਨ ਟਰਮਸ ਆਫ এনवायरमेंट।
ਹੀ ਵਾਸ ਦ ਪੋਇਟ ਆਫ ਨੇਚਰ। ਤੇ ਅੱਜ ਸਾਡੀ ਜਿਹੜੀ ਹੈ ਸਿੱਖਾਂ ਦੇ ਵਿੱਚ ਅਸੀਂ ਕਹਿ ਲਈਏ ਕਿ ਅਸੀਂ ਕੁਦਰਤ ਨੂੰ ਕਰਤੇ ਦਾ ਰੂਪ ਮੰਨਦੇ ਹਾਂ, ਤੇ ਜਿਵੇਂ ਭਾਈ ਵੀਰ ਸਿੰਘ ਨੇ ਕੁਦਰਤ ਦੇ ਵਿੱਚ ਹੀ ਕਰਤੇ ਨੂੰ ਦੇਖ ਕੇ, ਕੁਦਰਤ ਨੂੰ ਹੀ ਨਿਹਾਰ ਕੇ ਕਰਤੇ ਨੂੰ ਯਾਦ ਕੀਤਾ, ਜੇ ਅਸੀਂ ਅੱਜ ਵੀ ਆਪਣੇ ਮਨ ਵਿੱਚ ਉਹ ਚੀਜ਼ ਵਸਾ ਲਈਏ ਤਾਂ ਸ਼ਾਇਦ ਅਸੀਂ ਕਦੀ ਆਪਣੇ এনवायरमेंट ਨੂੰ ਗੰਦਾ ਨਾ ਕਰੀਏ, ਖਰਾਬ ਨਾ ਕਰੀਏ। ਤੋ ਇਹੀ ਬਸ। ਹਾਂਜੀ, ਥੈਂਕ ਯੂ ਮੈਨਾ। ਵੀ ਵਿਲ ਕਮ ਬੈਕ ਟੂ ਅਗੇਨ ਜਦੋਂ ਸੈਕੰਡ ਰਾਉਂਡ ਦੇ ਵਿੱਚ ਤੁਹਾਡੇ ਜਿਹੜੇ ਵਿੱਚ ਰਹਿ ਗਏ ਨਾ ਜੀ ਵਿਚਾਰ, we'll ask you again ਹਾਂਜੀ ਉਹਦੇ ਵਿੱਚ। So I'm done here. Yes, thank you so much. ਵਾਹਿਗੁਰੂ ਜੀ ਕਾ ਖਾਲਸਾ। Beautifully said. Thank you very much and thank you for joining, asking our request to join. We look forward to seeing you every week and ਜਦੋਂ ਅਸੀਂ ਸੈਕੰਡ ਰਾਉਂਡ ਚਾਹਾਂਗੇ ਫਿਰ ਤੁਸੀਂ ਆਪਦੇ ਹੋਰ ਵਿਚਾਰ ਦੱਸਿਓ ਜੀ। ਹਾਂਜੀ ਡਾਕਟਰ ਕੁਲਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਕੀ ਕਹਿਣਾ ਚਾਹੋਗੇ ਭਾਈ ਵੀਰ ਸਿੰਘ ਉਹਨਾਂ ਦੀ ਜਿਹੜੇ ਕੰਟਰੀਬਿਊਸ਼ਨਸ ਨੇ ਤੇ ਉਹਨਾਂ ਦੀ ਜਿਹੜੀ ਲੈਗੇਸੀ ਦੇ ਵਿੱਚ ਜਿਹੜੀਆਂ ਸਾਡੀ ਰੈਲੇਵੈਂਸ ਅੱਜ ਦੇ ਸਾਨੂੰ ਕੀ ਕਰਨ ਦੀ ਲੋੜ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ? ਹਾਂਜੀ ਨੈਕਸਟ 5-6 ਮਿੰਟ। ਹਾਂਜੀ ਵਾਹਿਗੁਰੂ ਜੀ ਫਤਿਹ। ਸੌਰੀ ਫॉर ਬੀਇੰਗ ਲੇਟ। ਕੋਈ ਨਹੀਂ। ਹਾਂਜੀ, ਮੈਨੂੰ ਮੇਰੀ ਰਿਕੁਐਸਟ ਹੈ ਕਿ ਮੈਨੂੰ ਬਹੁਤ ਸਵਾਰੀ ਦਿਆ ਕਰੋ। ਸਾਰਿਆਂ ਨੂੰ ਸੁਣਨ ਤੋਂ ਬਾਅਦ ਮੇਰੇ ਲਈ ਬੋਲਣਾ ਸੌਖਾ ਹੋ ਜਾਂਦਾ ਹੈ ਕਿਉਂਕਿ ਮੇਰੀ ਇੰਨੀ ਸਟੱਡੀ ਨਹੀਂ ਹੁੰਦੀ। ਕੋਈ ਨਹੀਂ ਵੀ ਵਿਲ ਡੂ ਆਫ ਐਂਡ ਔਨ। ਕਿਸੇ ਨੂੰ ਐਤਕੀ ਪਹਿਲਾਂ, ਕਿਸੇ ਨੂੰ ਅਗਲੀ ਵਾਰ ਪਹਿਲਾਂ, ਇਸ ਤਰ੍ਹਾਂ ਕਰ ਦਿਆ ਕਰਾਂਗੇ, ਮਿਕਸ ਐਂਡ ਮੈਚ। ਰਾਈਟ। ਹਾਂਜੀ, ਤੇ ਜੋ ਮੈਂ ਸੁਣ ਰਿਹਾ ਸਾਂ ਜੋ ਭੈਣ ਜੀ ਕਹਿ ਰਹੇ ਸੀ, ਦੇਖੋ ਉੱਥੋਂ ਹੀ ਆਪਾਂ ਵੀ ਵਾਕਿਆ ਵੀ ਜਿਹੜੀ ਸਮੇਂ ਦੀ ਜਿਹੜੀ ਜ਼ਰੂਰਤ ਹੁੰਦੀ ਹੈ, ਜਦੋਂ ਉਦੋਂ ਜਿਹੜਾ ਯੁੱਗ ਸੀ ਉਹ ਪ੍ਰੈਸ ਦਾ ਯੁੱਗ ਸੀ, ਤੇ ਅੱਜ ਨੈਚੁਰਲੀ ਜਿਹੜਾ ਯੁੱਗ ਹੈ ਉਹ ਮੀਡੀਆ ਦਾ ਯੁੱਗ ਹੈ। ਤੇ ਇਹ ਬਿਲਕੁਲ ਸਹੀ ਪੁਆਇੰਟ ਹੈ ਕਿ ਪ੍ਰਚਾਰ ਲਈ ਤੁਹਾਨੂੰ ਟਾਈਮ ਟੂ ਟਾਈਮ ਦੇਖਣਾ ਪੈਂਦਾ ਕਿ ਕਿਹੜੀ ਚੀਜ਼ ਦੀ ਰੈਲੇਵੈਂਸ ਜ਼ਿਆਦਾ ਹੈ। ਹੁਣ ਆਪਾਂ ਆ ਜਾਂਦੇ ਹਾਂ ਭਾਈ ਵੀਰ ਸਿੰਘ ਜੀ ਦੀ ਜਿਹੜੀ ਜੀਵਨੀ ਮੈਂ ਪੜ੍ਹੀ ਨਾ, ਚਲੋ ਉਹ 'ਚ ਬੜੇ ਜ਼ਿਆਦਾ ਇਸ਼ੂਜ਼ ਹੁੰਦੇ ਹੈ, ਪਰ ਤੁਸੀਂ ਇੱਕ ਦੇ ਇਸ਼ੂ ਨੂੰ ਟੱਚ ਕਰ ਸਕਦੇ ਹੋ। ਤੇ ਮੈਂ ਦੇਖ ਰਿਹਾ ਸਾਂ ਕਨਵਰਜਨ ਦੀ ਗੱਲ ਹੋ ਰਹੀ ਸੀ ਭੈਣ ਜੀ, ਗੱਲ ਕਨਵਰਜਨ ਦੀ। ਸੋ ਮੈਂ ਕਨਵਰਜਨ ਤੇ ਆ ਜਾ ਕਿ ਜਿਹੜਾ ਕਨਵਰਜਨ ਇਸ਼ੂ ਹੈ ਇਹ ਕਿੱਥੋਂ ਰਾਈਜ਼ ਹੁੰਦਾ ਹੈ? ਕਨਵਰਜਨ ਇਸ਼ੂ ਰਾਈਜ਼ ਹੀ ਉੱਥੋਂ ਹੁੰਦਾ ਹੈ ਜਦੋਂ ਸਾਡੇ 'ਚ ਧਰਮ ਨਹੀਂ ਹੁੰਦਾ ਨਾ। ਕਿਉਂਕਿ ਮੈਂ ਦੋ ਆਈ ਟਰਮਸ ਦੇਖ ਰਿਹਾ, ਇੱਕ ਅਡੋਪਸ਼ਨ ਆਫ ਰਿਲੀਜਨ ਹੈ, ਇੱਕ ਕਨਵਰਜਨ। ਜਿਹੜੀ ਕਨਵਰਜਨ ਹੈ ਨਾ ਉਹ ਲਾਲਚ ਦੇ ਕੇ ਕੀਤੀ ਜਾਂਦੀ, ਜਿੱਦਾਂ ਔਰੰਗਜ਼ੇਬ ਕਨਵਰਜਨ ਕਰਦਾ ਸੀ, ਜਾਂ ਡਰ ਦੇ ਕੇ ਕਰਦਾ ਸੀ ਜਾਂ ਲਾਲਚ ਦੇ ਕੇ ਕਰਦਾ ਸੀ। ਇੱਕ ਹੁੰਦੀ ਹੈ ਅਡੋਪਸ਼ਨ ਆਫ ਰਿਲੀਜਨ। ਅਡੋਪਸ਼ਨ ਉਦੋਂ ਹੁੰਦੀ ਹੈ ਜਦੋਂ ਤੁਹਾਡਾ ਆਪਣਾ ਜੀਵਨ ਹੈ and in the due course, in the normal ਮਤਲਬ way, without any pressure and without any ਜਿਹੜਾ ਲਾਲਚ ਹੈ ਨਾ, ਤੁਸੀਂ ਉਹਨੂੰ ਅਡਾਪਟ ਕਰਦੇ ਹੋ। ਤਾਂ ਭਾਈ ਸਾਹਿਬ ਦੇ ਵੇਲੇ ਮੈਂ ਪੜ੍ਹਿਆ ਕਿ ਜਦੋਂ ਇਹਨਾਂ ਨੇ ਪ੍ਰੈਸ ਖੋਲੀ ਹੋਈ ਸੀ ਨਾ ਹਾਲ-ਬਾਜ਼ਾਰ ਦੇ ਵਿੱਚ, ਤੇ ਇਹਨਾਂ ਦੀ ਪ੍ਰੈਸ ਦੇ ਵਿੱਚ ਉਹਦੇ ਲਾਗੇ ਛਾਗੇ, ਕਿਉਂਕਿ ਉਦੋਂ ਤੇ ਇਟ ਵਾਸ ਬਿਫੋਰ 1947, ਬਿਫੋਰ ਇੰਡੀਪੈਂਡੈਂਸ, ਤੇ ਹਿੰਦੂ ਮੁਸਲਿਮ ਸਿੱਖ ਸਾਰੇ ਇਕੱਠੇ ਰਹਿੰਦੇ ਸਨ। ਤੇ ਇਹਨਾਂ ਕੋਲ ਕਿਸੇ ਨੇ ਮੈਸੇਜ ਭੇਜਿਆ ਕਿ ਜੀ ਇੱਕ ਬੜਾ ਮੁਸਲਮਾਨ ਫਕੀਰ ਹੈ, ਬੜਾ ਮਸ਼ਹੂਰ ਹੈ, ਤੁਹਾਨੂੰ ਉਹਨਾਂ ਦੇ ਦਰਸ਼ਨ ਕਰਾਣੇ। ਭਾਈ ਸਾਹਿਬ ਕਹਿੰਦੇ ਉਹਦੇ ਨਾਲ ਉੱਠ ਕੇ ਚੱਲ ਪਏ ਤਾਂ ਥੋੜੇ ਚਿਰ ਬਾਅਦ ਰੁਕ ਗਏ। ਉਹ ਕਹਿੰਦਾ ਵੀ ਭਾਈ ਯੂ ਸਟਾਪ। ਤੇ ਭਾਈ ਸਾਹਿਬ ਕਹਿਣ ਲੱਗੇ ਕਿ ਨਹੀਂ, ਮੇਰੇ ਪੈਰ ਨਹੀਂ ਚੱਲਦੇ, ਮੈਨੂੰ ਇਜਾਜ਼ਤ ਨਹੀਂ ਮਿਲ ਰਹੀ ਅੰਦਰੋਂ ਕਿ ਮੈਂ ਜਾਵਾਂ। ਭਾਈ ਸਾਹਿਬ ਬੈਠ ਕੇ, ਉਹ ਫਕੀਰ ਕੁਝ ਦਿਨਾਂ ਬਾਅਦ, ਕਿਉਂਕਿ ਇੱਕ ਦੂਜੇ ਨਾਲ ਖਿੱਚਦੇ ਹੁੰਦੀ ਹੈ ਧਾਰਮਿਕ ਬੰਦਿਆਂ ਨੂੰ, ਇਹ ਮਤਲਬ ਉਦੋਂ ਇੰਨੇ ਪਾੜੇ ਨਹੀਂ ਸੀ ਕਿ ਹਿੰਦੂ ਸਿੱਖ ਮੁਸਲਮਾਨ ਦੇ ਜਿੰਨੇ ਅੱਜ ਸੀ ਪਾਤੇ। ਤੇ ਉਹ ਕਹਿੰਦੇ ਨੇ ਵੀ ਮਤਲਬ ਮੁਸਲਮਾਨ ਹੀ ਕੁਝ ਦਿਨਾਂ ਬਾਅਦ ਭਾਈ ਸਾਹਿਬ ਨੂੰ ਬੁਲਾਇਆ। ਹੁਣ ਜਦੋਂ ਉਹ ਆਇਆ, ਐਵਰੀਵਨ ਟਰਾਈਜ਼ ਟੂ ਇੰਪ੍ਰੈਸ। ਅਸੀਂ ਜਦੋਂ ਕਿਸੇ ਨਾਲ ਗੱਲ ਕਰਦੇ ਹਾਂ, ਆਮ ਤੌਰ ਤੇ ਸਾਡਾ ਜਿਹੜਾ ਮਕਸਦ ਹੁੰਦਾ ਨਾ ਦੂਜੇ ਨੂੰ ਇੰਪ੍ਰੈਸ ਕਰਨਾ ਹੁੰਦਾ, ਜਦੋਂ ਸਾਡੀ ਅਵਸਥਾ ਨਹੀਂ ਹੁੰਦੀ। ਜਦੋਂ ਸਾਡੀ ਅਵਸਥਾ ਹੁੰਦੀ ਹੈ then we are sharing knowledge, otherwise we are trying to impress the other person। ਤੇ ਉਹ ਕਹਿੰਦੇ ਵੀ ਉਹਨੇ ਆ ਕੇ ਬੜੀਆਂ ਗੱਲਾਂ ਕੀਤੀਆਂ, ਹੀ ਟਰਾਈ ਟੂ ਇੰਪ੍ਰੈਸ ਭਾਈ ਸਾਹਿਬ। ਤੇ ਭਾਈ ਸਾਹਿਬ ਫਕੀਰ ਤੇ ਉਹਨੂੰ ਕਹਿਣ ਲੱਗੇ ਵੀ ਤੂੰ ਇਹ ਚੀਜ਼ਾਂ ਕਿਸ ਵਾਸਤੇ ਕਰਦਾ ਹੈ, ਤੇਰਾ ਇੰਟਰਨਲ ਏਮ ਜਿਹੜਾ ਹਿਡਨ ਏਮ ਕੀ ਹੈਗਾ। ਨੋਟ ਟੂ ਗੋ ਇਨ ਡਿਟੇਲ, ਭਾਈ ਸਾਹਿਬ ਨੇ ਉਹਨੂੰ ਇਸ ਚੀਜ਼ ਤੇ ਲੈਣ ਦਾ ਕਿ ਜੋ ਤੂੰ ਬੋਲਦਾ ਹੈ ਤੇਰਾ ਇਹਦੇ ਵਿੱਚ ਏਮ ਕੇਵਲ ਸ਼ੋਭਾ ਕਰਾਉਣ ਦਾ। ਤੇ ਕਿਉਂਕਿ ਉਦੋਂ ਜਿਹੜੇ ਬਹੁਤ ਧਰਮੀ ਬੰਦੇ ਹੁੰਦੇ ਸੀ, ਕਈ ਉਹ ਗ੍ਰਸਤੀ ਨਹੀਂ ਸੀ ਹੁੰਦੇ, ਕਾਰੋਬਾਰੀ ਨਹੀਂ ਸੀ ਹੁੰਦੇ, ਤੇ ਦੂਜਾ ਤੇਰਾ ਮਕਸਦ ਹੁੰਦਾ ਕਿ ਮੈਨੂੰ ਅੱਛਾ ਪੁੱਛਾ ਖਾਣ ਪੀਣ ਨੂੰ ਮਿਲੇ। ਭਾਈ ਸਾਹਿਬ ਨੇ ਉਹਨੂੰ ਕਨਵਿੰਸ ਕਰ ਲਿਆ ਕਿ ਐਗਰੀਡ। ਜਿਹੜੀ ਚੀਜ਼ ਮੈਂ ਸਟ੍ਰੈਸ ਕਰਨੀ ਚਾਹੁੰਦਾ ਸਾਂ, ਉਹ ਜਿਹੜਾ ਫਕੀਰ ਸੀ ਜਿਹਦੀ ਇੰਨੀ ਮਾਨਤਾ ਸੀ, ਉਹਨੇ ਹੀ ਵਾਸ ਵਿਲਿੰਗ, ਹੀ ਰਿਕੁਐਸਟਡ ਭਾਈ ਸਾਹਿਬ ਕਿ ਤੁਸੀਂ ਮੈਨੂੰ ਆਪਣੀ ਪ੍ਰੈਸ ਦੇ ਵਿੱਚ ਜੌਬ ਦੇ ਦਿਓ। ਗੁਰੂ ਨਾਨਕ ਸਾਹਿਬ ਦਾ ਜਿਹੜਾ ਮਿਸ਼ਨ ਸੀ, ਘਾਲ ਖਾਏ ਕਿਛੱਥੋਂ ਦੇ ਨਾਨਕ ਰਾਹ ਪਛਾਣੇ ਸੀ, ਉਹ ਇਸ ਚੀਜ਼ ਲਈ ਇੰਪ੍ਰੈਸ ਹੋ ਗਿਆ, ਮੋਟੀਵੇਟ ਹੋ ਗਿਆ, ਤੇ ਉਹਨੇ ਇਹਨੂੰ ਅਡਾਪਟ ਕੀਤਾ। ਭਾਈ ਸਾਹਿਬ ਦੀ ਪ੍ਰੈਸ ਦੇ ਵਿੱਚ ਹੀ ਇੰਪਲਾਈ ਬਣ ਗਿਆ। ਸੋ ਸਿਮਿਲਰਲੀ
ਇੱਕ ਹੋਰ ਫਕੀਰ ਸੀ, ਜਿਹੜਾ ਉਹ ਫਕੀਰ ਸੀ ਉਹਦੇ ਬਾਰੇ ਉਹ ਇੰਨਾ ਮਤਲਬ ਮੈਸਮੈਟਿਕ ਸੀ ਕਿ ਉਹ ਜਿਸ ਬੰਦੇ ਦੇ ਸਾਹਮਣੇ ਆਉਂਦਾ ਸੀ ਨਾ ਉਹਨੂੰ ਮੰਤਰਮੁਗਧ ਕਰ। ਭਾਈ ਸਾਹਿਬ ਦੇ ਫਾਦਰ ਦੀ ਜੀਵਨੀ 'ਚ ਮੈਂ ਪੜ੍ਹਿਆ ਹੈ ਕਿ ਭਾਈ ਸਾਹਿਬ ਜੀ ਦੇ ਫਾਦਰ ਡਾਕਟਰ ਚਰਨ ਸਿੰਘ ਸੀ ਨਾ, ਉਹਨਾਂ ਨੇ ਜਿਹੜੇ ਆਪਣੇ ਲਾਸਟ ਟਾਈਮ ਤੇ ਇੱਕ ਗੁਰਮੁਖ ਨੂੰ ਸਪੈਸ਼ਲੀ ਕਿਹਾ ਸੀ ਕਿ ਫਲਾਣਾ ਜਿਹੜਾ ਫਕੀਰ ਹੈ ਮੇਰੇ ਪੁੱਤਰ ਨੂੰ ਮਿਲਣਾ ਚਾਹੁੰਦਾ ਹੈ, ਐਂਡ ਇਟਸ ਯੋਰ ਡਿਊਟੀ ਕਿ ਉਹ ਮੇਰੇ ਪੁੱਤਰ ਨੂੰ ਮਿਲ ਨਾ ਪਾਵੇ, ਕਿ ਦੇ ਸ਼ੁਡਨਟ ਕਨਫਰੰਟ ਈਚ ਅਦਰ, ਨਹੀਂ ਤੇ ਉਹ ਆਪਣੀਆਂ ਪਾਵਰਸ ਦੇ ਨਾਲ ਇਹ ਤੇ ਬੁਰਾ ਅਸਰ ਪਾ ਸਕਦਾ ਹੈ। ਕਾਰਨ ਕੀ ਸੀ? ਕਿ ਨਿਊ ਕਿ ਉਹਦੇ ਪੁੱਤਰ ਦੀ ਬੜੀ ਉੱਚੀ ਅਵਸਥਾ ਹੈ, ਪਰ ਉਹਨਾਂ ਨੂੰ ਸੀ ਕਿ ਮੇਰੀ ਡੈਥ ਤੋਂ ਬਾਅਦ ਇਹਦਾ ਥੋੜਾ ਜਿਹੜਾ ਮਨ ਪਰੇਸ਼ਾਨ ਹੋਏਗਾ ਤੇ ਇਹਦੀ ਪਰੇਸ਼ਾਨੀ ਨੂੰ ਉਹ ਵਧਾਵੇਗਾ। ਹੁਣ ਉਹੀ ਜਿਹੜਾ ਫਕੀਰ ਸੀ, ਉਹ ਜਿਹੜਾ ਫਕੀਰ ਹੈ, ਅਖੀਰ ਤੇ ਉਹਨੇ ਜਦੋਂ ਭਾਈ ਸਾਹਿਬ ਨੇ ਪ੍ਰੈਸ ਨੂੰ ਸਾਰੀ ਖੋਲੀ ਸੀ ਤੇ ਉਹਨੇ ਅਖੀਰ ਤੇ ਫਿਰ ਇੱਛਾ ਜ਼ਾਹਰ ਕੀਤੀ। ਉਹਨੇ ਇੱਛਾ ਜ਼ਾਹਰ ਨਹੀਂ ਕੀਤੀ ਜਦੋਂ ਚੇਲੇ ਬਲ ਕੇ ਬੋਲ ਸਾ ਚੇਲੇ ਬਲ ਕੇ ਭਾਈ ਸਾਹਿਬ ਕੋਲ ਆਏ ਕਿ ਭਾਈ ਸਾਹਿਬ ਤੁਹਾਨੂੰ ਇੱਕ ਫਕੀਰ ਦੇ ਦਰਸ਼ਨ ਕਰਾਣੇ ਚਾਹੁੰਦੇ ਆ। ਭਾਈ ਸਾਹਿਬ ਉੱਠ ਕੇ ਤੁਰ ਪਏ, ਚੱਲੇ ਤੇ ਕਹਿੰਦੇ ਭਾਈ ਸਾਹਿਬ ਨੂੰ ਦੁਬਾਰਾ ਫਿਰ ਉਹੀ ਅੰਦਰੋਂ ਮੈਸੇਜ ਆਇਆ ਕਿ ਯੂ ਆਰ ਨੋਟ ਟੂ ਗੋ ਦੇਅਰ। ਭਾਈ ਸਾਹਿਬ ਰੁਕ ਗਏ। ਐਕਚੁਅਲੀ ਕੀ ਉਹ ਜੋ ਹੈਪਨਿੰਗ ਲਿਖੀ ਹੈ ਬੁੱਕ ਦੇ ਵਿੱਚ, ਉਹ ਕਹਿੰਦੇ ਨੇ ਕਿ ਭਾਈ ਸਾਹਿਬ ਨੂੰ ਇੱਕ ਸੁਪਨਾ ਆਇਆ ਕਿ ਇੱਕ ਫਕੀਰ ਹੈ, ਸੁਪਨੇ ਦੇ ਵਿੱਚ ਫਕੀਰ ਉਹਨਾਂ ਨੂੰ ਚੇਲੇ ਆ ਕੇ ਕਹਿੰਦੇ ਨੇ ਕਿ ਤੁਹਾਨੂੰ ਫਕੀਰ ਦੇ ਦਰਸ਼ਨ ਕਰਾਣੇ। ਭਾਈ ਸਾਹਿਬ ਚੱਲ ਪੈਂਦੇ ਨੇ, ਇਟਸ ਆਲ ਹੈਪਨਿੰਗ ਇਨ ਦ ਡ੍ਰੀਮ। ਤੇ ਉਹ ਸੁਪਨੇ ਚੱਲ ਜਾਂਦੇ ਨੇ, ਜਾ ਕੇ ਕੀ ਦੇਖਦੇ ਨੇ ਫਕੀਰ ਦੇ, ਜਦੋਂ ਉਹਦੇ ਰੂਮ ਚ ਐਂਟਰ ਕਰਦੇ ਤਾਂ ਫਕੀਰ ਗੱਦੇ ਲਾ ਕੇ ਬੈਠਾ ਆ। ਤੇ ਭਾਈ ਸਾਹਿਬ ਕਹਿੰਦੇ ਵੀ ਮੈਂ ਉੱਥੋਂ ਵਾਪਸ ਆ ਜਾਣਾ, ਵੀ ਜਿਹੜਾ ਫਕੀਰ ਆਪਣੇ ਆਪ ਨੂੰ ਸਪੈਸ਼ਲ ਪ੍ਰੈਜ਼ੈਂਟ ਕਰਦਾ ਨਾ ਕਿ ਆਮ ਦਾ ਹੈਡ, ਆਈ ਐਮ ਇੰਪੋਰਟੈਂਟ, ਮੈਨੂੰ ਐਸੇ ਫਕੀਰ ਦੀ ਲੋੜ ਹੈ। ਇਹੀ ਚੀਜ਼ ਭਾਈ ਰਣਧੀਰ ਸਿੰਘ ਜੀ ਨਾਲ ਵੀ ਹੋਈ। these things happen। ਭਾਈ ਸਾਹਿਬ ਉੱਥੋਂ ਸੁਪਨੇ 'ਚ ਵਾਪਸ ਆ ਜਾਂਦੇ। ਉਹ ਕਹਿੰਦੇ ਕੀ ਦੇਖਦੇ ਨੇ ਕਿ ਜਦੋਂ ਫਿਰ ਉਹ ਜਿਹੜੇ ਚੇਲੇ ਬਲ ਕੇ ਆਉਂਦੇ ਨੇ ਨਾ ਫਕੀਰ ਦੇ ਮਿਲਣ ਵਾਸਤੇ, ਭਾਈ ਸਾਹਿਬ ਚੱਲਦੇ ਨੇ, ਉਹਨਾਂ ਨੂੰ ਅੰਦਰੋਂ ਮੈਸੇਜ ਆਉਂਦਾ ਕਿ ਹੀ ਮੇ ਬੀ ਦਾ ਸੇਮ ਫਕੀਰ। ਭਾਈ ਸਾਹਿਬ ਰੁਕ ਜਾਂਦੇ ਨੇ ਵੀ ਨਹੀਂ, ਮੇਰਾ ਅੰਦਰੋਂ ਆਵਾਜ਼ ਨਹੀਂ ਆਉਂਦੀ ਮਿਲਣ ਦੀ। ਅਲਟੀਮੇਟਲੀ ਆਫਟਰ ਫਿਊ ਡੇਜ਼ ਉਹ ਫਕੀਰ ਭਾਈ ਸਾਹਿਬ ਨੂੰ ਮਿਲਣ ਵਾਸਤੇ ਆਇਆ ਕਿ ਚਲੋ ਮੈਂ ਭਾਈ ਸਾਹਿਬ ਨੂੰ ਮਿਲਣਾ। ਹੁਣ ਜੋ ਦੱਸਿਆ ਟੂ ਬੀ ਸ਼ੋਰਟ ਕਿ ਉਹ ਫਕੀਰ 6 ਦਿਨ 7 ਦਿਨ ਆਪਣੇ ਚੇਲੇ ਬਾਲ ਕੇ ਨਾਲ ਲੈ ਕੇ ਜਿਹਦੇ ਮਰੀਦ ਹੁੰਦੇ ਨੇ ਆਂਦਾ ਤੇ ਹੀ ਟਰਾਈਸ ਟੂ ਇੰਪ੍ਰੈਸ ਭਾਈ ਸਾਹਿਬ। ਭਾਈ ਸਾਹਿਬ ਉਹਦੀਆਂ ਗੱਲਾਂ ਸੁਣਦੇ ਰਹਿੰਦੇ ਨੇ ਆਰਾਮ ਨਾਲ, ਕੋਈ ਜਵਾਬ ਨਹੀਂ ਦਿੰਦੇ। ਹੀ ਰਿਸਪੌਂਸ ਨੋ ਵੇ, ਨਾਈਦਰ ਪੋਜ਼ਿਟਿਵਲੀ ਨੋਰ ਨੈਗੇਟਿਵ। ਫਕੀਰ 1 ਦਿਨ 2 ਦਿਨ 3 ਦਿਨ 6-7 ਦਿਨ ਇਸ ਤਰ੍ਹਾਂ ਹੁੰਦਾ ਹੈ। ਅਲਟੀਮੇਟਲੀ ਕਹਿੰਦੇ ਔਨ ਦਾ ਵੈਰੀ 8th ਡੇ ਨਾ ਉਹ ਕੱਲਾ ਆ ਕੇ ਭਾਈ ਸਾਹਿਬ ਕੋਲ ਹਾਜ਼ਰ। ਜਦੋਂ ਕੱਲਾ ਆਉਂਦਾ ਹੈ ਤੇ ਭਾਈ ਸਾਹਿਬ ਉਹਨੂੰ ਕੁਰਸੀ ਆਫਰ ਕਰਦੇ ਆ ਲਾਈਕ ਅ ਫਰੈਂਡ, ਤੇ ਉਹਨੂੰ ਕਹਿੰਦੇ ਆਓ ਬੈਠਾ ਗੱਲ ਕਰੀਏ। ਉਹਦਾ ਪਹਿਲਾ ਸਵਾਲ ਇਹ ਹੁੰਦਾ ਕਿ ਭਾਈ ਸਾਹਿਬ ਇੰਨੇ ਦਿਨ ਮੈਂ ਆਇਆ, ਯੂ ਨੈਵਰ ਰਿਸਪੌਂਡਡ, ਨਾ ਤੁਸੀਂ ਮੇਰੀ ਚੀਜ਼ ਨੂੰ ਰਿਐਕਟ ਕੀਤਾ ਨਾ ਰਿਸਪੌਂਡ ਕੀਤਾ, ਵਾਈ ਸੋ। ਉਹ ਫਿਰ ਸਾਰੀ ਡਿਸਕਸ਼ਨ ਦੀ ਹੈ ਤੇ ਉਹ ਡਿਸਕਸ਼ਨ ਤਾਂ ਬਹੁਤ ਲੰਬੀ ਹੋਏਗੀ। ਭਾਈ ਸਾਹਿਬ ਅਲਟੀਮੇਟਲੀ ਉਹਨੂੰ ਇਹ ਦੱਸ ਦਿੰਦੇ ਨੇ ਕਿ ਫਕੀਰ ਜੀ ਜੋ ਤੁਸੀਂ ਕਰਦੇ ਹੋ ਲੋਕਾਂ ਨੂੰ ਇੰਪ੍ਰੈਸ ਕਰਦੇ ਹੋ, ਲੋਕਾਂ ਨੂੰ ਮੈਸਮਰਾਈਜ਼ ਕਰਦੇ ਹੋ, ਪਰ ਅਲਟੀਮੇਟਲੀ ਮੇਰੇ ਨਾਲ ਅੰਦਰ ਦੀ ਗੱਲ ਕਰੋ, ਵਾਟ ਯੂ ਗੇਨ। ਤੇ ਉਹ ਇੱਕ ਅਖੀਰ ਤੇ ਐਡਮਿਟ ਕਰਦਾ ਕਿ ਭਾਈ ਸਾਹਿਬ ਠੀਕ ਹੈ, ਮੈਂ ਲੋਕਾਂ ਨੂੰ ਤੇ ਬੜਾ ਪ੍ਰਭਾਵਿਤ ਕਰ ਸਕਦਾ ਆਪਣੀਆਂ ਗੱਲਾਂ ਨਾਲ, ਲੋਕਾਂ ਨੂੰ ਮੈਂ ਆਪਣੇ ਚੇਲੇ ਵੀ ਬਣਾ ਲੈਣਾ, ਲੇਕਿਨ ਮੇਰੇ ਅੰਦਰ ਜਿਹੜੀ ਰੱਬ ਦੀ ਕਣੀ ਹੈ ਸ਼ਾਂਤੀ, ਉਹ ਨਹੀਂ ਹੈ, ਉਹ ਚੀਜ਼ ਨਹੀਂ ਹੈਗੀ। ਫਿਰ ਭਾਈ ਸਾਹਿਬ ਉਹਨੂੰ ਸਾਰਾ ਜਿਹੜਾ ਉਹਨੂੰ ਕਰਾ ਕੇ ਉਹਨੂੰ ਗਾਈਡ ਕਰਦੇ ਨੇ ਤੇ ਉਹ ਮਤਲਬ ਕਾਫੀ ਚਿਰ ਦਾ ਸੰਗ ਚੱਲਦਾ ਹੈ। ਅਲਟੀਮੇਟਲੀ ਜਿਹੜੀ ਕਨਵਰਜਨ ਦੀ ਗੱਲ ਹੋ ਰਹੀ ਸੀ, ਉਹ ਫਕੀਰ ਜਿਹੜਾ ਆਫਟਰ ਸੋ ਮੈਨੀ ਈਅਰ ਦੱਸਿਆ ਕਿ ਉਹ ਅੰਮ੍ਰਿਤ ਪਾਨ ਕਰਦਾ ਹੈ। ਉਹਦਾ ਅੰਮ੍ਰਿਤ ਪਾਨ ਦਾ ਪ੍ਰਬੰਧ ਭਾਈ ਸਾਹਿਬ ਦੇ ਘਰ ਕੀਤਾ ਜਾਂਦਾ। ਹੁਣ ਮੇਰੇ ਮਨ 'ਚ ਕੁਐਸਚਨ ਆਇਆ, ਮੈਂ ਦੋ ਵਰਡਸ ਕਿਉਂ ਇਨਵੈਂਟ ਕੀਤੇ, ਕਨਵਰਜਨ ਐਂਡ ਅਡਾਪਸ਼ਨ। ਕਿ ਇੱਕ ਪਾਸੇ ਤੇ ਬੁੱਕ ਕਹਿੰਦੇ ਕਿ ਭਾਈ ਸਾਹਿਬ ਹੀ ਨੈਵਰ ਬਿਲੀਵਡ ਇਨ ਕਨਵਰਜਨ। ਕੋਈ ਉਹਨਾਂ ਕੋਲ ਮੁਸਲਮਾਨ ਆਂਦਾ ਸੀ ਤੇ ਉਹਨੂੰ ਨਹੀਂ ਸੀ ਕਹਿੰਦੇ ਤੂੰ ਕਨਵਰਟ ਹੋ, ਕਹਿੰਦੇ ਤੂੰ ਆਪਣੇ ਰਿਲੀਜਨ 'ਚ ਰਹਿ। ਈਵਨ ਐਸ ਮੁਸਲਿਮ ਨੂੰ ਜਦੋਂ ਇਹਨੇ ਸਾਰੀ ਡਿਸਕਸ਼ਨ ਹੋਈ ਨਾ, I would like to just discuss one point। ਅਖੀਰ ਤੇ ਜਦੋਂ ਕਹਿੰਦਾ ਹੈ ਨਾ ਵੀ ਮਤਲਬ ਮੈਨੂੰ ਇਹ ਚੀਜ਼ ਨਹੀਂ ਆਉਂਦੀ, ਤਾਂ ਭਾਈ ਸਾਹਿਬ ਕੁਝ ਬਚਨ ਕਰਦੇ ਨੇ ਕਿ ਜਿਹੜਾ ਚੇਲਾ ਹੈ ਸੇਵਾ ਥੋੜੀ ਮੰਗਨ ਬੋਤਾ, ਰਹਿਣ ਨਾ ਪਾਵੇ ਕਹਿ ਤੋ ਪੋਤਾ, ਜੋ ਪ੍ਰਿਆ ਮਾਣੈ ਤਨ ਕੀ ਰੀਸਾ, ਕੂੜੇ ਮੂਰਖ ਕੀ ਹਾਡੀਸਾ। ਸੋ ਇਹ ਜਿਹੜਾ ਸਾਰਾ ਸ਼ਬਦ ਹੈ, ਅਸੀਂ ਸੇਵਾ ਥੋੜੀ ਹੁੰਦੀ ਫਲ ਜ਼ਿਆਦਾ ਮੰਗਦੇ ਹਾਂ ਤੇ ਆਪਣੇ ਗੁਰੂ ਤੋਂ ਮੁਨਕਰ ਹੋ ਜਾਂਦੇ। ਜਦੋਂ ਇਹ ਵਰਡਸ ਕਹਿੰਦਾ, ਉਹ ਕਹਿੰਦਾ ਇਹ ਵਰਡਸ ਤੇ ਮੇਰੇ ਗੁਰੂ ਦੇ ਗਏ ਨੇ, ਮੇਰੇ ਗੁਰੂ ਨੇ ਮੈਨੂੰ ਇਹ ਚੀਜ਼ਾਂ ਕਹੀਆਂ ਸੀ, ਪਰ ਮੈਂ ਉਦੋਂ ਬੜੀ ਕਾਹਲੀ ਸਾਂ ਕਿ ਮੇਰਾ ਗੁਰੂ ਮੈਨੂੰ ਰਸਤਾ ਨਹੀਂ ਦੇ ਰਿਹਾ ਤੇ ਮੈਂ ਗੁਰੂ ਤੋਂ ਮੁਨਕਰ ਹੋ ਗਿਆ। ਤੇ ਉਹ ਕਹਿੰਦਾ ਪਰ ਹੁਣ ਮੇਰਾ ਜਿਹੜਾ ਅਸਲੀ ਗੁਰੂ ਮੁਸਲਮਾਨ ਗੁਰੂ ਹੈਗਾ ਉਹ ਤੇ ਹੀ ਇਜ਼ ਨੋ ਮੋਰ। ਤੇ ਉਹ ਕਹਿੰਦਾ ਭਾਈ ਸਾਹਿਬ ਮੈਨੂੰ ਅਲਾਓ ਕਰੋ ਕਿ ਮੈਂ ਤੁਹਾਡੇ ਚਰਨਾਂ ਨੂੰ ਛੂਹ ਸਕਾਂ, ਕਿਉਂਕਿ ਤੁਹਾਡੇ ਥਰੂ ਮੈਨੂੰ ਉਹਦੇ ਦਰਸ਼ਨ ਹੋਣ। ਤੇ ਫਿਰ ਭਾਈ ਸਾਹਿਬ ਅਲਾਓ ਕਰਦੇ ਆ ਉਹਨੂੰ ਫੀਟ ਟੱਚਿੰਗ। ਹਾਂਜੀ, ਇੱਕ ਤਾਂ ਮਿੰਟ ਮੈਂ ਸਰਵਾਂਗਾ, ਮੈਨੂੰ ਲੱਗਦਾ ਮੇਰਾ ਟਾਈਮ ਜ਼ਿਆਦਾ ਹੋ ਗਿਆ।
ਜਸਟ ਹਾਂਜੀ 1 year। ਓਕੇ ਹੁਣ ਮੈਂ ਆਪਣੀ ਪਰਸਨਲ ਲਾਈਫ ਤੇ ਆ ਜਾਣਾ। ਅੱਜ ਤੇ ਮੇਰੇ ਆਪਣੇ ਜੀਵਨ ਬਾਰੇ ਕਮੈਂਟ ਨਹੀਂ ਕਰ ਸਕਦਾ ਵੇਅਰ ਆਈ ਸਟੈਂਡ। ਜਦੋਂ ਮੈਂ 84 ਚ ਅੰਮ੍ਰਿਤ ਛਕਿਆ ਨਾ, ਤੇ ਬੀਇੰਗ ਏ ਡਾਕਟਰ ਮੇਰੀ ਮੇਨ ਤੇ ਗਵਰਨਮੈਂਟ ਜੌਬ ਸੀ, ਪਰ ਮੈਂ ਪਾਰਟ ਟਾਈਮ ਸ਼ਾਮ ਨੂੰ ਫ੍ਰੀ ਆਸ 1-2 ਘੰਟੇ ਕਲੀਨਿਕ ਤੇ ਬੈਠਦਾ ਸੀ। ਮੇਰੀ ਕਲੀਨਿਕ ਦੇ ਵਿੱਚ ਉੱਥੇ ਆਸੇ-ਪਾਸੇ ਲੇਬਰ ਕਲਾਸ ਕਾਫੀ ਰਹਿੰਦੀ ਸੀ ਸ਼ਹਿਰ ਦੇ ਵਿੱਚ। ਤੇ ਕੁਝ ਚਿਰੇ ਬਾਅਦ, ਕੁਝ ਮਹੀਨਿਆਂ ਬਾਅਦ ਮੇਰੇ ਕੋਲ ਇੱਕ ਯੂਪੀ ਦਾ ਜਿਹੜਾ ਹਿੰਦੂ ਜੈਂਟਲਮੈਨ, ਜਿਹਨਾਂ ਨੂੰ ਅਸੀਂ ਭਈਏ ਕਹਿੰਦੇ ਨੇ, ਉਹ ਆਇਆ ਤੇ ਮੈਨੂੰ ਕਹਿਣ ਲੱਗਾ ਡਾਕਟਰ ਸਾਹਿਬ ਮੈਂ ਅੰਮ੍ਰਿਤ ਛਕ 85 ਦੀ ਗੱਲ ਹੈਗੀ ਵੀ ਮੈਂ ਅੰਮ੍ਰਿਤ ਛਕਣਾ। ਮੈਂ ਤੁਹਾਨੂੰ ਆਪਣੇ ਅੰਦਰ ਦੀ ਗੱਲ ਦੱਸਦਾ ਕਿ ਸਾਡੀ ਬਿਰਤੀ ਕੀ ਹੁੰਦੀ ਹੈ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਅੰਮ੍ਰਿਤ ਕਿਉਂ ਛਕਣਾ ਚਾਹੁੰਦਾ ਹੈ? ਤੇਰਾ ਲੈਜੈਂਡ ਠੀਕ ਹੈ। ਪਰ ਉਹ ਮੈਨੂੰ ਕਹਿੰਦਾ ਨਹੀਂ, ਹੀ ਬਸ ਮਤਲਬ ਡੈਡ ਡਿਟਰਮਿੰਡ ਕਿ ਮੈਂ ਅੰਮ੍ਰਿਤ ਛਕਣਾ ਹੀ ਛਕਣਾ। ਮੈਂ ਉਹਨੂੰ ਬੜਾ ਡਿਸਕਰੇਜ ਕੀਤਾ ਕਿ ਤੂੰ ਅੰਮ੍ਰਿਤ ਛਕੇਗਾ, ਤੇਰੀ ਕਮਿਊਨਿਟੀ ਹੈ, ਘਰੋਂ ਬਾਹਰ ਹੈ, ਦੇ ਵੋਂਟ ਟੋਲਰੇਟ ਇਟ, ਤੈਨੂੰ ਐਕਸਕਮਿਊਨਿਟ ਕਰ ਦੇਣਗੇ, ਤੇਰਾ ਤੇ ਰਹਿਣਾ ਔਖਾ ਹੋ ਜਾਏਗਾ। ਉਹ ਕਹਿੰਦਾ ਨਹੀਂ ਜੀ ਮੈਨੂੰ ਅੰਮ੍ਰਿਤ ਛਕਾਓ, ਮੈਂ ਛਕਣਾ ਹੀ ਛਕਣਾ। ਮੈਂ ਉਹਨੂੰ ਦੱਸਦਾ। ਹੁਣ ਮੈਂ ਮਨ ਦੀ ਬਿਰਤੀ ਦੀ ਗੱਲ ਦੱਸਦਾ। ਕਨਵਰਜਨ, ਸਾਡੇ ਮਨ ਕਿੱਥੇ ਬੈਠੇ ਹੁੰਦੇ ਆ। ਇੱਕ ਪਾਸੇ ਤੇ ਮੈਂ ਉਹਨੂੰ ਡਿਸਕਰੇਜ ਕਰਦਾ ਰਿਹਾ ਕਿ ਨਹੀਂ ਤੂੰ ਅੰਮ੍ਰਿਤ ਨਾ ਛਕ, ਤੂੰ ਆਪਣੇ ਧਰਮ ਦੇ ਵਿੱਚ ਰਹਿ। ਪਰ ਜਦੋਂ ਉਹਨੇ ਕੰਪੈਲ ਕੀਤਾ ਤੇ ਅਲਟੀਮੇਟਲੀ ਮੈਨੂੰ ਲੱਗਣਾ ਸ਼ੁਰੂ ਹੋ ਗਿਆ ਕਿ ਯਾਰ ਦਿਸ ਵਿਲ ਗਿਵ ਮੀ ਇੰਪੋਰਟੈਂਸ ਟੂ, ਵੀ ਇਹ ਡਾਕਟਰ ਸਾਹਿਬ ਦੇ ਟੱਚ ਵਿੱਚ ਆਇਆ, ਮੇਰਾ ਪੇਸ਼ੈਂਟ ਸੀ ਤੇ ਇਹਨੇ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ। ਮਤਲਬ ਵੀ ਆਰ ਸੋ ਇਗੋਇਸਟਿਕ। ਹਿਡਨ ਈਗੋ ਇੰਨੀ ਸਾਡੀ ਹੁੰਦੀ ਹੈ ਕਿ ਮੇਰੀ ਫੀਲਿੰਗ ਇੱਧਰ ਜਾਣੀ ਸ਼ੁਰੂ ਹੋ ਗਈ ਕਿ ਭਾਵੇਂ ਉਹਨੂੰ ਮੈਂ ਕਨਵਿੰਸ ਵੀ ਨਹੀਂ ਕਰ ਰਿਹਾ ਤੇ ਵੀ ਯਾਰ ਇਹਦਾ ਕ੍ਰੈਡਿਟ ਮੈਨੂੰ ਜਾਏਗਾ, ਸ਼ਾਇਦ ਮੈਂ ਬੜਾ ਗ੍ਰੇਟ ਪਰਸਨ ਬਣ ਗਿਆ। ਸੋ ਸਾਡੇ ਅੰਦਰ ਜਿਹੜੀ ਸੋਚ ਹੁੰਦੀ ਹੈ, ਸਾਡੇ ਅੰਦਰ ਰਿਲੀਜੀਅਸ ਜਿਹੜੀ ਹਉਮੈ ਹੁੰਦੀ ਹੈ ਨਾ, ਰਿਲੀਜੀਅਸ ਈਗੋ ਹੁੰਦੀ ਹੈ, ਇਟ ਡਸਨਟ ਗੋ ਈਜ਼ੀਲੀ। ਤੇ ਜਿਹੜੇ ਵੱਡੇ ਮਹਾਂਪੁਰਖ ਹੁੰਦੇ ਨੇ, ਮੈਂ ਬਾਬਾ ਨਾਨਕ ਸਿੰਘ ਜੀ ਨੂੰ ਪੜ੍ਹਿਆ ਹੈ, ਗੁਰੂ ਨਾਨਕ ਸਾਹਿਬ ਨੂੰ ਜੇ ਅਸੀਂ ਕਹਿੰਦੇ ਆ ਤੇ ਅਸੀਂ ਅੱਜ ਕਹਿੰਦੇ ਆ ਵੀ ਜੀ ਸਿੱਧਾ ਨੇ ਗੁਰੂ ਸਾਹਿਬ ਦੀ ਗੱਲ ਨਹੀਂ ਮੰਨੀ। ਗੁਰੂ ਨਾਨਕ ਨੈਵਰ ਵੈਂਟ देयर ਟੂ ਕਨਵਰਟ them, ਜੋ ਮੇਰਾ ਪਰਸਨਲ ਰਾਏ ਹੈ। He never wanted to convert them. He wanted to show them the way. He wanted a yogi to be yogi, but he just wanted to show them the way, and that he showed them. That's all. ਓਕੇ ਜੀ, ਥੈਂਕ ਯੂ ਜੀ, ਬਿਊਟੀਫੁਲੀ ਸੈਡ। ਉਹ ਗੁਰਮੁਖ ਜੀਵਨ ਹੈ ਜਿਹੜੀ ਕਿਤਾਬ, ਉਹਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਹੈ ਕਨਵਰਸੇਸ਼ਨ ਦਾ। ਆਪਣੇ ਗਿਆਨੀ ਮਹਾਂ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਹੋਇਆ ਇਹਦੇ ਬਾਰੇ ਵੀ। ਹਾਂਜੀ ਹਾਂਜੀ, ਅਸਲ 'ਚ ਇਹ ਅਵਸਥਾ ਹੀ ਹੁੰਦੀ ਹੈ ਗੁਰਮੁਖਾਂ ਦੀ ਨਾ। ਦੇਖੋ ਪ੍ਰੋਫੈਸਰ ਪੂਰਨ ਸਿੰਘ ਨੇ ਕਿੰਨੀ ਅੰਮ੍ਰਿਤ ਛਕਣ ਦੀ ਅਭਿਲਾਸ਼ਾ ਪ੍ਰਗਟ ਕੀਤੀ ਸੀ। ਭਾਈ ਸਾਹਿਬ ਮੰਨੇ ਨਹੀਂ ਕਹਿੰਦੇ ਨਾ, ਕਦੇ ਤੂੰ ਬੋਧੀ, ਕਦੇ ਸੰਨਿਆਸੀ, ਕਦੇ ਤੇ ਤੇਰੇ ਮਨ ਦੇ ਵਿੱਚ ਸਥਿਰਤਾ ਨਹੀਂ ਆਈ ਹਲੇ, ਜਿਹਦੀਆਂ ਗੱਲਾਂ ਬਾਤਾਂ ਸੁਣ ਕੇ ਤੂੰ ਇੰਪ੍ਰੈਸ ਹੋ ਜਾਂਦਾ, ਇੰਟੈਲੀਜੈਂਟ ਬਹੁਤ ਹੈ, ਪੱਕਾ ਹਲੇ ਆਪਣੇ ਮਨ ਦੇ ਵਿੱਚ ਪੱਕਾ ਵਿਸ਼ਵਾਸ ਲੈ ਕੇ ਆ। ਕਿਉਂਕਿ ਇਹ ਗੁਰਮੁਖਾਂ ਦੇ ਹੀ ਕੁਛ ਉਹਨਾਂ ਦਾ ਆਪਦਾ ਨਹੀਂ ਹੁੰਦਾ, ਉਹ ਰੂਹਾਂ ਕੁਛ ਹੋਰ ਹੀ ਸੀਗੀਆਂ। ਹਾਂਜੀ, ਮਾਸਟਰ ਤਾਰਾ ਸਿੰਘ ਉਹਨਾਂ ਨੂੰ ਤੁਸੀਂ ਦੇਖੋ, ਉਹਨਾਂ ਨੂੰ ਲੈ ਕੇ ਆਉਣਾ ਜਦੋਂ ਕਿ ਲੋਕੀ ਕਹਿੰਦੇ ਪਹਿਲਾਂ ਆਪਦੇ ਕਕਾਰ ਰੱਖੋ ਜੀ। ਮਾਸਟਰ ਤਾਰਾ ਸਿੰਘ ਦਾ ਫਸਟ ਬੌਰਨ ਕਹਿੰਦੇ ਜਿਹਨੇ ਕਕਾਰ ਬਾਅਦ ਚ ਰੱਖੇ ਨੇ, ਅੰਮ੍ਰਿਤ ਛਕਣ ਤੋਂ ਬਾਅਦ, ਪਹਿਲਾਂ ਨਹੀਂ ਸੀ। ਪਰ ਉਹ ਰੱਬੀ ਰੂਹਾਂ ਦੇ ਮਿਲਾਪ ਤੇ ਉਹਨਾਂ ਦਾ ਜਿਹੜਾ ਇੰਪ੍ਰੈਸ਼ਨ ਆ, ਉਹਦੀਆਂ ਮਹਾਰਾਜ ਦੀਆਂ ਬਾਤਾਂ ਉਹੀ ਜਾਣਨ ਜੀ। ਹਾਂਜੀ ਹਾਂਜੀ, ਵੀਰ ਜੀ ਜਸਵੀਰ ਸਿੰਘ ਜੀ ਭਾਟੀਆ, ਤੁਸੀਂ ਕੀ ਕਹਿਣਾ ਚਾਹੋਗੇ ਭਾਈ ਵੀਰ ਸਿੰਘ ਹੁਣਾਂ ਦੀ ਕੰਟਰੀਬਿਊਸ਼ਨਸ ਤੇ ਉਹਨਾਂ ਦੀ ਜਿਹੜੀ ਰੈਲੇਵੈਂਸ ਆ ਸਾਡੇ ਅੱਜ ਦੇ ਜੀਵਨ ਦੇ ਵਿੱਚ ਕੁਝ ਅਗਲੇ 5 ਮਿੰਟਾਂ ਲਈ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਬੜੇ ਸੋਹਣੇ ਵਿਚਾਰ ਪ੍ਰਗਟ ਕੀਤੇ ਗਏ ਨੇ ਤੇ ਆਈ ਵਾਸ ਵੈਰੀ ਇੰਪ੍ਰੈਸਡ। ਮੇਰੀ ਤੇ ਬੜੀ ਤੁੱਛ ਨੌਲੇਜ ਹੈ। ਇਨ ਐਨੀ ਕੇਸ, ਪਹਿਲੀ ਗੱਲ ਤੇ ਹੈ ਕਿ ਭਾਈ ਵੀਰ ਸਿੰਘ ਜੀ ਦਾ ਜੋ ਪਰਿਵਾਰਿਕ ਵਿਰਸਾ ਸੀ, ਉਹ ਬਾਈ ਇਟਸੈਲਫ ਵਾਸ ਵੈਰੀ ਵੈਰੀ ਗ੍ਰੇਟ, ਔਰ ਬੜੇ ਹਾਈ ਲੈਵਲ ਦੀ ਲਿਟਰੇਰੀ ਫੈਮਿਲੀ ਸੀ। ਉਹਨਾਂ ਦੇ ਫਾਦਰ ਸਾਹਿਬ ਸਰਦਾਰ ਡਾਕਟਰ ਚਰਨ ਸਿੰਘ ਜੀ, ਉਹਨਾਂ ਦੇ ਦਾਦਾ ਜੀ ਭਾਈ ਕਾਨ ਸਿੰਘ ਜੀ, ਔਰ ਉਹਨਾਂ ਦਾ ਵਿਰਸਾ ਹੈ ਜੋ ਦੀਵਾਨ ਕੌੜਾ ਮਲ ਤੋਂ ਚੱਲਦਾ ਹੈ, ਜਿਹੜੇ ਕਿ ਮੁਲਤਾਨ ਦੇ ਵਾਈਸ ਗਵਰਨਰ ਵੀ ਰਹਿ ਚੁੱਕੇ ਨੇ। ਔਰ ਇਸੇ ਤਰ੍ਹਾਂ ਹੀ ਉਹਨਾਂ ਦੇ ਨਾਨਕਿਆਂ ਵੱਲੋਂ ਵੀ ਸਾਰੇ ਬੜੇ ਹੀ ਉੱਚੀ ਹਸਤੀ ਵਾਲੇ ਲੋਕ ਸਨ। ਇਸ ਵਾਸਤੇ ਉਹਨਾਂ ਦਾ ਇੱਕ ਲਿਟਰੇਰੀ ਐਟੀਟਿਊਡ ਹੋਣਾ ਇੱਕ ਨਾਰਮਲ ਚੀਜ਼ ਬਣ ਜਾਂਦੀ ਹੈ, ਕਿਉਂਕਿ ਪਰਿਵਾਰ ਦੇ ਵਿੱਚ ਮਾਹੌਲ ਹੀ ਐਸਾ ਸੀ। ਲੇਕਿਨ ਉਹਨਾਂ ਨੇ ਇਸ ਨੂੰ ਫਿਰ ਜੋ ਫੈਲਾਇਆ ਹੈ ਜਿਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਕਿ ਮੈਂਸ਼ਨ ਕੀਤਾ ਹੈ ਕਿ ਉਹਨਾਂ ਨੇ ਪਹਿਲੇ ਆਪਣਾ ਪ੍ਰੈਸ ਸ਼ੁਰੂ ਕੀਤੀ, ਪ੍ਰੈਸ ਦੇ ਨਾਲ ਫਿਰ ਉਹਨਾਂ ਨੇ ਇੱਕ ਕੀ ਕਹਿੰਦੇ ਨੇ ਟਰੈਕਟ ਖਾਲਸਾ ਟਰੈਕਟ ਸ਼ੁਰੂ ਕੀਤਾ, ਜਿਹਦੇ ਥਰੂ ਉਹਨਾਂ ਨੇ ਆਪਣੇ ਜਿੰਨੇ ਛੋਟੇ ਜਿਹੇ ਪੈਂਫਲੇਟ ਸੀਗੇ ਜਾਂ ਰਾਈਟਿੰਗ ਸੀਗੀਆਂ ਉਹ ਕਨਵੇ ਕਰਨ ਦੀ ਕੋਸ਼ਿਸ਼ ਕੀਤੀ।
ਔਰ ਉਹਦੇ ਥਰੂ ਹੀ ਫਿਰ ਉਹਨਾਂ ਨੇ ਇੱਕ ਖਾਲਸਾ ਸਮਾਚਾਰ ਵੀ ਸ਼ੁਰੂ ਕਰ ਦਿੱਤਾ ਸੀ। So he created the channels of distributing or conveying his ideas and knowledge to the people at the common level. That was very important. एक इतिहासकार होना, खुद लिटरेरी होना, वो ठीक है, किताब लेके चले जाना, किसी ने पढ़ी नहीं पढ़ी, पर उन्होंने जो उसका जो कॉमन मैन तक उन्हें पहुंचाने की कोशिश थी ना, जो चैनल्स क्रिएट की थी, दैट वाज मोस्ट इंपॉर्टेंट। और दूसरी गल जो साडी बीबी रमनदीप कौर ने कही है, रेलेवेंस देखो, पंजाब दे विच पंजाबी लैंग्वेज दा कोई पहले कोई ना स्टेटस नहीं सीगा। ठीक है, लोगों की बोली हैगी सी, आम लोग देखो, मैं 1947 गल करदा, पहला जो राजे महाराज सी, इवन महाराजा रणजीत सिंह टाइम भी मैं क्या पर्शियन लैंग्वेज ही ऑफिशियल लैंग्वेज सी। उस तो बाद फिर उर्दू लैंग्वेज आ गई। 1947 भी जब आए हैं, ज्यादा सारे काम उर्दू च होंदे सी, पंजाबी तो कोई जानदा ही नहीं सी। सो इट वाज जस्ट अ वेरी अनइंपॉर्टेंट लो लेवल लैंग्वेज। पर भाई वीर सिंह जी ने उस लैंग्वेज नूं एक हाई लेवल मॉडल लैंग्वेज ते लेवल ते लियाना जिहड़ा सी ना, दैट वाज वन ऑफ द ग्रेटेस्ट कंट्रीब्यूशन। और आज पंजाब के अंदर जो पंजाबी लैंग्वेज है, इट हैज ए स्टेटस ऑफ ए मॉडर्न लिटरेरी लैंग्वेज। नॉट ओनली सिर्फ उन्होंने इसनूं बढ़ाया भी, इन्हें रिफॉर्म भी किया, इसकी वोकैबुलरी इंक्रीज की। सो टू क्रिएशन ऑफ ए मॉडर्न लैंग्वेज, जिस तरह रमनदीप ने कहा कि अंग्रेज़ों ने वो कायदे सब लैके बाई करके साढ़े, ताकि सारी लैंग्वेज खत्म हो, ये साढ़े थ्रेट अज भी है। आदमी पता होना चाहिए, पंजाब के अंदर जिन्नी कोशिश की जा रही है एजुकेशन थ्रू, यू नो हु द पीपल रिस्पॉन्सिबल फॉर दैट। ये जी पंजाबी एक बैकवर्ड लैंग्वेज है, हिंदी इज ए मॉडर्न लैंग्वेज, हिंदी इज अपर क्लास लैंग्वेज, और बच्चे डिस्करेज करते हैं स्कूलों में पंजाबी बोलने तो। आप देख लो, अमृतसर तक जाओ, चंडीगढ़ जिथे जाओ, बच्चे सब हिंदी बोलते हैं। ये बड़े दुखांत है, बड़े दुख की गल है। तो सो लोड़ है सानू उन्होंने दी इस लैंग्वेज की जो स्टेटस क्रिएट किया है उन्हें मेनटेन करने वास्ते। और मैं तो एक दो होर प्लेटफॉर्म पे बेनती करी है कि जिन्हें साढ़े मॉडर्न राइटर्स हैं, स्कॉलर्स हैं, उन्होंने जिन्हें भी शब्दावली जी सानू गुरु ग्रंथ साहब विचों लैके जी कि ईजी है, ईजी अंडरस्टैंडेबल हैगी, उन्होंने मॉडर्न लैंग्वेज इंक्लूड किया जाए, ताकि गुरु ग्रंथ साहब भी करंट रहन सारे। ये ना हो सानू तो समझ नहीं आती, बड़ी पुरानी लैंग्वेज है, नहीं, इट शुड बी मेड ए मॉडर्न लैंग्वेज। सो इस पद्धर ते मैं महसूस करदा कि जो भाई वीर सिंह की कंट्रीब्यूशन है इस इमेंस कंट्रीब्यूशन। और बाकी आप जो जानते हो किस तरह उन्होंने जो बुक्स लिखियां सिख वैल्यूज ने प्रमोट करने वास्ते, सुंदरी दे किताब लिखी, लेडीज नूं औरतां दी वैल्यू वधाउण वास्ते संसार दे विच उन्हां नूं बहादरी दा दर्जा देण वास्ते ओहदियां 42 एडिशनस होईयां सुंदरी दियां, और 1 मिलियन कापीज उसदियां प्रिंट होईयां। बाकी दे दूसरी किताबां जो सी उन्हां दे बाद च आईयां, लेकिन पैटर्न वही सीगा, सिख वैल्यूज नूं उभार के उन्हां नूं लोकां सामने लियाउण दी कोशिश करनी। सो ये बड़ी वड्डियां उन्हां दियां कंट्रीब्यूशनस हन, और वेरी वेरी रेलेवेंट इवन टुडे। और सानू उन्हां दी जो कंट्रीब्यूशन है उसनूं अपहोल्ड करन दी लोड़ है। बड़ा वड्डा स्ट्रगल है जी ये मॉडर्न इंडिया दे विच पंजाबी लैंग्वेज नूं बरकरार रखना, ਉਹਦੇ स्टेटस नूं, और उसनूं डिग्रेड नहीं होण देना, ये साडी सारी कौम दे सामने एक बड़ा वड्डा चैलेंज है। सो इन्हें शब्द प्रवान करना जी। वाहिगुरू खालसा वाहिगुरू। थैंक यू जी। वाहिगुरू जी का खालसा वाहिगुरू जी की फतेह जी। नहीं, बहुत थोड़ा अच्छा है, ये ठीक है। ये साडे कोल जिहड़े चैलेंजेस ने वो जिहड़ियां उन्हां ने वो जिहड़े भाई वीर सिंह वाले सज्जन सीगे उन्हां दियां स्पैशली ओह ते नाल उन्हां दे साथी हैं जी, जिहड़े सुंदर सिंह मजीठीआ दूजियां नूं लै के जिहड़े उस वेले दे जिहड़े चंगे जिहड़े समाज दे विच भी ब्रिटिश गवर्नमेंट नाल भी उन्हां दे तालुका सी, उन्हां नाल मिल के उन्हां ने किवें उन्हां ने जिहड़ियां ने अपॉर्चुनिटीज क्रिएट कीतियां, इकनॉमिक अपॉर्चुनिटीज, सोशल रिफॉर्म दी अपॉर्चुनिटीज, ते उन्होंने जेड़े ने एक पंजाब एंड सिंध बैंक की स्थापना की, सिखां नूं एजुकेशन दे उत्ते जोर देण लई एजुकेशनल कॉन्फ्रेंसिस वगैरह का जोर अज दे उन्हां दी रेलेवेंस नूं मद्देनज़र रखदे होए
ਇਹ ਅੱਜ ਦਾ ਜੇ ਤੁਸੀਂ ਦੇਖੋ ਜਿਹੜਾ ਸੁਣਨ ਦੇ ਵਿੱਚ ਆ ਰਿਹਾ, ਤਰਲੋਚਨ ਸਿੰਘ ਮਾਈਨੋਰਿਟੀ ਕਮਿਸ਼ਨ ਵਾਲੇ ਚੀਫ ਖਾਲਸਾ ਦੀਵਾਨ ਦੇ ਉੱਤੇ ਬੋਲੇ, ਉਹ ਆ ਕੇ ਕਹਿ ਰਹੇ ਨੇ ਤੁਹਾਡਾ ਯੂਥ ਕੀ ਕਰ ਰਿਹਾ, ਤੁਹਾਡੇ ਕਿੱਥੇ ਲੋਕੀ ਨੇ, ਚੀਫ ਸੈਕਟਰੀ ਕੋਈ ਬੰਦਾ ਪੱਗ ਵਾਲਾ ਹੈ ਹੀ ਨਹੀਂ ਕੋਈ, ਤੇ ਜਿਹੜੇ ਦੂਜੇ ਬੰਦੇ ਨੇ ਅਨਇੰਪਲੋਇਮੈਂਟ ਇੰਨੀ ਆ, ਐਜੂਕੇਸ਼ਨ ਦਾ ਇੰਨਾ ਸਥਾਨ ਪੰਜਾਬ ਦੇ ਵਿੱਚ ਸਿੱਖਾਂ ਦੇ ਬੱਚਿਆਂ ਦਾ ਮਾੜਾ ਹੈ, ਕਿਉਂ ਨਹੀਂ ਤੁਸੀਂ ਕੋਈ ਆਪਦੇ ਇੰਟਰਨੈਸ਼ਨਲ ਸਿੱਖ ਐਜੂਕੇਸ਼ਨ ਫੰਡ ਕ੍ਰੀਏਟ ਕਰੋ, ਸਕਾਲਰਸ਼ਿਪ ਕ੍ਰੀਏਟ ਕਰੋ, ਓਪਰਚੁਨਿਟੀਜ਼ ਕ੍ਰੀਏਟ ਕਰੋ, ਪਹਿਲਾਂ ਤਾਂ ਵਿਦਿਆ ਦੇ ਤੌਰ ਤੇ, ਫਿਰ ਇਕਨੋਮਿਕ ਓਪਰਚੁਨਿਟੀਜ਼ ਜਿੱਥੋਂ ਬੱਚੇ ਸਿੱਖ ਸਕਣ ਤਾਂ ਕਿ ਤੁਹਾਡਾ ਨਾਂ ਹੋਵੇ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਦੱਸਦਾ, ਇੱਕ ਅੱਧੇ ਮਿੰਟ ਦੇ ਵਿੱਚ। ਅੱਜ ਤੋਂ 10-12 ਸਾਲ ਹੋਏ ਸਾਨੂੰ ਵਰਲਡ ਬੈਂਕ ਦੇ ਉੱਤੇ ਇਹਨਾਂ ਨੇ ਬੁਲਾਇਆ, ਅਸੀਂ ਉੱਥੇ ਇੰਟਰਫੇਥ ਦਾ ਪ੍ਰੋਗਰਾਮ ਸੀਗਾ, ਵੋਲਸਨ ਸੀਗਾ ਉਦੋਂ ਉੱਥੇ ਉਹਦਾ ਪ੍ਰੈਜ਼ੀਡੈਂਟ, ਅਸੀਂ ਸ਼ਬਦ ਪੜ੍ਹਿਆ, ਉਹ ਬੜਾ ਪ੍ਰਭਾਵਿਤ ਹੋਇਆ, ਕਹਿੰਦਾ 6 I'm very proud of you, you can bring Manmohan Singh anytime and they can run over the bank and this world will be a better place। ਦੇਖੋ ਜਿਨ੍ਹਾਂ ਲੋਕਾਂ ਨੇ ਨਾਮਣਾ ਕੱਟਿਆ, ਜਿਨ੍ਹਾਂ ਦਾ ਹੈ ਹੀ, ਉਹਨਾਂ ਕੋਲੇ ਟਾਈਮ ਨਹੀਂ ਹੁੰਦਾ, ਸਿਰਫ ਅੱਧੇ ਮਿੰਟ 1 ਮਿੰਟ ਜੀ ਆਪਦੀ ਗੱਲਬਾਤ ਉਹ ਕਰ ਗਿਆ। ਸੋ ਆਹੇ ਜੀਆਂ ਓਪਰਚੁਨਿਟੀ ਚੀਜ਼ਾਂ ਕਿਵੇਂ ਕ੍ਰੀਏਟ ਕੀਤੀਆਂ ਜਾਣ। ਹਾਂਜੀ ਵੀਰ ਜੀ, ਕਿਰਪਾਲ ਸਿੰਘ ਜੀ, ਆਲ ਕਮ ਟੂ ਯੂ, ਤੁਸੀਂ ਦੱਸੋ ਆਪਦੇ ਵਿਊ ਪੁਆਇੰਟ ਜੀ। ਥੈਂਕ ਯੂ। ਹੈ ਤਾਂ ਵਾਰੀ ਡਾਕਟਰ ਵਾਸੂ ਦੀ, ਪਰ ਮੈਨੂੰ ਵੀ ਲੈ ਕੇ ਆਉਂ। ਹਾਂਜੀ, ਚੱਲ ਰਹੀ ਹੈ ਗੱਲ, ਮੈਂ ਇਹਦੇ ਵਿੱਚ ਹਿੱਸਾ ਲੈਣਾ ਚਾਹਨਾ। ਹਾਂਜੀ, ਫਸਟ ਆਫ ਆਲ ਮੈਂ ਸਾਰਿਆਂ ਦਾ ਵੈਰੀ ਗ੍ਰੇਟਫੁਲ ਟੂ ਆਲ ਆਫ ਯੂ ਕਿ ਤੁਸੀਂ ਆਪਣੇ ਵਿਚਾਰ ਪੇਸ਼ ਕੀਤੇ ਨੇ, ਤੇ ਸਪੈਸ਼ਲੀ ਨਾਈਸ ਟੂ ਸੀ ਨਿਊ ਫੇਸਿਸ ਇਨ ਦ ਪ੍ਰੋਗਰਾਮ। ਤੇ ਆਈ ਵਾਂਟ ਟੂ ਟਾਕ ਲਿਟਲ ਬਿਟ ਅਬਾਊਟ ਰਮਨਦੀਪ ਨੇ ਜਿਹੜੀਆਂ ਗੱਲਾਂ ਕੀਤੀਆਂ ਨੇ, ਰੈਲੇਵੈਂਸ ਕੀ ਨੇ। ਹੀ ਰੀਅਲੀ ਹਿੱਟ ਦਾ ਪੁਆਇੰਟ ਕਿ ਬਈ ਇਹ ਜਿਹੜੀ ਰੈਲੇਵੈਂਸ ਹੈ, ਜੇ ਉਹ ਨਹੀਂ ਰਹਿੰਦੀ ਤੇ ਉਹਦਾ ਫਿਰ ਫਾਇਦਾ ਕੀ ਹੈ, ਉਹਦੀ ਮੀਨਿੰਗਫੁਲਨੈਸ ਉਹਦਾ ਕੀ ਹੈ, ਰੈਲੇਵੈਂਸ ਤੋਂ ਬਗੈਰ ਕਿਉਂ ਅਸੀਂ ਲਰਨ ਕਰੀਏ ਉਹ ਚੀਜ਼ਾਂ ਨੂੰ। ਤੇ ਰੈਲੇਵੈਂਸ ਜਿਹੜੀ ਹੈ ਇਹ ਪੈਦਾ ਕਰਨ ਦੇ ਲਈ ਸਾਨੂੰ ਆਪਣੇ ਸਮਾਜਿਕ ਸਿਚੁਏਸ਼ਨ ਤੇ ਲੋੜ ਹੈ। ਗੁਰੂ ਨਾਨਕ ਸਾਹਿਬ ਨੇ ਜਿਹੜਾ ਸਿੱਖ ਧਰਮ ਸੀਗਾ, ਜਾਂ ਸਿੱਖ ਫਿਲਾਸਫੀ, ਜਾਂ ਸਿੱਖ ਵੈਲਿਊ ਸਿਸਟਮ ਜਿਹੜਾ ਉਹ ਜਦੋਂ ਦੱਸਿਆ, ਜਦੋਂ ਉਹਨਾਂ ਨੇ ਕਿਹਾ ਅਸੀਂ ਕਹਿੰਦੇ ਹਾਂ ਨਾ ਹਿੰਦੂ ਨਾ ਮੁਸਲਮਾਨ ਤੇ ਜਗਤ ਦੀ ਭਲਾਈ ਦੇ ਲਈ ਇਕੱਠੇ ਹੋਏ, ਏਡੀ ਏਡੀ ਦੂਰ ਗਏ ਚੱਕਰ, ਉਹਨਾਂ ਨੇ ਕੀ ਕੀਤਾ, ਗਰੀਬ ਨੂੰ ਗਲੇ ਲਾਇਆ। ਭਾਈ ਲਾਲੋ ਦੇ ਕੋਲੇ ਜਾ ਕੇ ਰਹਿੰਦੇ ਨੇ, ਤੇ ਮਲਕ ਭਾਗੋ ਬਾਰੇ ਜਿਹੜੇ ਸਰਮਾਏਦਾਰ ਗਲਤ ਤਰੀਕੇ ਨਾਲ ਕਰਦੇ ਸੀ ਇਕੱਠਾ, ਉਹਨੂੰ ਰਿਜੈਕਟ ਕੀਤਾ। ਭਾਈ ਦੁਨੀ ਚੰਦ ਨੂੰ ਉਪਦੇਸ਼ ਦਿੱਤਾ ਕਿ ਵੀ ਕਿਸ ਤਰ੍ਹਾਂ ਤੁਸੀਂ ਮਾਇਆ ਇਕੱਠੀ ਕਰਨ ਦੇ ਬਜਾਏ ਲੋਕਾਂ ਦਾ ਖੂਨ ਚੂਸ ਕੇ ਕਿਵੇਂ ਲੋਕ ਭਲਾਈ ਦੇ ਲਈ ਲਾਉਣ ਦੀ ਲੋੜ ਹੈ। ਫਿਰ ਮੁੜ ਕੇ ਸਾਡਾ ਜਿਹੜਾ ਸਿੱਖ ਜਗਤ ਆ ਉਹ ਸਰਮਾਏਦਾਰੀਆਂ ਨੇ ਹਾਈਜੈਕ ਕਰ ਲਿਆ। ਜਿਹੜਾ ਗਰੀਬ ਹੈ, ਜਿਹਦੇ ਲਈ ਸਿੱਖ ਮਿਸ਼ਨ ਸ਼ੁਰੂ ਹੋਇਆ, ਜਿਹਦੇ ਲਈ ਮਹਾਰਾਜ ਈਵਨ ਅਸੀਂ ਪੜ੍ਹਦੇ ਹਾਂ, ਖਾਲਸਾ ਸੋਜੋ ਨਿਰਧਨ ਕੋ ਪਾਲੇ, ਖਾਲਸਾ ਸੋਜੋ ਦੁਸ਼ਟ ਗੱਲ ਹੈ, ਉਹ ਗੱਲ ਹੀ ਭੁੱਲ ਗਏ ਅਸੀਂ ਨਿਰਧਨ ਨੂੰ ਪਾਲਣ ਦੀ। ਤੇ ਜਿੰਨੇ ਵੀ ਸਲਾਮਾਂ ਨੇ, ਜਿੰਨਾ ਵੀ ਸਾਰਿਆਂ ਦੀ ਗੱਲ ਕੀਤੀ ਜਾਂਦੀ ਹੈ, ਉਹ ਉਹਨਾਂ ਲੋਕਾਂ ਦੀ ਹੈ ਜਿਹੜੇ ਵੱਡੇ ਵੱਡੇ ਸੋ ਕਾਲਡ। ਉਹ ਜਿਹੜੇ ਸੋ ਕਾਲਡ ਵੱਡੇ ਵੱਡੇ ਨੇ, ਉਹਨਾਂ ਦਾ ਤਾਂ ਕੋਈ ਸੁਸਾਇਟੀ ਦੇ ਨਾਲ ਜਿਹੜਾ ਹੈਗਾ ਰਿਸ਼ਤਾ ਹੀ ਨਹੀਂ, ਉਹ ਤਾਂ ਸੈਲਫ ਸੈਂਟਰਡ ਲੋਕ ਨੇ। ਉਹਦਾ ਆਪਣੀ ਭਲਾਈ ਜਾਂ ਉਹ ਗਵਰਨਮੈਂਟ ਦੇ ਜਿਹੜੇ ਸਰਵੈਂਟਸ ਨੇ ਉਸ ਹਿਸਾਬ ਨਾਲ ਗੱਲਾਂ ਕਰਨੀਆਂ ਨੇ। They are not really to facilitate the growth of the people. They are to facilitate the government policies, ਵੀ ਉਹਨਾਂ ਨੂੰ ਕਿਵੇਂ ਕਰਨਾ ਹੈਗਾ। ਤੇ ਠੀਕ ਹੈ, ਸਾਨੂੰ ਲੋੜ ਆ IAS ਆਫਿਸਰ, IPS ਆਫਿਸਰ, ਪਰ ਉਹਨਾਂ ਨੇ ਸਮਾਜ ਦੀ ਤਾਂ ਤਰੱਕੀ ਨਹੀਂ ਕਰਨੀ। ਸਮਾਜ ਦੀ ਤਰੱਕੀ ਦੇ ਸਾਡੇ ਲੋਕਾਂ ਨੇ ਵਿਚਾਰਧਾਰਾ ਜਿਹੜੀ ਹੈ ਗੁਰੂ ਦੀ ਅਪਣਾ ਕੇ, ਤੇ ਉਹਨਾਂ ਦੇ ਜੀਵਨੀਆਂ ਤੋਂ ਤੇ ਉਹਨਾਂ ਦੇ ਬਾਣੀ ਤੋਂ ਸਬਕ ਸਿੱਖੇ ਤਾਂ ਹੀ ਹੋ ਸਕਦੀ ਹੈ। ਜੇ ਉਹਦੀ ਫਾਊਂਡੇਸ਼ਨ ਨਹੀਂ ਜਿੰਨਾ ਚਿਰ ਬਣੂਗੀ, ਉਹਨਾਂ ਚਿਰ ਕੁਛ ਨਹੀਂ ਹੋ ਸਕਦਾ। ਚਾਹੇ ਤੁਸੀਂ ਡਾਕਟਰ ਬਣ ਜਾਓ, ਇੰਜੀਨੀਅਰ ਬਣ ਜਾਓ, ਜੋ ਸਿਰਫ ਤੁਸੀਂ ਕੁਨਵਾ ਪਰਵਰੀ ਹੀ ਸਿੱਖੋਗੇ, ਹੋਰ ਕੁਛ ਨਹੀਂ। ਜਿਹੜਾ ਸਮਾਜ ਦਾ ਐਲੀਮੈਂਟ ਆ, ਜਿਹੜਾ ਗੁਰੂ ਦੇ ਨਾਲ ਜੁੜਨ ਦਾ ਐਲੀਮੈਂਟ ਆ, ਉਹ ਤਾਂ ਗੁਰੂ ਦੀ ਸਿੱਖਿਆ ਨਾਲ ਹੀ ਪੈਦਾ ਹੋਣਾ, ਗੁਰਪ੍ਰਸਾਦ ਨਾਲ ਹੀ ਪੈਦਾ ਹੋਣਾ। ਮਿਸਾਲ ਦੇ ਤੌਰ ਤੇ ਅਸੀਂ ਕਿੰਨਾ ਕਹਿੰਦੇ ਆ ਲੋਕਾਂ ਨੂੰ ਕਿ ਦੇਖੋ ਸਾਡੀ ਜਿਹੜੀ ਹੈਗੀ ਆ, ਮਹਾਰਾਜ ਨੇ ਕਿੰਨਾ ਔਰਤਾਂ ਨੂੰ ਸਨਮਾਨ ਦਿੱਤਾ। ਸਿਓ ਕੋ ਮੰਦਾ ਆਖਿਆ ਜਦ ਜਮੈ ਰਾਜਾਨ, ਸਾਰੇ ਅਸੀਂ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ, ਲੋਕਾਂ ਨੂੰ ਤਾਂ ਸੁਣਾਤੀਆਂ। ਅੰਦਰ ਝਾਤੀ ਮਾਰੋ, ਸਭ ਤੋਂ ਜ਼ਿਆਦਾ ਐਬੋਰਸ਼ਨਸ ਕਿੱਥੇ ਹੁੰਦੀਆਂ ਨੇ? ਸਾਡੀ ਸੁਸਾਇਟੀ ਦੇ ਵਿੱਚ। ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਕਿੱਥੇ ਹੈ? ਅਸੀਂ ਅੰਮ੍ਰਿਤ ਵੀ ਛਕਾਉਂਦੇ ਹਾਂ, ਕੁੜੀ ਮਾਰ ਨੜੀ ਮਾਰ, ਉਹਨਾਂ ਨਾਲ ਸਾਜ ਵਰਤਣਾ ਨਹੀਂ। ਅਸੀਂ ਉਹਨਾਂ ਨਾਸ਼ ਡਾਕਟਰ ਨੂੰ ਦੱਸਦੇ ਹਾਂ ਤੇ
ਸਾਡੇ ਬੰਦੇ ਜਿਹੜੇ ਨੇ ਉਹੀ ਹੁੱਕਾ ਪੀ ਜਾਂਦੇ ਨੇ, ਉਹੀ ਵਿੱਚ ਹੀ ਉਹਨਾਂ ਦੇ ਵਿੱਚ ਐਡਿਕਸ਼ਨ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ, ਸਾਰੀਆਂ ਚੀਜ਼ਾਂ ਨੇ। ਪਰ ਗੱਲਾਂ ਅਸੀਂ ਕੁਝ ਹੋਰ ਕਰਦੇ ਆ, ਰਹਿਣ ਵਾਲਾ ਜੀਵਨ ਹੋਰ ਤੇ ਕਰਨ ਵਾਲਾ ਜੀਵਨ ਹੋਰ। ਉਹ ਜਿਹੜਾ ਆਮ ਬੰਦਾ ਉਹਨੂੰ ਰੈਲੇਵੈਂਸ ਦਾ ਕਿਵੇਂ ਪਤਾ ਲੱਗੇ? ਅਸੀਂ ਵੋਕੇਸ਼ਨਲ ਟ੍ਰੇਨਿੰਗ ਦੀ ਗੱਲ ਕਰਦੇ ਆ, ਅਸੀਂ ਕਹਿੰਦੇ ਆ ਸਾਰੇ ਕੰਮ ਪਵਿੱਤਰ ਨੇ, ਕਿਰਤ ਕਰਨਾ ਫਰਜ਼ ਬਣਦਾ। ਪਰ ਜਿਹੜਾ ਬੰਦਾ ਕੋਈ ਜੁੱਤੀਆਂ ਗੱਠਦਾ ਜਾਂ ਜਿਹੜਾ ਸਫਾਈ ਦਾ ਕੰਮ ਕਰਦਾ, ਉਹਨੂੰ ਨੇੜੇ ਨਹੀਂ ਲੱਗਣ ਦਿੰਦੇ ਅਸੀਂ। ਸੋ ਜਿਹੜੀ ਸਾਡੀ ਕਹਿਣ ਦੀ ਤੇ ਕਰਨ ਦੀ ਗੱਲ ਹੈ ਨਾ, ਉਸ ਤੋਂ ਸਾਨੂੰ ਮਹਾਰਾਜ ਨੇ ਕੱਢ ਕੇ ਇਸ ਨੂੰ ਕਿਹਾ, ਜਦੋਂ ਉਹਨਾਂ ਨੇ ਸਾਨੂੰ ਕਿਹਾ ਤੁਸੀਂ ਤਨ ਮਨ ਤੇ ਧਨ ਦੇ ਨਾਲ ਗੁਰੂ ਦੇ ਨਾਲ ਜੁੜਨਾ। ਜਿੰਨਾ ਚਿਰ ਉਹ ਚੀਜ਼ਾਂ ਨੂੰ ਅਸੀਂ ਮੁੜ ਕੇ ਨਹੀਂ ਲੈ ਕੇ ਆਵਾਂਗੇ ਆਮ ਜੀਵਨ ਦੇ ਵਿੱਚ, ਨਹੀਂ ਕਨੈਕਟ ਕਰਾਂਗੇ, ਜੋ ਮਰਜ਼ੀ ਕਹੀ ਜਾਓ ਮੇਰੀ ਪੀ ਦਾ ਸਾਡਾ ਸਿਧਾਂਤ ਆ, ਸਾਡੇ ਆਏ ਆ ਉਹ ਆ, ਇਹੋ ਜਿਹੀਆਂ ਚੀਜ਼ਾਂ ਜੋ ਨੇ। ਪਰ ਜਿੰਨਾ ਚਿਰ ਅਸੀਂ ਆਪਣੇ ਘਰਾਂ ਚੋਂ ਨਹੀਂ ਸ਼ੁਰੂ ਕਰਾਂਗੇ, ਘਰਾਂ ਦੇ ਵਿੱਚ ਜਿਹੜੇ ਬੱਚੇ ਬੱਚੀਆਂ ਉਹਨਾਂ ਦਾ ਨਹੀਂ ਕਰਦੇ ਸਤਿਕਾਰ, ਉਹਨਾਂ ਨੂੰ ਨਹੀਂ ਵੈਲਿਊ ਸਿਸਟਮ ਸਿਖਾਉਂਦੇ, ਘਰਾਂ ਦੇ ਵਿੱਚ ਨਹੀਂ ਕਰਦੇ ਆਪਣੇ ਗੁਰਮਤ ਅਨੁਸਾਰ ਜਿਹੜਾ ਹੈਗਾ ਸਾਡੇ ਜਿਹੜੀ ਲੇਡੀਜ਼ ਦਾ ਜਿਹੜਾ ਰੋਲ ਆ ਉਸਨੂੰ ਅਸੀਂ ਨਹੀਂ ਅੱਗੇ ਲੈ ਕੇ ਆਉਂਦੇ, ਤੇ ਜਿੰਨਾ ਚਿਰ ਅਸੀਂ ਇਹ ਜਿਹੜੀ ਸਾਡੀ ਸਿਸਟਮ ਹੈ ਰਿਜੈਕਸ਼ਨ ਆਫ ਅਬੋਰਸ਼ਨ, ਡਾਊਰੀ ਸਿਸਟਮ ਐਂਡ ਆਲ ਜਿਹੜੀਆਂ ਚੀਜ਼ਾਂ ਨੇ, ਜਿੰਨਾ ਚਿਰ ਇਹਨਾਂ ਨੂੰ ਅਸੀਂ ਅਲੰਬ ਨਹੀਂ ਪਾਉਂਦੇ ਗੁਰਮਤ ਅਸੂਲਾਂ ਨੂੰ ਲੈ ਕੇ, ਉਹਨਾਂ 'ਚ ਕੋਈ ਰੈਲੇਵੈਂਸ ਨਹੀਂ। ਜੋ ਮਰਜ਼ੀ ਸੈਮੀਨਾਰਸ ਕਰੀ ਜਾਓ, ਜੋ ਮਰਜ਼ੀ ਵੱਡੇ ਵੱਡੇ ਪ੍ਰੋਗਰਾਮ ਕਰੀ ਜਾਓ। ਸੋ ਅਗੇਨ ਵੋਟਿੰਗ ਟੂ ਜੋ ਰਮਨਦੀਪ ਹੋਣਾ ਨੇ ਕਿਹਾ, ਸਾਨੂੰ ਲੋੜ ਹੈ ਕਿ ਵੀ ਇਹ ਚੀਜ਼ਾਂ ਨੂੰ ਰਿਕਗਨਾਈਜ਼ ਕਰੀਏ ਤੇ ਪ੍ਰੈਕਟਿਸ ਕਰੀਏ ਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰੀਏ। ਇੱਕਦਮ ਨਹੀਂ ਹੋ ਜਾਂਦੀ ਹਰ ਇੱਕ ਚੀਜ਼, ਪਰ ਜੇ ਵਿਚਾਰ ਹੱਲੇ ਹੀ ਨਹੀਂ ਆਉਣੇ, ਵਿਚਾਰ ਹੇਠ ਹੀ ਨਹੀਂ ਇਹ ਚੀਜ਼ਾਂ ਆਉਣੀਆਂ, ਤੇ ਫਿਰ ਉਹ ਕਿਵੇਂ ਵਧਣਗੀਆਂ? ਅਸੀਂ ਕਹਿੰਦੇ ਮਹਾਰਾਜ ਨੇ ਜੀ ਸੇਕਰੇਡ ਜਿਹੜਾ ਜਨੇਊ ਰਿਜੈਕਟ ਕਰਤਾ, ਤੇ ਜਨੇਊ ਤੇ ਕਿਰਪਾਨ ਦਾ ਫਾਇਦਾ ਕੀ ਹੈ ਜੇ ਕਿਰਪਾਨ ਵੀ ਉਸੇ ਤਰ੍ਹਾਂ ਹੀ ਬਣ ਗਈ ਜੋ ਜਨੇਊ ਦਾ ਸੀ? ਜੇ ਸਾਨੂੰ ਪਤਾ ਹੀ ਨਹੀਂ ਵੀ ਕਿਰਪਾਨ ਪਹਿਨਦੇ ਕਿਉਂ, ਜੇ ਸਾਨੂੰ ਪਤਾ ਹੀ ਨਹੀਂ ਕੜਾ ਕਿਉਂ ਪਹਿਨਦੇ ਆ, ਅਸੀਂ ਕਿਉਂ ਬਾੜ ਰੱਖੇ ਹੋਏ ਆ, ਅਸੀਂ ਜਿਸ ਅਸੀਂ ਇਹਨਾਂ ਚੀਜ਼ਾਂ ਦੇ ਵਿਚਾਰ ਹੀ ਨਹੀਂ ਕਰਦੇ, ਕਿਉਂ ਕਿਸ਼ਾਰਾ ਪਾਇਆ ਹੋਇਆ ਸੀ? ਸੋ ਜਿੰਨਾ ਚਿਰ ਇਹ ਜ਼ਿੰਦਗੀ ਦਾ ਸਾਡਾ ਹਿੱਸਾ ਨਹੀਂ ਬਣਦੇ, ਇਹਨਾਂ ਦੇ ਨਾਲ ਸਾਡਾ ਜੀਵਨ ਜੁੜਦਾ ਨਹੀਂ, ਜਾਂ ਸਾਡੀ ਲੈਂਗੁਏਜ ਦੇ ਵਿੱਚ ਉਹ ਸ਼ਬਦਾਵਲੀ ਨਹੀਂ, ਜਿਵੇਂ ਪਾਟੀਆ ਸਾਹਿਬ ਨੇ ਕਿਹਾ, ਆਂਦੀ, ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ਬਦਾਵਲੀ ਹੈ, ਬਜਾਏ ਕਿ ਪੰਜਾਬੀ ਨੂੰ ਹਾਈਜੈਕ ਕਰੀ ਜਾਓ, ਸੰਸਕ੍ਰਿਤ ਦਾ ਰੂਪ ਦੇਈ ਜਾਓ ਜਾਂ ਕੋਈ ਹੋਰ ਦੇ ਦੋ ਰੂਪ। ਇਹ ਚੀਜ਼ਾਂ ਤੋਂ ਸਾਨੂੰ ਮਹਾਰਾਜ ਨੇ ਰੋਕਿਆ। ਜਿਵੇਂ ਅਸੀਂ ਕਹਿੰਦੇ ਹਾਂ ਮਨ ਤੂੰ ਆਪਣਾ ਜੋ ਜੋਤ ਸਰੂਪ ਆਪਣਾ ਮੂਲ ਪਛਾਣ, ਸਾਨੂੰ ਇਹ ਵੀ ਸੋਚਣ ਦੀ ਲਈ ਉਹ ਮਨਾ ਤੂੰ ਸਿੱਖ ਹੈ, ਗੁਰੂ ਦਾ ਸਿੱਖ ਹੈ, ਤੇ ਜੇ ਗੁਰੂ ਦਾ ਸਿੱਖ ਹੈ ਤੇ ਕੀ ਸਿੱਖੀ ਕੀ ਹੈ, ਕੀ ਉਪਦੇਸ਼ ਹੈ ਮਹਾਰਾਜ ਦਾ, ਕੀ ਕਿਸ ਹਿਸਾਬ ਨਾਲ ਉਹਨਾਂ ਨੇ ਕਿਹਾ ਹੈਗਾ, ਉਸ ਨੂੰ ਕਿਵੇਂ ਆਪਣੇ ਜੀਵਨ ਦੇ ਵਿੱਚ ਲੈਵੇਂ ਆਵਾਂ? ਜੇ ਇਸ ਤਰ੍ਹਾਂ ਦੀ ਇਨਕੁਆਇਰੀ ਨਹੀਂ ਸ਼ੁਰੂ ਹੁੰਦੀ ਸਾਡੀ, ਤੇ ਸਾਡਾ ਜੀਵਨ ਨਹੀਂ ਸੁਧਰਦਾ, ਤੇ ਫਿਰ ਉਹਨਾਂ ਚਿਰ ਇਹ ਚੀਜ਼ਾਂ ਦੀ ਫਿਰ ਰੈਲੇਵੈਂਸ ਨਹੀਂ ਰਹਿੰਦੀ, ਲਿਫਾਫੇਬਾਜ਼ੀ ਹੋ ਜਾਂਦੀ ਹੈ। ਐਂਡ ਦੈਟਸ ਵਾਟ ਦ ਗੁਰੂਜ਼ ਰਿਜੈਕਟਡ। ਥੈਂਕ ਯੂ। ਥੈਂਕ ਯੂ ਜੀ, ਬਿਊਟੀਫੁਲੀ ਸੈਡ। ਇਨਫੈਕਟ ਆਹੀ ਪਰਪਸ ਲਈ ਭਾਈ ਵੀਰ ਸਿੰਘ ਇੱਕ ਦਰਿਆ ਬਣ ਗਏ, ਛੇਵਾਂ ਦਰਿਆ, ਕਿਉਂਕਿ ਇਹੀ ਚੀਜ਼ਾਂ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਵੀ ਹੇ ਸਿੱਖੋ, ਹੇ ਕੌਮ ਦੇ ਲੋ ਦਰਦੀਓ, ਤੁਸੀਂ ਕਰਨੀ ਤੇ ਕਥਨੀ ਦੇ ਪੂਰੇ ਹੋਵੋ, ਜ਼ਿੰਦਗੀ 'ਚ ਧਾਰਨੀ ਹੋਵੋ, ਆਪਦੇ ਸੋਚ ਮੰਡਲ ਨੂੰ ਬਦਲੋ। ਤੇ ਈਵਨ ਜਦੋਂ ਦਲਿਤ ਵਗੈਰਾ ਗਰੀਬਾਂ ਦੀ ਰੱਖਿਆ ਦੇ ਲਈ, ਗਰੀਬਾਂ ਦੇ ਲਈ ਗਿਆਨੀ ਦਿੱਤ ਸਿੰਘ ਜਦੋਂ ਚੜ੍ਹਾਈ ਕਰਕੇ ਲੁੱਕ ਐਟ ਦ ਹਿਊਮਨ ਕੌਨਸ਼ੀਅਸਨੈਸ ਨੂੰ ਉਹਨਾਂ ਨੂੰ ਦੇਣ ਲਈ, ਉਹ ਕਹਿੰਦੇ ਤੂੰ ਤਾਂ ਕਸੁੱਤੀ ਕੌਮ ਨੂੰ ਜਗਾਉਣ ਵਾਲਾ ਸੀ, ਅੱਜ ਤਾਂ ਤੂੰ ਸੌਂ ਗਿਆ, ਕੌਮ ਦਾ ਕੀ ਹੋਊਗਾ? ਦੇਖੋ ਆਈ ਮੀਨ ਇੱਕ ਇਸ ਤਰ੍ਹਾਂ ਦਾ, ਕਿਉਂਕਿ ਗਿਆਨੀ ਦਿੱਤ ਸਿੰਘ ਹੈਜ਼ ਏ ਮੇਜਰ ਕੰਟਰੀਬਿਊਸ਼ਨ ਸਾਡੇ ਵਿੱਚ। ਸੋ ਇਟਸ ਜਸਟ ਅਮੇਜ਼ਿੰਗ। ਪਰ ਸਮੇਂ ਅਨੁਸਾਰ ਉਹਨਾਂ ਨੇ ਆਵਾਜ਼ ਉਠਾਈ ਤਾਂ ਕਿ ਕੌਮ ਨੂੰ ਹਲੂਣਾ ਦਿੱਤਾ, ਪ੍ਰੇਰਿਆ ਤੇ ਝੰਜੋੜਿਆ, ਤੇ ਨਾਲ ਪ੍ਰੇਰਨਾ ਵੀ ਦਿੱਤੀ ਤਾਂ ਕਿ ਉਹਨਾਂ ਦੇ ਮਨਾਂ 'ਚ ਉਤਸ਼ਾਹ ਹੋ ਜੇ, ਆਪਦੀ ਸੋਚ ਮੰਡਲ ਨੂੰ ਬਦਲ ਸਕਣ। ਥੈਂਕ ਯੂ। ਦੈਟਸ ਵਾਈ ਭਾਈ ਵੀਰ ਸਿੰਘ ਇਜ਼ ਰੈਲੇਵੈਂਟ ਐਂਡ ਵੀ ਨੀਡ ਟੂ ਟਾਕ ਅਬਾਊਟ ਹਿਮ ਅਗੇਨ ਐਂਡ ਅਗੇਨ। ਹਾਂਜੀ, ਡਾਕਟਰ ਵਾਸੂ ਸਾਹਿਬ ਤੁਹਾਡੀ ਵਾਰੀ ਹੈ ਜੀ। ਹਾਂਜੀ, ਆਉਂਦੇ 5-7 ਮਿੰਟਾਂ ਲਈ ਤੁਸੀਂ ਦੱਸੋ ਜੀ। ਉਸ ਤੋਂ ਬਾਅਦ ਹਰਿੰਦਰ ਕੌਰ ਵੀ ਰੈਡੀ ਐਂਡ ਦੈਨ ਵੀਲ ਕਮ ਟੂ ਦ ਮੇਰੇ ਕੋਲ ਕਿਤਾਬ ਹੈ ਇਹ ਭਾਈ ਵੀਰ ਸਿੰਘ ਜੀ ਬਾਰੇ, ਭਾਈ ਵੀਰ ਸਿੰਘ ਦੀ ਇਤਿਹਾਸਕਾਰੀ, ਵਿਆਖਿਆਕਾਰੀ ਤੇ ਕੋਸ਼ਕਾਰੀ।
हाँ ਇਹ ਡਾਕਟਰ ਅਮਨਪ੍ਰੀਤ ਸਿੰਘ ਦੀ ਰਚਨਾ ਹੈ, ਜਿਹੜਾ ਕਿ 35 ਸਾਲ ਦੀ ਉਮਰ 'ਚ PhD ਕਰਕੇ ਭਾਈ ਵੀਰ ਸਿੰਘ ਤੇ, ਇਹ ਉਹਦਾ ਅੱਛਾ। ਥੀਸਿਸ ਹੈ, ਇਤਿਹਾਸਕਾਰੀ, ਵਿਆਖਿਆਕਾਰੀ ਤੇ ਕੋਸ਼ਕਾਰੀ। हम्म, ਉਹ 35 ਸਾਲ ਦੀ ਉਮਰ 'ਚ ਪ੍ਰੋਫੈਸਰ ਵੀ ਲੱਗ ਗਏ ਸਨ ਫਤਿਹਗੜ੍ਹ ਸਾਹਿਬ ਉੱਥੇ ਯੂਨੀਵਰਸਿਟੀ ਵਿੱਚ, ਪਰ ਉਹ ਕੈਂਸਰ ਦੀ ਬਿਮਾਰੀ ਨੇ ਘੇਰ ਲਿਆ ਤੇ ਉਹ ਅਕਾਲ ਚਲਾਣਾ ਕਰ ਗਏ ਜਵਾਨੀ ਵਿੱਚ ਹੀ। ਪਰ ਉਹਨਾਂ ਨੇ ਜੋ ਕੰਮ ਕੀਤਾ ਹੈ, ਇਹ ਕਿਤਾਬ ਦੇ ਅੰਦਰ ਮੈਨੂੰ ਮਿਲੀ ਹੈ, ਮੈਂ ਦੇਖ ਰਿਹਾ। ਇੱਕ ਇਹਦੇ 'ਚ ਇਹ ਆਉਂਦਾ ਹੈ ਕਿ ਭਾਈ ਵੀਰ ਸਿੰਘ ਜੀ ਨੇ ਜਿਹੜਾ ਪੰਜਾਬੀ ਸਾਹਿਤ ਹੈ ਤੇ ਸੰਸਕ੍ਰਿਤੀ, ਕਲਚਰ ਜੋ ਹੈ, ਉਹਦਾ ਪੁਨਰ ਜਨਮ ਜਿਹੜਾ ਹੈ, ਉਹਦੇ ਵਿੱਚ ਉਹਨਾਂ ਭਾਗ ਪਾਇਆ ਹੈ। ਇੱਕ ਵਿਦਵਾਨ ਦਾ ਕਥਨ ਦੱਸਦੇ ਨੇ, ਉਹ ਵਿਦਵਾਨ ਕਹਿੰਦਾ ਵੀ ਇਹ ਲਿਖਣ ਵਾਲਿਓ, ਜੇ ਕੋਈ ਤੁਹਾਡੇ ਕੋਲ ਸੁਨੇਹਾ ਹੈਗਾ ਜੀਵਨ ਲਈ, ਜੇ ਕੋਈ ਤੁਹਾਡੀ ਜੀਵਨ ਨੂੰ ਨੀਵੀਆਂ ਖੱਡਾਂ ਚੋਂ ਕੱਢ ਕੇ ਉੱਚਾ ਲਿਜਾ ਸਕਦਾ ਹੈ, ਜੇ ਕੋਈ ਤੁਹਾਡੇ ਕੋਲ ਸੰਦੇਸ਼ ਹੈ, ਫਿਰ ਲਿਖੋ, ਕਿਉਂਕਿ ਇਹ ਰਚਨਾ ਜਿਉਂਦੀ ਰਚਨਾ ਹੋਏਗੀ, ਜਿਹੜੀ ਕਿ ਸਾਡੀ ਮੋਈ ਮਿੱਟੀ 'ਚ ਵੀ ਜਾਨ ਪਾ ਦੇਗੀ, ਸਾਨੂੰ ਇੱਕ ਰਹੱਸਵਾਦੀ, ਇੱਕ ਸਫ਼ਰ ਕਰਨ ਵਾਲਾ ਬਣਾ ਦੇਗੀ। ਸੋ ਇਸ ਤਰ੍ਹਾਂ ਭਾਈ ਵੀਰ ਸਿੰਘ ਦੀ ਰਚਨਾ ਇੱਕ ਜਿਉਂਦੀ ਰਚਨਾ ਹੈ। ਔਰ ਦੂਸਰਾ, ਉਹਨਾਂ ਨੇ ਜਿਹੜੀ ਟੀਕਾਕਾਰੀ ਔਰ ਵਿਆਖਿਆਕਾਰੀ ਜਿਹੜੀ ਆਰੰਭ ਕੀਤੀ ਹੈ, ਇਹ ਬਹੁਤ ਮੁਸ਼ਕਲ ਜਿਹੜਾ ਕਾਰਜ ਖੇਤਰ ਹੈ, ਜਿਹਦੇ 'ਚ ਭਾਈ ਵੀਰ ਸਿੰਘ ਗਏ ਨੇ। ਜਿਵੇਂ ਕਿ ਦੇਖੋ, ਹੁਣ ਕਈ ਵਾਰੀ ਆਉਂਦਾ ਹੈ, ਗੁਰਬਾਣੀ 'ਚ ਆਉਂਦਾ 27 ਨਛੱਤਰਾਂ ਦੀ ਗੱਲ ਆਉਂਦੀ ਹੈ। ਹੁਣ 27 ਨਛੱਤਰ ਜਿਹੜੇ ਨੇ, 27ਵੇਂ ਦਿਨ ਚੰਦਰਮਾ ਸੰਪੂਰਨ ਹੁੰਦਾ ਤੇ ਉਦੋਂ ਦਾਨ ਦਿਨ ਤੇ ਲੈਣ ਦੀ ਦਿਨ ਮਿੱਥੇ ਜਾਂਦਾ। ਹੁਣ 27 ਨਛੱਤਰ ਜਿਹੜੇ ਨੇ ਉਹ ਕਿਹੜੇ ਨੇ? ਹੁਣ ਇਸ ਤਰ੍ਹਾਂ ਇਹਨਾਂ ਨੇ 27 ਨਛੱਤਰ ਗਿਣ ਕੇ ਦੱਸੇ, 1 2 3 4 5। ਇਸੇ ਤਰ੍ਹਾਂ 18 ਪੁਰਾਣ ਬਾਰੇ ਜ਼ਿਕਰ ਹੁੰਦਾ। ਹੁਣ 18 ਪੁਰਾਣ ਜਿਹੜਾ ਵਿਸ਼ਨੂੰ, ਸ਼ਿਵ, ਵਾਮਨ, ਇਹ 18 ਦੇ 18 ਉਹਨਾਂ ਦੱਸੇ ਨੇ ਵੀ ਆਹ 18 ਨੇ। ਇਹ ਜਿਹੜੀ ਵਿਆਖਿਆਕਾਰੀ ਹੈ, ਕੋਸ਼ਕਾਰੀ ਹੈ, ਔਰ ਇਸ ਤਰ੍ਹਾਂ 5 ਨਮਾਜ਼ਾਂ ਦਾ ਉਹਨਾਂ ਜ਼ਿਕਰ ਕੀਤਾ। ਇਸ ਤਰ੍ਹਾਂ ਇਹ ਜਿਹੜਾ ਔਖਾ ਕਾਰਜ ਸੀ ਵਿਆਖਿਆਕਾਰੀ, ਕੋਸ਼ਕਾਰੀ ਦਾ, ਉਹ ਵੀ ਇਹਨਾਂ ਨੇ ਅਪਣਾਇਆ। ਔਰ ਸਿੱਖ ਧਰਮ ਜਿਹੜਾ, ਸਿੱਖ, ਇਹਨਾਂ ਦੇ ਸਾਹਿਤ ਨੂੰ ਇੱਕ ਸਿੱਖ ਸਾਹਿਤ ਦਾ ਨਾਮ ਦਿੱਤਾ ਜਾਂਦਾ, ਔਰ ਜਿਹਦੇ ਵਿੱਚ ਕਿ ਬਾਣੀ ਦੀ ਵਿਆਖਿਆ ਤੇ ਬਾਣੀ ਦਾ ਜੋ ਅੱਜ ਕੱਲ ਦਾ ਜਿਵੇਂ ਰੈਲੇਵੈਂਸ ਦੀ ਗੱਲ ਆਉਂਦੀ ਹੈ, ਉਹ ਦੱਸਿਆ ਹੈ। ਔਰ ਵਿਸ਼ੇਸ਼ ਤੌਰ ਤੇ ਇਹਨਾਂ ਨੇ ਜੋ 18ਵੀਂ ਸਦੀ ਦਾ ਸਿੱਖ ਇਤਿਹਾਸ ਹੈ, ਜੋ ਅਸੀਂ ਅਰਦਾਸ ਵਿੱਚ ਕਹਿੰਦੇ ਆ, ਜਿਹਨਾਂ ਬੰਨ ਕਟਾਏ, ਖਲਾਂ ਲਵਾਈਆਂ, ਖੋਪਰੀਆਂ ਤੁੜਾਈਆਂ, ਉਹ 18ਵੀਂ ਸਦੀ ਦੇ ਸਿੱਖ ਇਤਿਹਾਸ ਨੂੰ ਇਹਨਾਂ ਨੇ ਬਿਆਨ ਕੀਤਾ ਹੈ। ਜਿਵੇਂ ਸੁੰਦਰੀ ਹੈ, ਵਿਜੇ ਸਿੰਘ, ਸਤਵੰਤ ਕੌਰ, ਇਹ ਸਿੱਖ ਪਾਤਰ ਨੇ, ਇਹ ਕਲਪਿਤ ਪਾਤਰ ਨੇ, ਪਰ ਉਸ ਸਮੇਂ ਦੇ ਸਿੱਖਾਂ ਦੇ ਕਰੈਕਟਰ ਨੂੰ ਇਹ ਪ੍ਰਤੀਕ ਹਨ ਉਹਨਾਂ ਦਾ। ਔਰ 18ਵੀਂ ਸਦੀ ਵਿੱਚ ਜਿਹੜਾ ਸਿੱਖ ਇਤਿਹਾਸ ਜਿਹਨੇ ਪੜ੍ਹ ਲਿਆ, ਉਹੀ ਸਿੱਖਾਂ ਦੇ ਕਰੈਕਟਰ ਨੂੰ ਸਮਝ ਸਕਦਾ ਹੈ। ਔਰ ਉਹ ਕੀ ਇਤਿਹਾਸ ਹੈ 18ਵੀਂ ਸਦੀ ਦਾ? ਲਖਪਤ ਜੈਟ ਜਿਹੜਾ, ਉਹਦਾ ਭਰਾ ਜਿਹੜਾ, ਉਹ ਖਾਲਸੇ ਉਹਦੇ ਭਰਾ ਨੂੰ ਮਾਰ ਦਿੰਦੇ ਨੇ। ਜਸਪਤ ਰਾਏ ਉਹਦਾ ਭਰਾ ਦਾ ਨਾਮ ਹੈ, ਤੇ ਲਖਪਤ ਰਾਏ ਜਿਹੜਾ ਕਹਿੰਦਾ ਵੀ ਮੈਂ ਤੁਹਾਡਾ ਸਿੱਖ ਧਰਮ ਹੁਣ ਖਤਮ ਕਰਕੇ ਰਹਿਣਾ। ਉਹ ਕਹਿੰਦਾ ਹੈ ਬੇਦੀ ਜਿਹੜੇ ਸਨ ਨਾ, ਗੁਰੂ ਨਾਨਕ ਸਾਹਿਬ, ਉਹਨਾਂ ਸਿੱਖ ਧਰਮ ਖਤਮ ਕੀਤਾ ਸੀ, ਤੇ ਮੈਂ ਵੀ ਬੇਦੀ ਹਾਂ, ਹੁਣ ਮੈਂ ਬੇਦੀ ਖਤਮ ਕਰਾਂਗਾ। ਔਰ ਇੱਕ ਉਹ ਕਹਿੰਦਾ ਵੀ ਜਿਹੜਾ ਗੁੜ ਸ਼ਬਦ ਹੈ ਨਾ, ਪੰਜਾਬ ਵਿੱਚ ਗੁੜ ਸ਼ਬਦ ਦੀ ਇਜਾਜ਼ਤ ਜਿਹੜੀ ਮਨਾ ਕਰਤਾ, ਵੀ ਗੁੜ ਸ਼ਬਦ ਕੋਈ ਨਾ ਬੋਲੇ। ਉਹ ਕਹਿੰਦੇ ਕਿਉਂ ਬਈ? ਕਹਿੰਦੇ ਗੁੜ ਸ਼ਬਦ ਬੋਲਦੇ ਤੇ ਇਹਨਾਂ ਨੂੰ ਗੁਰੂ ਯਾਦ ਆ ਜਾਂਦਾ, ਜਦੋਂ ਗੁਰੂ ਯਾਦ ਆ ਜਾਂਦਾ, ਇਹਨਾਂ ਚੋਂ ਗੁਰੂ ਦੀ ਸਪਿਰਿਟ ਆ ਜਾਂਦੀ ਹੈ। ਇਸ ਤਰ੍ਹਾਂ ਇਹਨਾਂ ਨੇ ਸਾਰਾ ਜੋ 18ਵੀਂ ਸਦੀ ਦਾ, ਖਾਸ ਤੌਰ ਤੇ ਛੋਟਾ ਘੱਲੂਘਾਰਾ, 10,000 ਸਿੰਘ ਜਿਹੜੇ ਨੇ ਉਹ ਸ਼ਹੀਦ ਹੁੰਦੇ ਨੇ ਜਿਦ ਵਿੱਚ। ਔਰ ਉਸ ਸਮੇਂ ਜਿਹੜਾ ਲਖਪਤ ਰਾਏ ਹੈ, ਸਾਰੇ
ਸਿੱਖਾਂ ਨੂੰ ਜੰਗਲ ਦੇ ਵਿੱਚ ਬਾਹਰ ਅੱਗ ਲਗਾ ਕੇ ਸ਼ਹੀਦ ਕਰਦਾ ਹੈ। ਇਸ ਤਰ੍ਹਾਂ ਛੋਟੇ ਘੱਲੂਘਾਰੇ ਨੂੰ ਤੋਂ ਬਾਅਦ ਫਿਰ ਸਿੱਖਾਂ ਨੂੰ ਪਿੰਡਾਂ 'ਚੋਂ ਫੜ ਕੇ ਦਿੱਲੀ ਨੂੰ ਤੋੜ ਦਿੰਦੇ ਨੇ। ਇਸ ਤਰ੍ਹਾਂ ਮੀਰ ਮੰਨੂ ਉਸ ਸਮੇਂ ਬੜਾ ਮਸ਼ਹੂਰ ਇੱਕ ਪੰਜਾਬ ਦਾ ਗਵਰਨਰ ਹੋਇਆ ਹੈ, ਉਸ ਨੇ ਕਿਹਾ ਵੀ ਸਿੱਖਾਂ ਨੂੰ ਫੜ ਕੇ ਪਿੰਜਰਿਆਂ 'ਚ ਪਾ ਕੇ ਦਿੱਲੀ ਨੂੰ ਤੋੜ ਦਿਓ ਤੁਸੀਂ। ਇਸ ਤਰ੍ਹਾਂ ਭਾਈ ਸਾਹਿਬ ਦੀ ਉਹ ਵੱਡੀ ਗੱਲ ਹੈ, ਜਿਹੜਾ ਇਤਿਹਾਸ ਲਿਖਿਆ ਹੈ ਉਹਦੇ ਭਾਈ ਸਾਹਿਬ ਨੇ ਫੁੱਟ ਨੋਟ ਦਿੱਤੇ ਨੇ। ਉਹ ਫੁੱਟ ਨੋਟ ਜਿਹੜੇ ਨੇ ਉਹਨਾਂ ਦੀ ਇਤਿਹਾਸਕ ਕੀਮਤ ਨੂੰ ਵਧਾਉਂਦੇ ਨੇ। ਐਨ ਉਹ ਭਾਵੇਂ ਨਾਵਲ, ਪਰ ਉਹ ਨਾਵਲ ਜਿਹੜੇ ਨੇ ਉਹਨਾਂ ਦੀ ਕੀਮਤ ਫੁੱਟ ਨੋਟ ਬਣਾਉਂਦੇ ਨੇ। ਜਿਵੇਂ ਕਿ ਇੱਕ ਫੁੱਟ ਨੋਟ ਹੈ, ਉਹਦੇ 'ਚ 740 ਸਿੱਖਾਂ ਨੂੰ ਕੈਦ ਕਰਕੇ ਬੰਦਾ ਸਿੰਘ ਬਹਾਦਰ ਸਮੇਤ ਦਿੱਲੀ ਲਿਜਾਇਆ ਜਾਂਦਾ। ਹੁਣ ਇਹਦੇ ਫੁੱਟ ਨੋਟ ਦਿੱਤਾ ਐਲਫਿਨਸਟ। ਐਲਫਿਨਸਟ ਦੀ ਪੁਸਤਕ ਹੈ ਇਤਿਹਾਸੇ ਹਿੰਦ, ਉਹਦੇ 666 ਪੰਨੇ ਤੇ ਬਿਲਕੁਲ ਇਹੀ ਲਿਖਿਆ ਗਿਆ ਹੈ ਕਿ 740 ਸਿੱਖ ਜਿਹੜੇ ਨੇ ਲਿਜਾਏ ਗਏ ਸੀ। ਇਹਦੀ ਵੈਲਿਊ ਬਣਾਉਂਦੇ ਨੇ, ਭਾਵੇਂ ਉਹ ਕਲਪਿਤ ਪਾਤਰ ਨੇ। ਇਤਿਹਾਸ ਵੀ ਜਿਹੜਾ ਉਹਦੇ ਵਿੱਚ ਉਹਨਾਂ ਨੇ ਕਲਪਨਾ ਦੇ ਨਾਲ ਲਿਖਿਆ, ਪਰ ਉਹਨਾਂ ਨੇ ਜਿਹੜਾ ਹੁਣ ਸਤਵੰਤ ਕੌਰ ਹੈ, ਸਤਵੰਤ ਕੌਰ ਦੀ ਜਿਹੜੀ ਇਹਦੀ ਪ੍ਰੇਰਨਾ ਲਈ ਹੈ ਉਹ ਰਤਨ ਸਿੰਘ ਭੰਗੂ ਦੀ ਕਿਰਤ ਹੈ, ਪ੍ਰਾਚੀਨ ਪੰਥ ਪ੍ਰਕਾਸ਼। ਉਹਦੇ ਵਿੱਚੋਂ ਸਿੱਖਾਂ ਦੇ ਮਜ਼ਬੂਤ ਇਰਾਦੇ ਦੇ ਬਾਰੇ ਗੱਲ ਕੀਤੀ ਹੈ। ਸਤਵੰਤ ਕੌਰ ਜਿਹੜੀ ਹੈ ਉਹ ਸਿੱਖਾਂ ਦੇ ਮਜ਼ਬੂਤ ਇਰਾਦੇ ਦੇ ਜਿਹੜੀ ਮਾਲਕ ਹੈ, ਉਹਦਾ ਰਤਨ ਸਿੰਘ ਭੰਗੂ ਦੇ ਇਤਿਹਾਸ ਉਹ ਉਹਦੇ ਨਾਲ ਲੈਂਦੇ ਨੇ। ਇਸ ਤਰ੍ਹਾਂ ਮਤਲਬ ਇਹ ਹੈ ਕਿ ਸਤਵੰਤ ਕੌਰ ਨਾਵਲ ਜਿਹੜਾ ਉਹ ਜਿਹੜਾ ਕਿਸ ਤਰ੍ਹਾਂ ਇਤਿਹਾਸ ਦੇ ਨੇੜੇ ਦੀ ਇੱਕ ਜਗ੍ਹਾ ਬਣ ਜਾਂਦੀ। ਔਰ ਅਬਦਾਲੀ ਦੇ ਜਿਹੜੇ ਜ਼ੁਲਮ ਨੇ ਉਹਨਾਂ ਦਾ ਵੀ ਬਿਆਨ ਇਹਨਾਂ ਨੇ ਕੀਤਾ ਹੈ। ਔਰ ਇੱਕ ਜਗ੍ਹਾ ਮੈਂ ਲਾਸਟ ਤੇ ਕਹਿਣਾ ਚਾਹਾਂਗਾ, ਇਹ ਭਾਈ ਵੀਰ ਸਿੰਘ ਸੁੰਦਰੀ ਜਿਹੜੀ ਹੈ ਉਸ ਨੂੰ ਬਿਆਨ ਕਰਦੇ ਹੋਏ ਅੱਜ ਕੱਲ ਦੀਆਂ ਬੀਬੀਆਂ ਨੂੰ ਵੀ ਪ੍ਰੇਰਨਾ ਕਰਦੇ ਨੇ। ਉਹ ਕਹਿੰਦੇ ਨੇ ਇਹ ਅੱਜ ਕੱਲ ਦੀਆਂ ਸੋਨੇ ਦੀਆਂ ਪੀਲੀਆਂ ਹੋ ਕੇ ਸੁੱਖ ਨਾਲ ਬੈਠਿਓ ਸਿੰਘਣੀਓ, ਗਰੀਬ ਤੇ ਅਮੀਰ ਸਿੱਖਾਂ ਦੀਏ ਧੀਓ, ਮਾਵੋ ਤੇ ਭੈਣੋ, ਜ਼ਰਾ ਆਪਣੀ ਵਡੇਰੀ ਸੁੰਦਰੀ ਦੇ ਸਿਦਕ ਤੇ ਕਸ਼ਟਾਂ ਵੱਲ ਤਾਂ ਵੇਖੋ। ਉਹ ਸੁੰਦਰੀ ਜਿਹੜੀ ਹੈ ਕਿੰਨੀਆਂ ਔਕੜਾਂ 'ਚ ਫਸਦੀ ਹੈ, ਧਰਮੋਂ ਨਹੀਂ ਹਾਰਦੀ, ਜਾਨ ਜੋਖੋਂ 'ਚ ਪਾਉਂਦੀ ਹੈ। ਜ਼ਰਾ ਆਪਣੇ ਵੱਲ ਤੱਕੋ, ਦੇਖੋ ਸਿੱਖ ਕੌਮ ਦਾ ਘਾਟਾ ਤੁਹਾਡੇ ਉੱਥੋਂ ਹੋ ਰਿਹਾ। ਤੁਸੀਂ ਕੀ ਕਰਦੀਆਂ ਹੋ? ਆਪਣੇ ਪਰਮੇਸ਼ਰ ਤੇ ਸਤਿਗੁਰਾਂ ਨੂੰ ਤਿਆਗ ਕੇ ਤੁਸੀਂ ਪੱਥਰਾਂ, ਬਿਰਛਾਂ, ਮੜੀਆਂ ਤੇ ਪੀਰਾਂ ਨੂੰ ਪੂਜਦੇ ਹੋ। ਜ਼ਰਾ ਇੱਕ ਵਾਰ ਸੁੰਦਰੀ ਦੀ ਮੁਸੀਬਤਾਂ ਵੇਖ ਕੇ ਸੋਚੋ ਕਿ ਤੁਹਾਡੇ ਧਰਮ ਰੱਖਣ ਸਿੰਘਣੀਆਂ ਨੇ ਕੀ ਕੀ ਜ਼ਫਰ ਜਾਲ ਕੇ ਜਾਲਿਆ। ਤੁਸੀਂ ਆਪਣੇ ਮਨ ਵਿੱਚੋਂ ਮਿਲਗੋਬੇ ਕੱਢ ਕੇ ਨਿਰੋਲ ਸਿੰਘਣੀਆਂ ਬਣੋ। ਥੈਂਕ ਯੂ ਜੀ। ਨਾਵਲ ਦੀ ਕਹਾਣੀ ਨੂੰ ਛੱਡ ਕੇ ਅੱਜ ਕੱਲ ਦੇ ਸਿੰਘਣੀਆਂ ਨੂੰ ਕਿਸ ਤਰ੍ਹਾਂ ਉਪਦੇਸ਼ ਕੀਤਾ ਹੈ, ਇਹ ਉਹਨਾਂ ਦੀ ਪ੍ਰੇਰਨਾ ਹੈ, ਇਹ ਜੀਵੰਤ ਰਚਨਾ ਹੈ, ਇਹ ਰੈਲੇਵੈਂਸੀ। ਬਿਲਕੁਲ ਜੀ, ਥੈਂਕ ਯੂ, ਬਿਊਟੀਫੁਲੀ ਸੈਡ। ਉਹ ਇਹੀ ਉਹਨਾਂ ਦੇ ਜਿਹੜੇ ਉਪਦੇਸ਼ ਹੈ, ਜਿਹੜੇ ਉਹਨਾਂ ਦੇ ਦੇਣ ਦਾ ਤਰੀਕਾ, ਪ੍ਰੇਰਨਾ ਹੈ, ਜਿਹੜੀ ਉਹਨਾਂ ਦੀ ਸ਼ਬਦਾਵਲੀ ਹੈ, ਜਿਹੜੀ ਉਹਨਾਂ ਜਿਹੜੀ ਖੋਜ, ਕੰਪੈਰੀਟਿਵ ਸਟੱਡੀ ਦੀ ਜਿਹੜੀ ਵਾਕਫੀ ਸੀ। ਮੈਂ ਖੁਦ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਉਹਨਾਂ ਨੇ 600-700 ਪੇਜ ਤੱਕ ਕੀ ਕੀਤਾ ਹੋਇਆ, ਜਿਹੜੇ ਮੈਂ ਪੜ੍ਹਦਾ ਉਹਨਾਂ ਦੇ ਜਸ ਅਮੇਜ਼ਿੰਗ। ਉਹਦੇ ਵਿੱਚ ਕੀ ਕੁਛ ਉਹਨਾਂ ਦੇ ਕਿੰਨੀ ਵਾਸਟ ਨੌਲੇਜ ਨੂੰ ਦੂਜੇ ਧਾਰਮਿਕ ਗ੍ਰੰਥਾਂ ਦੀ ਨੂੰ ਵੀ ਇਨਕਲੂਡ ਕੀਤਾ ਹੋਇਆ ਜਦੋਂ ਆਪਦਾ ਪੁਆਇੰਟ ਸ਼ੋ ਕਰਦੇ ਨੇ, ਐਕਸਪਲੇਨ ਕਰਦੇ ਨੇ। ਹਾਂਜੀ, ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਹਾਂਜੀ, ਹਰਵਿੰਦਰ ਕੌਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਦੱਸੋ ਆਪਣੇ ਕੀ ਭਾਈ ਵੀਰ ਸਿੰਘ ਉਹਨਾਂ ਦੀ ਰੈਲੇਵੈਂਸ ਕਿਸ ਤਰ੍ਹਾਂ ਹੈ, ਉਹਨਾਂ ਦੀਆਂ ਕੰਟਰੀਬਿਊਸ਼ਨ ਸੀ ਅੱਜ ਆਉਂਦੇ 4-5 ਮਿੰਟਾਂ ਲਈ। ਹਰਵਿੰਦਰ ਕੌਰ, ਆਰ ਯੂ ਦੇਅਰ? Harvinder, she has a sore throat. She not Oh, able to so talk. ਉਹਦਾ on ਹੈ। Okay, that's fine. Okay, we'll come back to ਰਮਨਦੀਪ ਕੌਰ। ਉਦੋਂ ਤੁਹਾਨੂੰ ਤੁਸੀਂ I know ਕਈ ਜਣੇ 5-6 ਜਗ੍ਹਾ 7-8 ਮਿੰਟ ਵੀ ਲੈ ਚੁੱਕੇ ਆ। ਤੁਹਾਡੇ ਦੇ ਅਗਲੇ ਪੁਆਇੰਟ ਜਿਹੜੇ ਤੁਹਾਡੇ 1-2 ਰਹਿੰਦੇ ਉਹ ਵੀ ਤੁਸੀਂ ਕਵਰ ਕਰੋ, or anything you have heard you would like to add something new or just please share with us। ਅਗਲੇ 1-2 ਮਿੰਟਾਂ ਲਈ ਅਸੀਂ ਸਾਰਿਆਂ ਕੋਲੇ ਜਾਵਾਂਗੇ, 1-2 ਮਿੰਟਾਂ ਲਈ, ਤਾਂ ਕਿ ਆਪਦੇ ਵਿਚਾਰ ਦੱਸਣ।
ਤੁਸੀਂ ਦੱਸੋ ਜੀ। ਜਿਹੜਾ ਕੰਟੀਨਿਊਇੰਗ ਔਨ ਦਾ ਰੈਲੇਵੈਂਸ ਪੁਆਇੰਟ, ਜਿਹੜਾ ਮੈਨੂੰ ਲੱਗਦਾ ਹੈ ਕਿ ਇੱਕ ਉਹਨਾਂ ਦੀ ਜਿਹੜੀ ਉਹਨਾਂ ਦੇ ਵਰਕ ਤੋਂ ਅਸੀਂ ਰੈਲੇਵੈਂਸ ਅੱਜ ਦੇ ਟਾਈਮ ਦੇ ਵਿੱਚ ਦੇਖ ਸਕਦੇ ਹਾਂ, ਉਹ ਇਹ ਹੈ ਕਿ ਹੀ ਵਾਜ਼ ਐਡਵੋਕੇਟ ਆਫ ਸੋਵਰਨਿਟੀ। ਸੋ ਉਹ ਅਸੀਂ ਭਾਵੇਂ ਅੱਜ ਦੇਖੀਏ ਤਾਂ ਅੱਜ ਅਸੀਂ ਆਜ਼ਾਦ ਤਾਂ ਹੈਗੇ ਆ ਟੈਕਨੀਕਲ ਟਰਮਸ ਵਿੱਚ, ਬਟ ਸਾਡੀ ਸੋਚ ਨੂੰ ਹੌਲੀ ਹੌਲੀ ਗੁਲਾਮ ਕੀਤਾ ਜਾ ਰਿਹਾ ਹੈ। ਬਟ ਜਦੋਂ ਅਸੀਂ ਭਾਈ ਵੀਰ ਸਿੰਘ ਦੀ ਇੱਕ ਮੈਂ ਕਵਿਤਾ ਜਿਹੜੀ ਹੈ ਉਹਦੀਆਂ ਕੁਝ ਲਾਈਨਾਂ ਪੜ੍ਹ ਕੇ ਸੁਣਾ ਕੇ ਆਈ ਵਾਂਟ ਟੂ ਐਂਡ ਹੀਅਰ, ਕਿ ਉਹਨਾਂ ਨੇ ਕਿੰਨਾ ਇੰਪੋਰਟੈਂਸ ਦਿੱਤਾ ਸੁਤੰਤਰਤਾ ਨੂੰ, ਜਿਹੜੀ ਸੋਚਦੀ ਹੋਵੇ। ਉਹ ਕਹਿੰਦੇ ਨੇ, ਪੋਇਮ ਦਾ ਨਾਮ ਹੈਗਾ ਸਾਨੂੰ ਰੱਖ ਸੁਤੰਤਰ ਦਾਤੇ। ਕਹਿੰਦੇ ਨੇ ਸਾਨੂੰ ਰੱਖ ਸੁਤੰਤਰ ਦਾਤੇ, ਬੰਦੀ ਸਾਥੋਂ ਦੂਰ ਰਹੇ, ਹਰ ਤੰਤਰ ਨਾ ਕਦੇ ਕਰਾਵੀਂ, ਖੁੱਲਦਾ ਸਦਾ ਸ਼ੌਰ ਰਹੇ, ਮੂੰਹ ਤਕੀਏ ਨਾ ਕਦੇ ਕੈਦ ਦਾ, ਕਦੇ ਗੁਲਾਮੀ ਆਵੇ ਨਾ, ਗੋਲਾ ਕਦੇ ਨਾ ਕਰੀ ਕਿਸੇ ਦਾ, ਪਿੰਜਰੇ ਸਾਨੂੰ ਪਾਵੀਂ ਨਾ। ਇਹ ਜਿਹੜਾ ਹੈ ਦਰਸਾਉਂਦਾ ਹੈ ਕਿ ਉਹਨਾਂ ਵਾਸਤੇ ਜਿਹੜੀ ਸੋਵਰਨਿਟੀ ਸੀਗੀ, ਆਜ਼ਾਦੀ ਜਿਹੜੀ ਸੀਗੀ, ਉਹਦੀ ਕਿੰਨੀ ਇੰਪੋਰਟੈਂਸ ਸੀਗੀ। ਸੋ ਮੇਬੀ ਅਸੀਂ ਇਸ ਜਿਹੜੀ ਉਹਨਾਂ ਦੀ ਸੋਚ ਹੈ ਉਸਨੂੰ ਇੱਕ ਇੰਸਪੀਰੇਸ਼ਨ ਬਣਾ ਸਕਦੇ ਹਾਂ ਕਿ ਅਸੀਂ ਜਿਹੜੇ ਸਿੱਖ ਹਾਂ ਉਹਨਾਂ ਨੇ ਆਪਣੀ ਸੋਵਰਨਿਟੀ ਨੂੰ ਕਿੰਨਾ ਹਾਈ ਪੈਡੈਸਟਲ ਤੇ ਰੱਖਣਾ ਹੈ। ਸਾਡੇ ਵਾਸਤੇ ਉਹ ਇੱਕ ਬਹੁਤ ਕੋਰ ਵੈਲਿਊ ਹੈ ਤੇ ਅਸੀਂ ਉਹਨੂੰ, ਭਾਵੇਂ ਅਸੀਂ ਇੰਡੀਆ ਵਿੱਚ ਹਾਂ ਜਾਂ ਭਾਵੇਂ ਅਸੀਂ ਅਬਰੋਡ ਹਾਂ, ਜਿੱਥੇ ਵੀ ਹਾਂ, ਜਿਹੜੀ ਸਾਡੀ ਸੋਚ ਦੀ ਸੋਵਰਨਿਟੀ ਹੈ ਉਹ ਬਹੁਤ ਜ਼ਰੂਰੀ ਹੈ। ਤੇ ਇਹ ਸਾਡੀ ਕਮਿਊਨਿਟੀ ਦੀ ਜਿਹੜੀ ਅੱਗੇ ਵਧਣ ਵਾਸਤੇ ਇਹ ਵਨ ਆਫ ਦਾ ਕੋਰ ਵੈਲਿਊਜ਼ ਹੈ। So that's all I had to say. Thank you for coming and joining us. Beautifully said. Last week someone of us covered this sutantrata de utte, the sovereignty de utte ਉਹਨਾਂ ਦੀ poem ਵੀ ਹੈ। Thank you for sharing it again. ਹਾਂਜੀ ਡਾਕਟਰ ਕੁਲਵਿੰਦਰ ਸਿੰਘ ਜੀ, 1 ਮਿੰਟ ਲਈ ਤੁਸੀਂ ਕੀ ਕਹਿਣਾ ਚਾਹੋਗੇ ਹੋਰ? ਹਾਂਜੀ, ਮੈਂ ਉਹਦੇ ਵਾਸਤੇ ਵੀ ਕਹਿ ਲਓ ਵੀ ਚਲੋ ਇੱਕ ਮੈਂ ਇਨਸੀਡੈਂਟਸ ਡਿਸਕਸ ਕਰਨੀ ਚਾਹੁੰਦਾ ਵਾਂ, just to feel sorry for that. When I was young, 84, 85, 86 ਦੀ ਗੱਲ ਹੋਏਗੀ, ਭਾਈ ਵੀਰ ਸਿੰਘ ਜੀ ਦੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਰੈਜ਼ੀਡੈਂਸ ਹੈ ਨਾ, ਉਹਦੇ ਵਿੱਚ ਭਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦਾ ਕਮਰਾ ਬਣਾਇਆ ਸੀ ਨਾ, I used to go there ਸੰਗਤ ਦੇ ਦਰਸ਼ਨ ਕਰਨ ਵਾਸਤੇ, ਕਿ ਉੱਥੇ ਵੀਕਲੀ ਹਫ਼ਤੇ 2-3 ਦਿਨ ਸਤਸੰਗ ਹੁੰਦਾ ਸੀ। ਤੇ ਮੇਰੇ ਜਿਹੜੇ ਵਾਈਫ ਸੀ ਉੱਥੋਂ ਕੀਰਤਨ ਸਿੱਖਦੇ ਸੀ, ਸੋ ਉਹਦੇ ਕਰਕੇ ਮੈਂ ਉਹਨਾਂ ਦੇ ਕਲੋਜ਼ ਹੋ ਗਿਆ ਤੇ I too used to go there, not so often, ਪਰ ਮੈਂ ਕਦੀ ਕਦੇ ਜਾਂਦਾ ਹੁੰਦਾ ਸੀ। ਜਿਹੜੀ ਮੈਂ ਗੱਲ ਦੱਸ ਰਿਹਾ, just to feel sorry for that, ਕਿ ਭਾਈ ਵੀਰ ਸਿੰਘ ਜੀ ਤੋਂ ਬਾਅਦ ਮੋਸਟ ਪ੍ਰੋਬੇਬਲੀ ਉੱਥੇ ਜਿਹੜੇ ਸੇਵਾ ਨਿਭਾਉਂਦੇ ਸਨ ਨਾ, ਕਹਿ ਲਓ ਜਿਨ੍ਹਾਂ ਨੂੰ ਮੇਨ ਪ੍ਰਬੰਧ ਮਿਲਿਆ ਸੀ ਨੋਟ ਅਫੀਸ਼ੀਅਲੀ ਐਜ਼ ਏ ਗੁਰਮੁਖ, ਉਹ ਭਾਈ ਪ੍ਰੇਮ ਸਿੰਘ ਜੀ ਸਿਵਲ ਲਾਈਨ ਵਾਲੇ ਬੜੇ ਮਸ਼ਹੂਰ ਸਨ। ਹੀ ਵਾਜ਼ ਅ ਮਿਲੀਅਨੀਅਰ, ਲੇਕਿਨ ਬਿਲਕੁਲ ਸਾਦੇ ਕੱਪੜੇ ਚ ਰਹਿੰਦੇ ਸਨ ਤੇ ਮਤਲਬ ਵਿਰਕਤ ਸਨ, ਕਹਿ ਲਓ। ਫੈਮਿਲੀ ਬਹੁਤ ਅਮੀਰ ਸੀ, ਉਹਨਾਂ ਦੀ ਕੋਠੀ ਥਾਊਜ਼ੈਂਡਸ ਮਤਲਬ ਜਿਹੜੇ ਹੁੰਦੇ ਆ ਸਕੁਅਰ ਯਾਰਡ ਸੀ। ਦੈਟਸ ਵੈਰੀ ਰਿਚ ਏਰੀਆ। ਮੈਂ ਆਪਣੀ ਬਿਰਤੀ ਦੱਸਣ ਵਾਸਤੇ ਕਹਿ ਰਿਹਾ ਕਿ ਅਸੀਂ ਉਸ ਵੇਲੇ ਬੁੱਕਸ ਪੜ੍ਹਦੇ ਸਾਂ, ਮੈਂ ਸੰਤਾਂ ਮਹਾਂਪੁਰਖ ਦੀਆਂ ਬੁੱਕਸ ਜ਼ਿਆਦਾ ਪੜ੍ਹਦਾ ਹੁੰਦਾ ਸੀ ਤੇ ਮੈਨੂੰ ਲੱਗਦਾ ਸੀ ਅਮੀਰ ਬੰਦਾ ਗੁਰਮੁਖ ਨਹੀਂ ਹੋ ਸਕਦਾ। ਆਪਣੀ ਮੈਂ ਗੱਲ ਦੱਸ ਲਈ ਕਿ ਮੈਂ ਦੋਨਾਂ ਚੀਜ਼ਾਂ ਨੂੰ ਐਂਟੀ ਮੰਨਦਾ ਸਾਂ, ਕਿਉਂਕਿ ਜਿੱਦਾਂ ਕਥਾ ਸੁਣੀ ਦੀ ਸੀ ਉੱਥੇ ਇਹੀ ਦੱਸਦੇ ਸੀ ਕਿ ਪਾਪਾ ਬਾਝੋਂ ਹੋਵੇ ਨਹੀਂ ਮੂੰਹੋਂ ਸਾਥ ਨਾ ਜਾਏ। ਹਾਂਜੀ, ਔਰ ਅਨਾਉਂਸਮੈਂਟ ਦੀ ਜਿਹੜੀ ਰਾਤ ਡਿਸਕਸ਼ਨ ਕਰਕੇ ਮੇਰਾ ਮਾਈਂਡ ਸੈਟਅਪ ਬਣਿਆ ਸੀ। ਤੇ ਇੱਕ ਮੈਂ ਉਹਨਾਂ ਦਿਨਾਂ ਵਿੱਚ ਭਾਈ ਰਣਧੀਰ ਸਿੰਘ ਜੀ ਦੇ ਜਿਹੜੇ ਨਾ, ਮੇਰਾ ਖੰਡ ਕੀ ਤੇ ਜਥਨਾ ਬਹੁਤ ਲਿਖ ਸੀ ਤੇ ਭਾਈ ਰਣਧੀਰ ਸਿੰਘ ਜੀ ਨੂੰ ਬਹੁਤ ਪੜ੍ਹਿਆ ਸੀ। ਤੇ ਮੈਨੂੰ ਯਾਦ ਹੈ ਕਿ ਮੈਂ ਇੱਕ ਬੜਾ ਵੱਡਾ ਉਸ ਵੇਲੇ ਕਿ ਉਹਨਾਂ ਨੂੰ ਹਰਟ ਕੀਤਾ। ਮੈਂ ਇਸ ਲਈ ਦੱਸਾਂ ਕਿ ਤੁਸੀਂ ਆਪਣੇ ਆਪ ਨੂੰ ਪਛਤਾਵਾ ਕਰ ਰਹੇ ਹੁੰਦੇ ਹੋ। I was immature, young, ਤੇ ਮੇਰਾ ਉਹਨਾਂ ਨਾਲ ਬੜਾ ਪਿਆਰ ਸੀ। ਮੈਨੂੰ, ਮੈਂ ਉਹਨਾਂ ਦੇ ਘਰ ਵੀ ਜਾਣਾ, ਕੁਟੀਆ ਵੀ ਜਾਣਾ। ਹਾਂਜੀ, ਉਹਨਾਂ ਨੇ ਬੜਾ ਅੱਛੀ ਤਰ੍ਹਾਂ ਮੈਨੂੰ ਡੀਲ ਕਰਨਾ। ਉਹਨਾਂ ਦਾ ਬੇਟਾ ਵੀ 5 ਫੋਰਨ ਕੰਟਰੀ ਡਾਕਟਰੀ ਕਰਨ ਗਿਆ ਸੀ, ਉਹਦੇ ਬਾਰੇ ਮੈਂ ਨਾਲ ਡਿਸਕਸ ਕਰਨਾ ਉਹਨਾਂ ਨੇ। ਤੇ ਮੈਂ ਇੱਕ ਵਾਰੀ ਉਹਨਾਂ ਨੂੰ ਕਹਿਤਾ ਡਿਸਕਸ਼ਨ ਕਰਦਿਆਂ ਮੈਂ ਕਿਹਾ ਭਾਈ ਸਾਹਿਬ, ਮੇਰੇ ਮਨ 'ਚ ਇੱਕ ਸਵਾਲ ਹੈਗਾ। ਮੈਂ ਆਈ ਸੈਡ ਇਟ ਵੈਰੀ ਰਫਲੀ। ਹਾਂਜੀ, ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਭਾਈ ਸਾਹਿਬ ਨੇ ਇੰਨਾ ਕੁਝ ਲਿਖਿਆ ਤੇ ਇਹਨਾਂ ਨੇ ਸ਼ਹੀਦੀ ਕਿਉਂ ਨਹੀਂ ਪਾਈ? ਤੇ ਮੈਨੂੰ ਉਹਨਾਂ ਦਾ ਵਰਡ ਯਾਦ ਹੈ, ਭਾਈ ਪ੍ਰੇਮ ਸਿੰਘ ਜੀ, ਉਹਨਾਂ ਨੂੰ ਲੋਹੇ ਵਾਲੇ ਵੀ ਕਹਿੰਦੇ ਸੀ ਕਿ ਲੋਹੇ ਦਾ ਬਿਜ਼ਨਸ ਸੀ, ਤੇ ਸਿਵਲ ਲਾਈਨ ਵਾਲੇ ਵੀ ਕਹਿੰਦੇ ਸੀ। ਤੇ ਉਹਨਾਂ ਕਿਉਂ ਕਹਿਣ ਲੱਗੇ, ਡਾਕਟਰ ਸਾਹਿਬ ਉਹ ਬੜੀ ਸੌਫਟ ਹਾਰਟਡ ਸਨ। ਹਾਂਜੀ, ਉਹਦੇ ਡਿਸਕਸ਼ਨ ਤੇ ਜਾਂ ਕੰਟਰੋਵਰਸੀ ਪੈਣ ਵਾਲੇ ਬੰਦਾ ਹੀ ਨਹੀਂ ਸਨ। ਉਹ ਮੈਨੂੰ ਕਹਿੰਦੇ, ਡਾਕਟਰ ਸਾਹਿਬ ਤੁਹਾਨੂੰ ਇੱਕ ਪੁਰਸ਼ ਦੇ 99 ਗੁਣ ਨਹੀਂ ਯਾਦ ਆਏ? ਤੁਹਾਨੂੰ ਉਹ 'ਚ ਇੱਕ ਔਗਣ ਹੀ ਨਜ਼ਰ ਆਇਆ? ਅੱਜ ਮੈਂ ਰਿਅਲਾਈਜ਼ ਕਰਦਾ ਵਾਟ ਆਈ ਡਿਡ ਐਟ ਦੈਟ ਟਾਈਮ। ਹਾਂਜੀ, ਉਹ ਮੈਂ ਕਿਹਾ ਸਿਰਫ ਦੱਸ ਵਾਸਤੇ, ਦੈਟਸ ਵਾਈ ਰਿਪੈਂਟੈਂਸ। ਮੈਂ ਜੋ ਗਲਤੀਆਂ ਕੀਤੀਆਂ ਹੋਈਆਂ ਨਾ, ਯੈਸ, ਥੈਂਕ ਯੂ ਫॉर ਸ਼ੇਅਰਿੰਗ। ਹਾਂਜੀ ਵੀਰ ਜੀ ਕਿਰਪਾਲ ਸਿੰਘ। ਹਾਂਜੀ ਵੀਰ ਜੀ ਕਿਰਪਾਲ ਸਿੰਘ, ਤੁਸੀਂ ਕੋਈ ਲਾਸਟ ਮਿੰਟ? ਮੈਂ ਤੇ ਆਮ ਗ੍ਰੇਟਫੁਲ ਟੂ ਆਲ ਆਫ ਯੂ ਫॉर ਯੂਰ ਪਾਰਟਿਸਿਪੇਸ਼ਨ
bringing different ideas. Again, ਜਿਹੜਾ ਕੋਈ ਵੀ ਸਾਡਾ ਪ੍ਰੋਗਰਾਮ ਹੈ ਉਹਦੇ ਵਿੱਚ ਜਿਹੜੀ ਰੈਲੇਵੈਂਸ ਹੈ ਕੰਟੈਂਪਰੇਰੀ ਇਸ਼ੂਜ਼ ਦੇ ਨਾਲ ਕਿਸ ਤਰ੍ਹਾਂ ਅਸੀਂ ਇਹਨਾਂ ਤੋਂ ਫਾਇਦਾ ਉਠਾਉਣਾ, ਤਾਂ ਹੀ ਸਾਡਾ ਫਾਇਦਾ ਹੈ ਡਿਸਕਸ਼ਨ ਕਰਨ ਦਾ। ਜੇ ਸਾਡੇ ਜੀਵਨ ਨੂੰ ਕੋਈ ਨਵੀਆਂ ਇਨਸਾਈਟਸ ਦੇ ਕੇ, ਨਵਾਂ ਆਸਰਾ ਦੇ ਕੇ ਤੇ ਅਗਾਂਹ ਵਧਣ ਦੇ ਵਿੱਚ ਹਿੱਸਾ ਪਾਉਂਦੀਆਂ ਰਹਿਣਗੀਆਂ। So I'm grateful to all of you for your participation. ਭਾਈ ਵੀਰ ਸਿੰਘ ਜੀ ਦੀ ਜੀਵਨੀ ਜਿਹੜੀ ਹੈ ਇਹਦੇ ਲਈ ਸਾਡੇ ਚਾਨਣ ਬਣਾ ਰਿਹਾ। ਥੈਂਕ ਯੂ ਜੀ। ਹਾਂਜੀ ਵੀਰ ਜੀ, ਜਸਵੀਰ ਸਿੰਘ ਜੀ, ਤੁਸੀਂ ਕੁਝ ਲਾਸਟ ਮਿੰਟ ਦੇ ਵਿੱਚ ਮਿੰਟ ਲਈ ਕੁਝ ਕਹਿਣਾ ਚਾਹੁੰਦੇ ਜੀ? ਭਾਈ ਖਾਲਸਾ ਜੀ। ਇੱਕ ਬੜੀ ਇੰਪੋਰਟੈਂਟ ਗੱਲ ਜੋ ਅਸੀਂ ਭੁੱਲੇ ਨਹੀਂ ਆ ਪਰ ਸਾਨੂੰ ਸਮਝਣੀ ਚਾਹੀਦੀ ਹੈ ਕਿ 18ਵੀਂ ਸਦੀ ਦੇ ਵਿੱਚ ਸਿੱਖੀ ਪੰਥ ਜਾਂ ਧਰਮ ਕਹਿ ਲਓ ਬਿਖਰਿਆ ਹੋਇਆ ਸੀ, ਕੋਈ ਐਸਾ ਕੰਕਰੀਟ ਬੇਸ ਨਹੀਂ ਸੀਗਾ। ਗੁਰੂ ਸਾਹਿਬ ਦੀ ਚਲਾਣਾ ਤੋਂ ਬਾਅਦ 1708, ਉਸ ਤੋਂ ਬਾਅਦ ਫਿਰ ਆਪ ਜੀ ਦੱਸਿਆ ਬੰਦਾ ਬਹਾਦਰ, ਉਸ ਜੰਗਾਂ ਵਿੱਚ ਕਿੰਨਾ ਨੁਕਸਾਨ ਹੋਇਆ ਉਹ ਵੀ ਆਪ ਜੀ ਨੂੰ ਪਤਾ ਹੀ ਹੈ। ਤੋ ਉਹਦਾ ਕੋਈ ਐਸਾ ਕੰਕਰੀਟ ਬੇਸ ਨਹੀਂ ਸੀ, ਲੋਕ ਬਿਖਰੇ ਬੁਖਰੇ ਸੀਗੇ। ਪਰ ਭਾਈ ਵੀਰ ਸਿੰਘ ਜੀ ਨੇ ਜੋ ਇਸ ਸਿੱਖ ਪੰਥ ਨੂੰ ਜੋ ਸ਼ੇਪ ਦਿੱਤੀ ਹੈ ਨਾ, ਜਿਹਨੂੰ ਕਹਿੰਦੇ ਨੇ ਇਟ ਵਾਸ ਦ ਫਾਰਮੇਟਿਵ ਈਅਰਸ ਆਫ ਆਵਰ ਰਿਲੀਜਨ। ਉਹ ਫਾਰਮੇਟਿਵ ਈਅਰਸ ਆਫ ਆਵਰ ਰਿਲੀਜਨ ਦੇ ਵਿੱਚ ਭਾਈ ਵੀਰ ਸਿੰਘ ਦੀ ਜੋ ਕੰਟਰੀਬਿਊਸ਼ਨ ਹੈ ਉਹਨੂੰ ਸਮਝਣ ਦੀ ਬੜੀ ਜ਼ਰੂਰਤ ਹੈ। ਸਿੰਘ ਸਭਾ ਮੂਵਮੈਂਟ ਸ਼ੁਰੂ ਕਰਨ ਦੇ ਨਾਲ ਇੱਕ ਆਈਡੀਓਲੋਜੀ ਇਕੱਠੀ ਹੋਈ, ਲੋਕ ਇਕੱਠੇ ਹੋਏ ਇੱਕ ਸੈਂਟਰਲ ਥੀਮ ਦੇ ਉੱਪਰ। ਲੇਕਿਨ ਜੋ ਜਿਸ ਤਰ੍ਹਾਂ ਲੜਾਈਆਂ ਦੇ ਵਿੱਚ ਜਿੰਨਾ ਨੁਕਸਾਨ ਹੋਏ ਸੀ ਨਾ, ਆਫਟਰ ਆਲ ਹਿਊਮਨਸ ਆਰ ਹਿਊਮਨਸ, ਸਾਰੇ ਇਤਨੇ ਹਰ ਵਕਤ ਉਸ ਨੂੰ ਚੜ੍ਹਦੀ ਕਲਾ ਨਹੀਂ ਰਹਿ ਸਕਦੇ। ਲੇਕਿਨ ਜੋ ਉਹਨਾਂ ਨੇ ਬੇਸਿਸ ਸ਼ੁਰੂ ਕੀਤਾ ਨਾ ਸਿੱਖੀ ਨੂੰ ਇੱਕ ਸ਼ੇਪ ਦੇਣ ਦਾ, ਉਸਨੂੰ ਇੱਕ ਫਾਰਮ ਦੇਣ ਦੀ ਜੋ ਕੋਸ਼ਿਸ਼ ਸੀ ਉਹਨਾਂ ਦੀ, ਵਿਦ ਆਲ ਦੀ ਐਸਪੈਕਟ ਜੋ ਤੁਸੀਂ ਕਿਹਾ ਹੈ, ਲਿਟਰੇਰੀ, ਪੋਇਟਿਕ, ਇਕਨੋਮਿਕ, ਐਜੂਕੇਸ਼ਨਲ, ਸਾਰੇ ਪੱਖਾਂ ਨੂੰ ਲੈ ਕੇ ਉਹਨਾਂ ਨੇ ਜੋ ਇੰਸਟੀਟਿਊਸ਼ਨ ਬਣਾਏ ਨੇ, ਉਹਦੇ ਨਾਲ ਸਿੱਖ ਕੌਮ ਦੀ ਇੱਕ ਸਿਰਜਣਾ ਹੋ ਗਈ। ਹਾਂਜੀ, ਪ੍ਰੋਪਰ ਡਾਇਰੈਕਸ਼ਨ ਮਿਲ ਗਈ, ਇੱਕ ਪ੍ਰੋਪਰ ਡਾਇਰੈਕਸ਼ਨ ਮਿਲੀ ਇਸ ਕੰਮ ਨੂੰ, ਜਿਹੜੀ ਕਿ ਪਹਿਲਾਂ ਵਿਖਰੀ ਹੋਈ ਸੀ। ਇਹ ਮੈਂ ਮਹਿਸੂਸ ਕਰਦਾ ਕਿ ਉਹਨਾਂ ਦੀ ਬੜੀ ਜ਼ਬਰਦਸਤ ਕੰਟਰੀਬਿਊਸ਼ਨ ਸੀ। ਹਾਂਜੀ, ਥੈਂਕ ਯੂ ਜੀ। ਹਾਂਜੀ ਸਾਹਿਬ ਮੇਘਰਾਜ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ? ਹਾਂਜੀ, ਵਾਹਿਗुरु जी का खालसा, वाहिगुरु जी की फतेह। भाई खालसा जी फतेह जी। देखिए बुक मेरे पास में जो हिंदी में है, गुरु नानक चमत्कार, इसके अंदर लास्ट में एक कविता लिखी। मैं वैसे लिखना तो बहुत कुछ सोच ही रहा था पहले, मैं क्या लिखूं इनके बारे में, मैं इसमें लिख नहीं पाया कुछ भी, क्योंकि इतनी बहादुरी, इतनी गाथा, इतने कुछ इनके बारे में बोल रहे आप लोग, मेरे एक शब्द भी मैं लिख नहीं पाया इनके बारे में। लेकिन एक कविता है इनकी जो लास्ट में लिखी है कि जय गुरु नानक, जय गुरु नानक, जय तेरी, जय हो तेरी, जय दुख हरता, जय सुख करता, बंधन हरता, जय तेरी, जय गुरु नानक, जय गुरु नानक, जय गुरु तेरी, तू के काष्ट हरित करता, रेते भरता, जय तेरी, जय गुरु नानक, जय गुरु नानक तेरी, जलता जगत बचाया तैने, बहती दुनिया पार लगाई, कर्म फूट की रक्षा के हित, द्वार पर करी घुमाई, जय गुरु नानक, जय गुरु नानक, दुष्ट उबारे कुष्ट तारे, राक्षस भी निस्तार लिए, अंधकूप में पड़े अघी भी खींचे बाहर निकाल लिए, संत फकीरों के उदारक, जय गुरु नानक, जय तेरी, अटके खड़े मार्गों को मंजिल पर पहुंचाया है, चढ़ी नदी है, बाढ़ आई है, मैंने तुझे बुलाया है, शोर मचाती कूक डुबाती, इसने मुझे डराया है, हे गुरु नानक सहस श्रवण सुन ले यही पुकार मेरी, जय गुरु नानक, जय गुरु नानक, जय तेरी, तू अनाथ का अनाथ बान ये गुरु की तेरी, मुझ अनाथ को तार लगाना मत कुछ देरी, अपने चरण शरण में कर ले सुन करके विनती मेरी, जय गुरु नानक, जय गुरु नानक। ये है उनकी कविता लिखी। तो मैं अपनी तरफ से एक लाइन में लिख पाने के लिए, उसके लिए सॉरी, बाकी ये बस इतनी कह सकता हूँ कि इतना समुद्र छिपा पड़ा लिखत में बहुत सारी। थैंक यू ਜੀ। ਅਗਲੇ ਹਫਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਵੱਲ ਜਾ ਰਹੇ ਹਾਂ। 5-6 ਮਿੰਟ ਪਹਿਲਾਂ ਹੀ ਅਸੀਂ ਉੱਪਰ ਹੋ ਗਏ ਹਾਂ। ਆਈਸੀ ਸਰਦਾਰ ਨਰਿੰਦਰਪਾਲ ਸਿੰਘ ਜੀ
ਉਹਨਾਂ ਨੇ ਵੀ ਜੁਆਇਨ ਕੀਤਾ। ਆਮ ਸੌਰੀ ਇਸ ਵੇਲੇ, ਅਗਲੀ ਵਾਰ ਤੁਹਾਨੂੰ ਆਇਓ ਪਲੀਜ਼ ਜਰੂਰ ਜੁਆਇਨ ਕਰਿਓ। ਰਾਤ ਨੂੰ 9 ਵਜੇ ਅਸੀਂ ਕਰਾਂਗੇ। ਨੈਕਸਟ ਵੀਕ ਜਿਹੜਾ ਸਾਡਾ ਟੌਪਿਕ ਹੈ, ਇੱਕ ਮਿੰਟ, ਨੈਕਸਟ ਵੀਕ ਸਾਡਾ ਜਿਹੜਾ ਟੌਪਿਕ ਹੈ ਉਹ ਹੈ ਸਫਰੇ ਸ਼ਹਾਦਤ ਦੇ ਉੱਤੇ। ਸਫਰੇ ਸ਼ਹਾਦਤ ਤੁਸੀਂ ਦੇਖਿਆ ਅੱਜ ਦੇ ਜਿਹੜੇ ਦਿਨ ਚੱਲ ਰਹੇ ਨੇ, ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਹਾਂਜੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ, ਜੋ ਵੀ ਹੋਇਆ, ਪਹਾੜੀ ਰਾਜਿਆਂ ਨੇ ਝੂਠੀਆਂ ਸੌਹਾਂ ਮੁਗਲਾਂ ਨੇ ਖਾਧੀਆਂ, ਉੱਥੋਂ ਆਨੰਦਪੁਰ ਦਾ ਕਿਲ੍ਹਾ ਛੱਡਿਆ, ਰੋਪੜ ਦੇ ਦੁਆਰਾ ਚਮਕੌਰ ਸਾਹਿਬ, ਮਾਛੀਵਾੜੇ, ਫੇਰ ਪਰਿਵਾਰ ਵਿਛੋੜਾ ਹੋ ਜਾਂਦਾ, ਉੱਥੇ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਕੌਰ ਦੇ ਨਾਲ ਸਰਹੰਦ ਦੇ ਆਲੇ ਪਾਸੇ ਚਲੇ ਜਾਂਦੇ ਨੇ। ਤੇ ਉਹ ਜਿਹੜੇ ਸਾਰੇ ਵਾਕਿਆ ਨਾ ਜੀ, ਉਹਨਾਂ ਨੂੰ ਕਿਉਂਕਿ ਸਾਡੇ ਇਤਿਹਾਸਕ ਦਿਹਾੜੇ ਨੇ, ਸਾਡੇ ਜੀਵਨ ਦੇ ਨਾਲ ਜਿੱਥੇ ਮਨ ਦੇ ਵਿੱਚ ਵੈਰਾਗ ਹੈ, ਪਿਆਰ ਹੈ, ਪ੍ਰੇਰਨਾ ਹੈ, ਉਹ ਸੂਰਬੀਰਤਾ ਹੈ, ਤੇ ਉਹ ਸਾਡੇ ਲਈ ਇੱਕ ਜਿਉਂਦੀ ਜਾਗਦੀ ਜਿਹੜੀ ਮਿਸਾਲ ਹੈ। ਉਹ ਜਿਹੜੀ ਸਿੱਖੀ ਸਪਿਰਟ ਆ, ਉਹਦੀਆਂ ਵੀ ਅਸੀਂ ਇੱਕ ਬਾਤਾਂ ਪਾਵਾਂਗੇ ਤੇ ਆਪਣੇ ਮਨਾਂ ਦੇ ਨਾਲ ਉਹਨਾਂ ਨੂੰ ਨਾ ਫਿਰ ਅਸੀਂ ਜੋੜਾਂਗੇ ਆਪਣੇ ਚਰਨਾਂ, ਮਹਾਰਾਜ ਦੇ ਚਰਨਾਂ ਦੇ ਨਾਲ ਉਹਨਾਂ ਨੂੰ। ਹਾਂਜੀ ਵੀਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਡਾਕਟਰ ਵਾਸੂ ਸਾਹਿਬ ਹੱਥ ਖੜਾ ਮੈਂ ਇੱਕ ਪੁਆਇੰਟ ਭਾਈ ਵੀਰ ਸਿੰਘ ਬਾਰੇ ਦੇਣਾ ਚਾਹੁੰਦਾ ਕਿ ਭਾਈ ਵੀਰ ਸਿੰਘ ਨੂੰ ਆਮ ਤੌਰ ਤੇ ਸਮਝਦੇ ਨੇ ਕਿ ਉਹਨਾਂ ਨੇ ਜੀ ਬਹੁਤੀ ਰਾਜਸੀ ਚੇਤਨਾ ਨਹੀਂ ਸੀ, ਜਾਂ ਉਹਨਾਂ ਨੇ ਜਲਿਆਂਵਾਲੇ ਬਾਗ ਤੇ ਕੁਝ ਨਹੀਂ ਕਿਹਾ, ਯਾਨੀ ਏਦਾਂ ਦੇ ਕਈ ਇਲਜ਼ਾਮ ਲਾਉਂਦੇ ਨੇ। ਇੱਕ CID ਦੀ ਰਿਪੋਰਟ ਹੈ 1911 ਦੀ, ਸੀਕ੍ਰੇਟ CID ਮੈਮੋਰੈਂਡਮ ਔਨ ਰੀਸੈਂਟ ਡਿਵੈਲਪਮੈਂਟ। ਇਹਦੇ ਚ ਲਿਖਿਆ ਹੈ ਗਵਰਨਮੈਂਟ ਆਫ ਇੰਡੀਆ ਦਾ ਕੋਈ ਡੀ ਪੈਟਰੀ ਅਸਿਸਟੈਂਟ ਡਾਇਰੈਕਟਰ ਹੈ ਕ੍ਰਿਮੀਨਲ ਇੰਟੈਲੀਜੈਂਸ ਦਾ, ਉਹ ਲਿਖਦਾ ਕਿ ਹੀ ਵੀਰ ਸਿੰਘ ਇਜ਼ ਏ ਐਡੀਟਰ ਐਂਡ ਮੈਨੇਜਰ ਆਫ ਖਾਲਸਾ ਸਮਾਚਾਰ, a Gurmukhi journal. Veer Singh is mentioned from many sources as a leading figure in Sikh revival and disloyal to the core. ਇਸ ਤਰ੍ਹਾਂ ਇੱਕ ਹੋਰ ਆਫੀਸਰ ਲਿਖਦਾ ਹੈ he may be safely be regarded as a zealous new Sikh and thoroughly anti-British. ਭਾਈ ਵੀਰ ਸਿੰਘ ਖਾਲਸਾ ਸੰਘ ਦਾ ਐਡੀਟਰ ਹੈ, ਉਹ ਸਿੱਖਾਂ ਵਿੱਚ ਜਾਗਰਤ ਲਿਆਉਣ ਲਈ ਉੱਡੀ ਹਸਤੀ ਹੈ, ਔਰ ਇਹਦਾ ਪੰਜਾਬੀ ਤਰਜਮੇ ਚ ਲਿਖਿਆ ਕਿ ਉਹ ਅੰਗਰੇਜ਼ੀ ਰਾਜ ਦਾ ਬਾਗੀ ਹੈ। ਇਸ ਤਰ੍ਹਾਂ ਸੁਖੈਨਤਾ ਨਾਲ ਇੱਕ ਪੱਕਾ ਨਵਾਂ ਸਿੱਖ ਤੇ ਕੱਟੜ ਅੰਗਰੇਜ਼ ਵਿਰੋਧੀ ਗਰਦਾਨਿਆ ਜਾ ਸਕਦਾ ਹੈ। ਇਹ ਰਿਪੋਰਟ ਹੈ ਛਪੀ ਹੋਈ। ਇਹ ਮੈਂ ਦੱਸਣਾ ਚਾਹੁੰਦਾ ਕਿ ਭਾਈ ਵੀਰ ਸਿੰਘ ਨੇ ਸਿੰਬੋਲੀਕਲ ਕਵਿਤਾਵਾਂ ਲਿਖੀਆਂ ਨੇ, ਇਹ ਨਹੀਂ ਕਿ ਕੋਈ ਨਾਅਰੇਬਾਜ਼ੀ ਨਹੀਂ ਕੀਤੀ, ਭਾਵੇਂ ਉਹ ਜੇਲ੍ਹ ਨਹੀਂ ਗਏ। ਜਿਵੇਂ ਹੁਣ ਉਹਨਾਂ ਦੀ ਬੁਲਬੁਲ ਕਵਿਤਾ ਹੈ, ਉਹ ਬੁਲਬੁਲ ਜਿਹੜੀ ਉਹ ਪਿੰਜਰੇ ਨੂੰ ਤੋੜਦੀ ਹੈ। ਉਹ ਭਾਵ ਕੀ ਕਿ ਭਾਰਤ ਬੁਲਬੁਲ ਹੈ ਜੋ ਅੰਗਰੇਜ਼ਾਂ ਦੇ ਪਿੰਜਰੇ ਨੂੰ ਤੋੜਨਾ ਚਾਹੁੰਦਾ। ਹਾਂਜੀ ਹਾਂਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਬੜੇ ਉਹਨਾਂ ਦੇ ਇੱਕ ਤਰ੍ਹਾਂ ਸਰਕਾਰ ਦੇ ਬੰਨਿਓ ਅੰਗਰੇਜ਼ ਸਰਕਾਰ ਨੇ ਅੱਖ ਰੱਖੀ ਸੀ ਵੀ ਇਹ ਬੜਾ ਕ੍ਰਾਂਤੀਕਾਰੀ ਅੰਦਰੋਂ, ਇਹ ਕੌਮ ਦੇ ਵਲਵਲਿਆਂ ਨੂੰ ਸਮਝਦਾ, ਇਹ ਕੌਮ ਦੇ ਵਹਾਅ ਨੂੰ ਕਿਸੇ ਪਾਸੇ ਵੀ ਲੈ ਕੇ ਜਾ ਸਕਦਾ, ਇਹਦੇ ਤੇ ਅੱਖ ਰੱਖੀ ਜਾਵੇ। ਇਹ ਤੇ ਉਹਨਾਂ ਨੇ ਰੱਖੀ ਹੈ। ਥੈਂਕ ਯੂ ਜੀ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੌਕਾ ਕਿਤੇ ਫੇਰ ਲੱਗਿਆ ਵੀ ਕੈਨ ਆਲਵੇਜ਼ ਕਵਰ ਭਾਈ ਵੀਰ ਸਿੰਘ ਨੂੰ ਅਗੇਨ, ਉਹਨਾਂ ਦੀ ਇੰਨੀ ਕੰਟਰੀਬਿਊਸ਼ਨ ਅਸੀਂ ਕਵਰ ਹੀ ਨਹੀਂ ਕਰ ਸਕਦੇ। ਇੱਕ ਵਾਰ ਮੈਂ ਐਂਡ ਦੇ ਉੱਤੇ ਇਹ ਵੀ ਕਹਿਣਾ ਚਾਹਾਂਗਾ ਕਿ ਅੱਜ ਦਾ ਜਿਹੜਾ ਭਾਈ ਵੀਰ ਸਿੰਘ ਉਹਨਾਂ ਦਾ ਜਿਹੜਾ ਸੀ ਪ੍ਰੋਗਰਾਮ ਕਵਰ ਕੀਤਾ ਹੈ, ਤੇ ਜਿੰਨੇ ਵੀ ਸਪੀਕਰ ਸੀਗੇ ਉਹਨਾਂ ਦੇ ਵਿਚਾਰ ਸਾਰੇ ਆਪੋ ਆਪਣੇ ਹੈ। ਵੌਇਸ ਆਫ ਮਾਨਵਤਾ ਦੀ ਕੋਈ ਅਫੀਸ਼ੀਅਲ ਪਾਲਿਸੀ ਨਹੀਂ ਹੈ। ਤੁਹਾਨੂੰ ਪ੍ਰੋਗਰਾਮ ਅੱਛਾ ਲੱਗਿਆ ਹੋਵੇ, ਇਹਦੇ ਵਿੱਚ ਤੁਸੀਂ ਤਨ ਮਨ ਧਨ ਦੇ ਨਾਲ ਸਪੋਰਟ ਕਰੋ, ਐਡਵਾਈਜ਼ ਕਰੋ, ਪੈਸੇ ਦੇ ਨਾਲ, ਵਿਚਾਰਾਂ ਦੇ ਨਾਲ, ਫੀਲ ਫ੍ਰੀ ਟੂ ਕੰਟੈਕਟ ਸਰ ਮੇਘਰਾਜ ਸਿੰਘ ਹੁਣੀ ਜਿਹੜੇ ਕਿ ਇਸ ਪ੍ਰੋਗਰਾਮ ਨੂੰ ਕੋਆਰਡੀਨੇਟ ਕਰ ਰਹੇ ਹੈ। ਇੱਕ ਵਾਰ ਤੁਹਾਡਾ ਅੱਜ ਦੇ ਸਪੀਕਰਸ ਦਾ ਤੇ ਦੇਸ਼ਾਂ ਵਿਦੇਸ਼ਾਂ ਜੁੜੇ ਬੈਠੇ ਸੱਜਣਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।